ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਆਯੁਰਵੇਦ ਵੱਲ ਮੁੜਨਾ ਸ਼ੁਰੂ ਕੀਤਾ ਹੈ, ਪਰ ਕਿਤੇ ਨਾ ਕਿਤੇ ਸਮਝ ਨਹੀਂ ਲੋਕਾਂ ਨੂੰ ਆਉਂਦਾ ਕਿ ਆਯੁਰਵੇਦ ਵੱਲ ਵੀ ਜੇ ਕੋਈ ਜਾਵੇ ਤਾਂ ਕਿਸ ਤਰ੍ਹਾਂ ਜਾਵੇ, ਕਿਉਂਕਿ ਬਹੁਤ ਸਾਰੀਆਂ, ਜੇ ਅਸੀਂ ਇਹ ਕਹਿ ਲਈਏ ਕਿ ਹੁਣ ਦੁਕਾਨਾਂ ਹੀ ਖੁੱਲ੍ਹ ਗਈਆਂ ਲੋਕਾਂ ਦਾ ਇਲਾਜ ਕਰਨ ਦੀਆਂ, ਤਾਂ ਬਹੁਤ ਸਾਰੀਆਂ ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਕਿਸ ਪਾਸੇ ਅਸੀਂ ਜਾਈਏ, ਕਿਸ ਪਾਸੇ ਨਾ ਜਾਈਏ। ਅਸੀਂ ਕਹਿੰਦੇ ਵੀ ਧੁੰਨੀ ਵਿੱਚ ਦਵਾਈ ਪਾਓ, ਸਰੀਰ ਨੂੰ ਤੰਦਰੁਸਤ ਬਣਾਓ। ਬਹੁਤ ਹੁਣ ਤਾਂ ਦੁਕਾਨਾਂ ਖੁੱਲ੍ਹ ਗਈਆਂ, ਲੋਕ ਜਾਵੇ ਕਿੱਥੇ, ਤੇ ਲੋਕ ਇਹ ਵੀ ਗੱਲਾਂ ਕਰਦੇ ਆ, ਤੇ ਜਦੋਂ ਕਮੈਂਟ ਬਾਕਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਕੋਈ ਕਹਿੰਦਾ ਮੈਂ 3 ਸ਼ੀਸ਼ੀਆਂ ਵਰਤ ਲਈਆਂ, ਕੋਈ ਕਹਿੰਦਾ 4 ਵਰਤ ਲਈਆਂ। ਕੋਈ ਜਾਦੂ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਦਿੱਤੀ ਪੁੜੀ ਔਰ ਉਹ ਅੰਦਰ ਗਈ ਜਾਦੂ ਹੋ ਗਿਆ ਵੀ ਬੰਦਾ ਠੀਕ। ਕਿਸੇ ਦਾ ਕੋਈ ਅੰਮ੍ਰਿਤ, ਕਿਸੇ ਦਾ ਕੋਈ ਅੰਮ੍ਰਿਤ, ਪਰ ਲੋਕਾਂ ਦੀ ਜਿਹੜੀ ਸਮੱਸਿਆ ਸ਼ਿਕਾਇਤ ਤਾਂ ਲੋਕਾਂ ਦੀ ਹੈ ਨਾ। ਲੋਕ ਕਹਿੰਦੇ ਵੀ ਸਾਨੂੰ ਠੀਕ ਨਹੀਂ ਹੋ ਪਾ ਰਹੇ ਅਸੀਂ, ਫਿਰ ਜਿਹੜੇ ਠੀਕ ਨਹੀਂ ਹੋਏ ਉਹ ਕਿਉਂ ਨਹੀਂ ਠੀਕ ਕੋਲ ਆਉਣ। ਅਸੀਂ 1.5 ਮਹੀਨੇ ਬਾਅਦ ਬੁਲਾਉਂਦੇ ਹੁੰਦੇ ਆ। ਇਹ ਨਾਭੀ ਸ਼ਕਤੀ ਅੰਮ੍ਰਿਤ ਜਿਹੜਾ ਹੈਗਾ ਇਹ ਕੰਮ ਕਿੱਦਾਂ ਕਰਦਾ, ਤਰੀਕਾ ਕੀ ਕੰਮ ਕਰਦਾ? ਅੱਜ ਤੇ 20-25 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ। ਇੱਕੋ ਖੁਰਾਕ ਖਾਣੀ ਪੈਂਦੀ ਸੀ ਜਨਾਬ, 3 ਖੁਰਾਕਾਂ ਦੀ ਲੋੜ ਹੀ ਨਹੀਂ ਸੀ ਪੈਂਦੀ, ਬੰਦਾ ਇੱਦਾਂ ਠੀਕ ਹੋ ਜਾਂਦਾ ਤਾਂ। ਹੁਣ 4 ਖੁਰਾਕਾਂ ਖਾ ਕੇ ਵੀ 4 ਡਾਕਟਰ ਬਦਲ ਕੇ ਵੀ ਬੰਦਾ ਨਹੀਂ ਠੀਕ ਹੋ ਰਿਹਾ। ਜਿਹੜੇ ਬੰਦੇ ਹੁਣ ਦਾਵਾ ਇਹ ਚੀਜ਼ ਦਾ ਕਰ ਰਹੇ ਕਿ ਮੈਂ 10 ਸ਼ੀਸ਼ੀਆਂ ਪਾ ਲਈਆਂ, ਮੈਂ 4 ਪਾ ਲਈਆਂ, 5 ਪਾ ਲਈਆਂ, ਇਹ ਠੱਗਾਂ ਦਾ ਟੋਲਾ, ਇਹਨਾਂ ਨੇ ਲੋਕਾਂ ਨੂੰ ਲੁੱਟਣ ਦਾ ਰਾਹ ਬਣਾਇਆ ਹੋਇਆ। ਪੱਤਰਕਾਰ ਵੀ ਜਿਹੜੇ ਹੈਗੇ ਇਹਨਾਂ ਦੇ ਮੂਹਰੇ ਮੈਕ ਲੈ ਕੇ ਬਹਿ ਜਾਂਦੇ, ਸਾਨੂੰ ਵੀ ਨਾਲ ਗਾਲਾਂ ਕੱਢਦੇ, ਤੇ ਉਹ ਲੋਕਾਂ ਲਈ ਤੁਸੀਂ ਦਾਵਾ ਕਰਦੇ ਹੋ ਜਿਹੜੇ ਦੁਖੀ ਹੋਏ ਹੁਣ ਇਹ ਸਾਰੀ ਚੀਜ਼ਾਂ ਤੋਂ, ਵੀ ਤੁਹਾਡੇ ਕੋਲ ਆਉਣ, ਤੁਸੀਂ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹੋ। ਕਿ ਕਦੀ ਕਿਸੇ ਨਾਲ ਫਰਾਡ ਹੋਵੇ, ਧੋਖਾ ਹੋਵੇ, ਜਿਹੜੀ ਚੀਜ਼ ਅਸੀਂ ਦਿਖਾਈਏ ਅਸੀਂ ਲੋਕਾਂ ਤੱਕ ਸੱਚ ਲੈ ਕੇ ਆਈਏ। ਇਸੇ ਕਰਕੇ ਮੈਂ ਤੁਹਾਡੇ ਮੂੰਹ ਇਹ ਗੱਲ ਕਰਾ ਰਿਹਾ ਕਿ ਕੱਲ੍ਹ ਨੂੰ ਕੋਈ ਤੁਹਾਨੂੰ ਕਲੇਮ ਨਹੀਂ ਕਰ ਸਕਦਾ ਇੱਥੇ ਆ ਕੇ ਕਿ ਤੁਸੀਂ ਫਰਾਡ ਕੀਤਾ ਕਿਸੇ ਨਾਲ। ਧੁੰਨੀ ਵਾਲੀ ਦਵਾਈ ਦੀ ਛੱਡੋ ਗੱਲ ਤੁਸੀਂ, ਇਹ ਤਾਂ ਅਸੀਂ ਜਿੰਨੀ ਮਰਜ਼ੀ ਵੇਚਦੀ ਹੈ, ਜਿਹੜੇ ਮਰਜ਼ੀ ਸੈਲੀਬ੍ਰਿਟੀ ਦੇ ਹੱਥ 'ਚ ਫੜਾ ਕੇ ਕਿਉਂ ਨਹੀਂ ਵਿਕਦੀ? ਸਭ ਵਿਕਦਾ, ਮਾਰਕੀਟ ਦੇ ਵਿੱਚ ਸਵਾਹ ਵੀ ਵਿਕ ਰਹੀ ਆ। ਇੰਗਲਿਸ਼ ਮੈਡੀਸਿਨ ਦੇਖੋ, ਪਹਿਲਾਂ ਕਿਸੇ ਟਾਈਮ 'ਚ 100 mg ਦੀ ਗੋਲੀ ਨਾਲ ਦਰਦ ਬੰਦ ਹੁੰਦਾ ਤਾਂ, ਅੱਜ 1000 mg ਦੀ ਗੋਲੀ ਵੀ ਆ ਗਈ, ਪਰ ਸਾਡੀ ਬੋਡੀ ਨੂੰ ਫਿਰ ਵੀ ਰਾਹਤ ਨਹੀਂ ਹੈਗੀ। ਕਿੱਥੋਂ ਇੰਟਰੋਡਿਊਸ ਹੋ ਗਈ ਇਹ ਨਾਭੀ ਅੰਮ੍ਰਿਤ ਜਿਹੜਾ ਹੈਗਾ? ਫਿਰ ਆਯੁਰਵੇਦ ਨਾਲ ਸੰਬੰਧ ਹੈਗਾ ਨਾਭੀ ਅੰਮ੍ਰਿਤ? ਹੁਣ ਤਾਂ ਲੋਕਾਂ ਨੂੰ ਇੰਨਾ ਗਿਆਨ ਹੋ ਗਿਆ ਵਾ ਨਾ, ਅੱਧੇ ਦੁਨੀਆ ਡਾਕਟਰ ਬਣ ਗਈ ਵੀ ਆ ਦਵਾਈਆਂ ਖਾ ਖਾ ਕੇ। ਮੈਂ ਫਾਰ ਬੈਟਰ ਹਾਂ ਉਹਦੇ ਨਾਲੋਂ ਵੀ, ਡਾਇਲਿਸਿਸ ਨਾਲੋਂ ਵੀ ਫਾਰ ਬੈਟਰ। ਜਿੰਨੀ ਪੁਰਾਣੀ ਲਿਫਾਫੇ ਦੇ ਵਿੱਚ ਚੀਜ਼ ਆ, ਜਿੰਨੇ ਘੰਟੇ ਪੁਰਾਣੀ, ਉਹਨੂੰ ਪਚਣੇ ਨੂੰ ਉਨੇ ਘੰਟੇ ਲੱਗਣੇ ਆ। ਇਹ ਗੱਲ ਨੋਟ ਕਰ ਲਿਓ। ਇਹ ਕੋਈ ਜਾਦੂ ਨਹੀਂ ਹੈਗਾ ਜਨਾਬ, ਨਬਜ਼ ਦੇਖ ਕੇ ਕਰਨਾ, ਕੋਈ ਜਾਦੂ ਨਹੀਂ ਹੈਗਾ। ਅਸੀਂ ਸੋਚਦੇ ਹਾਂ ਵੀ ਬੰਦੇ ਨੇ ਨਬਜ਼ ਫੜੀ, ਵੀ ਉਹਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਬਵਾਸੀਰ ਹੈ, ਉਹਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਸਾਹ ਚੜ੍ਹਦਾ ਹੈ ਜਾਂ ਮੈਨੂੰ ਨੀਂਦ ਨਹੀਂ ਆਉਂਦੀ। ਆ ਦੇਖੋ, ਇਹ ਸਮਝਾਉਂਦੇ ਅਸੀਂ ਲੋਕਾਂ ਨੂੰ ਆ ਕੇ। ਆ ਪੰਜਾ ਬਣਿਆ ਬਾਈ, फायर, एयर, स्पेस, अर्थ, वाटर। पहले तो समस्या मेरे पैरों से स्मैल बहुत आनी थी जब जुत्ती खोलता था। अच्छा, मेरे लागे नहीं सी बैठ सकता कोई, ते हुण मेरे बिल्कुल ठीक है। जुत्ती खोलियो तो मैं देखना भी लागे बैठ सकदा मैं कि नहीं। गोडियां से मैं चल नहीं सी सकदा, कड़क कड़क हुंदी थी। अच्छा, हुण गोडियां से भी चलदा फिरदा। ਉਹਨਾਂ ਬੰਦਿਆਂ ਦੇ ਖੜੇ ਕੀਤੇ ਹੋਏ ਬੰਦੇ ਹੁੰਦੇ ਆ ਆਪਣੇ ਹੀ, ਤੇ ਉਹਨਾਂ ਨੂੰ ਬੁਲਾ ਲੈਂਦੇ, ਫਿਰ ਉਹ ਕਹਿੰਦੇ ਕਿ ਪਹਿਲਾਂ ਮੈਂ ਬਹੁਤ ਬਿਮਾਰ ਸੀ, ਹੁਣ ਮੈਂ ਠੀਕ ਹੋ ਗਿਆ। ਅਸੀਂ ਆਪਣੇ ਦਰਸ਼ਕਾਂ ਨੂੰ ਝੂਠ ਨਹੀਂ ਦਿਖਾਉਣਾ ਚਾਹੁੰਦੇ। ਜੋ ਤੁਸੀਂ ਕਹਿ ਰਹੇ ਹੋ ਇਸ ਗੱਲ ਦੀ ਗਾਰੰਟੀ ਲੈਂਦੇ ਹੋ, ਬਿਲਕੁਲ ਸੱਚ ਹੈ ਇਹ ਜਿਹੜੀ ਗੱਲ ਤੁਸੀਂ। ਹਾਂਜੀ, ਇਹ ਬਿਲਕੁਲ ਸੱਚ ਹੈ ਜੀ। ਕਰੀ ਆ, ਮਤਲਬ ਕਹਿਣ ਦਾ ਵੀ WHO ਨੇ ਦੇਖ ਲਿਓ YouTube ਪੜ੍ਹ ਕੇ, 2030 ਤੱਕ 70% ਭਾਰਤੀਆਂ ਨੂੰ ਕੈਂਸਰ ਔਰ ਡਾਇਬਟੀਜ਼ ਹੋ ਜਾਣੀ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਸਿਹਤ ਇਨਸਾਨ ਦਾ ਵਡਮੁੱਲਾ ਖਜ਼ਾਨਾ ਹੈ। ਸਿਹਤ ਸਭ ਤੋਂ ਕੀਮਤੀ ਚੀਜ਼ ਹੈ ਦੁਨੀਆ ਦੇ ਉੱਤੇ, ਪਰ ਜਦੋਂ ਸਿਹਤ ਵਿਗੜ ਜਾਂਦੀ ਹੈ ਤਾਂ ਇਨਸਾਨ ਫਿਰ ਹਰ ਪਾਸੇ ਭੱਜਦਾ ਹੈ ਕਿ ਕਿਸੇ ਤਰ੍ਹਾਂ ਉਸ ਸਿਹਤ ਨੂੰ ਤੰਦਰੁਸਤ ਕੀਤਾ ਜਾਵੇ। ਤਾਂ ਉਹਦੇ ਲਈ ਬਹੁਤ ਸਾਰੀਆਂ ਪੱਧਤੀਆਂ ਜਿਹੜੀਆਂ ਹੈਗੀਆਂ ਇਲਾਜ ਕਰਨ ਦੇ ਲਈ ਚੱਲਦੀਆਂ ਹੈ। ਐਲੋਪੈਥੀ ਹੈ, ਹੋਮਿਓਪੈਥੀ ਹੈ, ਆਯੁਰਵੇਦ ਹੈ। ਪਰ
ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਆਯੁਰਵੇਦ ਵੱਲ ਮੁੜਨਾ ਸ਼ੁਰੂ ਕੀਤਾ ਹੈ, ਪਰ ਕਿਤੇ ਨਾ ਕਿਤੇ ਸਮਝ ਨਹੀਂ ਲੋਕਾਂ ਨੂੰ ਆਉਂਦਾ ਕਿ ਆਯੁਰਵੇਦ ਵੱਲ ਵੀ ਜੇ ਕੋਈ ਜਾਵੇ ਤਾਂ ਕਿਸ ਤਰ੍ਹਾਂ ਜਾਵੇ, ਕਿਉਂਕਿ ਬਹੁਤ ਸਾਰੀਆਂ, ਜੇ ਅਸੀਂ ਇਹ ਕਹਿ ਲਈਏ ਕਿ ਹੁਣ ਦੁਕਾਨਾਂ ਹੀ ਖੁੱਲ੍ਹ ਗਈਆਂ ਲੋਕਾਂ ਦਾ ਇਲਾਜ ਕਰਨ ਦੀਆਂ, ਤਾਂ ਬਹੁਤ ਸਾਰੀਆਂ ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਕਿਸ ਪਾਸੇ ਅਸੀਂ ਜਾਈਏ, ਕਿਸ ਪਾਸੇ ਨਾ ਜਾਈਏ, ਅਤੇ ਇਲਾਜ ਸਰੀਰ ਤੰਦਰੁਸਤ ਹੋਵੇ ਕਿੱਦਾਂ, ਬਹੁਤ ਸਾਰੀਆਂ ਪੱਧਤੀਆਂ, ਅਤੇ ਉਹਦੇ ਨਾਲ ਹੀ ਇੱਕ ਨਾਭੀ ਦੇ ਵਿੱਚ ਬੂੰਦਾਂ ਪਾਉਣ ਵਾਲੀ ਜਿਹੜੀ ਪੱਧਤੀ ਹੈਗੀ ਹੈ ਉਹ ਚੱਲਦੀ ਹੈ, ਅਤੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਬਹੁਤ ਸਾਰੇ ਲੋਕਾਂ ਨੇ ਸੁਣਿਆ ਵੀ ਹੋਊਗਾ। ਤਾਂ ਉਹਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਨੀ ਹੈ, ਤੁਹਾਡੇ ਸਵਾਲ ਵੀ ਰੱਖਾਂਗੇ ਅਤੇ ਬਹੁਤ ਸਾਰੀਆਂ ਹੋਰ ਗੱਲਾਂ ਵੀ ਕਰਾਂਗੇ ਜਿਨ੍ਹਾਂ ਦਾ ਉਮੀਦ ਕਰਦੇ ਹਾਂ ਲੋਕਾਂ ਨੂੰ ਫਾਇਦਾ ਵੀ ਮਿਲੂਗਾ। ਸਾਡੇ ਨਾਲ ਨੇ ਕੁੰਦਨ ਸਿੰਘ ਧਮਾਨ ਜੀ, ਅਤੇ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ ਜੀ। ਹੋਰ ਠੀਕ ਠਾਕ ਹੈ ਤੁਸੀਂ? ਬਹੁਤ ਵਧੀਆ, ਤੁਸੀਂ ਸੁਣਾਓ ਜੀ? ਬਸ ਬਹੁਤ ਵਧੀਆ ਜੀ। ਸਹੀ ਹੈ। ਬਹੁਤ ਸਾਰੇ ਲੋਕ ਜਿਹੜੇ ਹੈਗੇ, ਸਿਹਤ ਹੁਣ ਜਿਹੜੀ ਬਹੁਤ ਲੋਕਾਂ ਦੀ ਵਿਗੜ ਗਈ, ਅਤੇ ਜਦੋਂ ਸਿਹਤ ਵਿਗੜ ਜਾਂਦੀ ਹੈ, ਬੰਦਾ ਦੁਖੀ ਹੁੰਦਾ ਤਾਂ ਹਰ ਪਾਸੇ ਉਹ ਭੱਜਦਾ, ਅਤੇ ਹੁਣ ਇਹ ਜਿਹੜਾ ਨਾਭੀ 'ਚ ਬੂੰਦਾਂ ਪਾਉਣ ਵਾਲੀ ਗੱਲ ਸ਼ੁਰੂ ਆਉਂਦੀ ਹੈ, ਲੋਕਾਂ ਦੇ ਧਿਆਨ 'ਚ ਆਉਂਦੀ ਹੈ। ਸੋਸ਼ਲ ਮੀਡੀਆ ਦਾ ਜ਼ਮਾਨਾ ਬਹੁਤ, ਹੁਣ ਤਾਂ ਦੁਕਾਨਾਂ ਖੁੱਲ੍ਹ ਗਈਆਂ, ਲੋਕ ਜਾਵੇ ਕਿੱਥੇ, ਅਤੇ ਲੋਕ ਇਹ ਵੀ ਗੱਲਾਂ ਕਰਦੇ ਆ, ਅਤੇ ਜਦੋਂ ਕਮੈਂਟ ਬਾਕਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਕੋਈ ਕਹਿੰਦਾ ਮੈਂ 3 ਸ਼ੀਸ਼ੀਆਂ ਵਰਤ ਲਈਆਂ, ਕੋਈ ਕਹਿੰਦਾ 4 ਵਰਤ ਲਈਆਂ, ਅਤੇ ਫਾਇਦਾ ਕਿਉਂ ਨਹੀਂ ਹੋ ਰਿਹਾ ਲੋਕਾਂ ਨੂੰ? ਦੇਖੋ, ਪਹਿਲੀ ਗੱਲ ਤਾਂ ਵੀ ਇਹ ਮਤਲਬ ਇੱਥੇ ਪਾਇਰੇਸੀ ਜਾਂ ਕਾਪੀ ਬਹੁਤ ਹੁੰਦੀ ਆ ਆਪਣੇ ਇਹਦੇ, ਹੈ ਨਾ। ਹੁਣ ਅਸੀਂ ਪਿੱਛੇ ਜੇ ਦੇਖਿਆ ਵੀ ਸੇਮ ਡੱਬੀ ਹੈ, ਸੇਮ ਮੈਡੀਸਿਨ ਹੈ ਨਾ, ਸਭ ਕੁਝ ਸੇਮ, ਪਰ ਅੰਦਰ ਕੁਝ ਹੋਰ ਹੈ, ਸਭ ਕਾਪੀ ਹੁੰਦਾ ਹੈ। 2019 'ਚ ਮੈਡੀਸਿਨ ਪਾਸ ਹੋਈ ਸੀ ਨਾਭੀ ਅੰਮ੍ਰਿਤ, ਉਸ ਤੋਂ ਬਾਅਦ ਹੁਣ ਤੁਸੀਂ YouTube 'ਤੇ ਦੇਖਦੇ ਧੁੰਨੀ ਵਾਲੇ ਤੇਲ ਨੂੰ ਲੈ ਕੇ ਕਿੰਨੇ ਬੰਦੇ ਕੰਮ ਕਰਨ ਲੱਗ ਗਏ ਜਾਂ ਕਰਦੇ ਆ। ਚੰਗੀ ਗੱਲ ਹੈ ਇਹ, ਪਰ ਅਸੀਂ ਇੱਦਾਂ ਕਹਿੰਦੇ ਆ ਵੀ ਸਾਡੇ ਕੋਲ ਆਉਣੇ ਤੋਂ ਪਹਿਲਾਂ ਤੁਸੀਂ 15-20 ਦਿਨ ਆਪਣੀ ਧੁੰਨੀ ਨੂੰ ਸਰੋਂ ਦਾ ਤੇਲ ਜਾਂ ਦੇਸੀ ਘੀ ਲਾਓ, ਵੀ ਸਵੇਰੇ ਸਰੋਂ ਦਾ ਤੇਲ ਲਾ ਲਓ ਜਾਂ ਰਾਤ ਨੂੰ ਦੇਸੀ ਘੀ ਲਾ ਲਓ, ਜਾਂ ਰਾਤ ਨੂੰ ਸਰੋਂ ਦਾ ਤੇਲ ਲਾ ਲਓ, ਸਵੇਰੇ ਦੇਸੀ ਘੀ ਲਗਾ ਲਓ। 20 ਦਿਨ ਇਹ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕੁਛ ਵੀ ਕੋਈ ਚੇਂਜਸ ਹੋਈ ਆ ਬੋਡੀ ਦੇ ਵਿੱਚ, ਫਿਰ ਆਓ ਸਾਡੇ ਕੋਲ, ਹੈ ਨਾ, ਫਿਰ ਮੈਡੀਸਿਨ ਲੈ ਜਾਓ ਸਾਡੀ। ਅਤੇ ਜਿਹੜੇ ਬੰਦੇ ਮਤਲਬ, ਫਿਰ ਅਸੀਂ ਇਹ ਵੀ ਗੱਲ ਕਹਿੰਦੇ ਠੋਕੇ ਕਿ 90 ਦਿਨ ਬਾਅਦ ਇਹਦਾ ਇਫੈਕਟ ਪੈਣਾ ਸ਼ੁਰੂ ਹੁੰਦਾ ਹੈ। ਇਹ ਕੋਰਸ ਹੈ 6 ਤੋਂ 12 ਮਹੀਨੇ ਦਾ। ਆਯੁਰਵੇਦ ਦੇ ਕੋਰਸ ਲੰਬੇ ਹੁੰਦੇ ਆ, ਪਰ ਸਾਨੂੰ ਇੰਨਾ ਤਾਂ ਬਲੀਵ ਆ ਨਾ ਸਭ ਨੂੰ ਵੀ ਜੜ ਜਿਹੜੀ ਆ ਨਾ ਆਯੁਰਵੇਦ ਨਾਲੇ ਪੱਟ ਹੁੰਦੀ ਆ ਰੋਗ ਦੀ। ਅਤੇ ਆਪਾਂ ਇਹੀ ਕਹਿੰਦੇ ਵੀ 6 ਤੋਂ 12 ਮਹੀਨੇ ਦਾ ਇਹ ਕੋਰਸ ਹੈ। ਮੰਨ ਲਓ ਕਿਸੇ ਦਾ ਰੋਗ 20 ਸਾਲ ਪੁਰਾਣਾ ਹੈ ਤਾਂ ਉਹਨੂੰ 20 ਮਹੀਨੇ ਤਾਂ ਨੋਰਮਲੀ ਲੱਗਣੇ ਆ, ਕੋਈ ਜਾਦੂ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਦਿੱਤੀ ਪੁੜੀ ਔਰ ਉਹ ਅੰਦਰ ਗਈ ਜਾਦੂ ਹੋ ਗਿਆ ਵੀ ਬੰਦਾ ਠੀਕ, ਹੈ ਨਾ। ਜੋ ਜਾਦੂ ਜਾਂ ਅਸੀਂ ਇਹ ਚੀਜ਼ ਦੀ ਉਮੀਦ ਕਰਦੇ ਹਾਂ, ਐਸਾ ਕੁਛ ਨਹੀਂ ਹੈ। ਅੱਜ ਦੇ ਟਾਈਮ ਦੇ ਵਿੱਚ ਕਲਯੁਗ ਹੈ, ਠੀਕ ਹੈ ਨਾ, ਕੋਈ ਚਮਤਕਾਰ ਨਹੀਂ ਹੋਣਾ ਹੈਗਾ, ਕਿਸੇ ਨੇ ਤੁਹਾਨੂੰ ਠੀਕ ਨਹੀਂ ਕਰਨਾ ਹੈਗਾ, ਤੁਸੀਂ ਆਪਣੇ ਆਪ ਨੂੰ ਆਪ ਠੀਕ ਕਰ ਸਕਦੇ ਆ। ਪਰਮਾਤਮਾ ਨੇ ਪਹਿਲਾਂ ਹੀ ਸਾਡੇ ਅੰਦਰ ਉਹ ਤਾਕਤ ਪਾਈ ਹੋਈ ਹੈ, ਬਸ ਸਾਨੂੰ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਸਾਡੀਆਂ ਦਿਨਚਰਿਆ ਕਿਆ ਹੈ, ਸਾਡੇ ਵਿਚਾਰ ਹੈ, ਸਾਡਾ ਫਿਊਚਰ ਤੈਅ ਕਰਦੇ ਆ। ਸਾਡੀ ਮਤਲਬ ਸਾਡੀ ਸੋਚ ਨਾਲ ਹੀ ਅਸੀਂ ਬਿਮਾਰ ਹੁੰਦੇ ਆ। ਸਾਡੀ ਸੋਚ ਇੱਕ ਐਸੀ ਆ, ਮਤਲਬ ਅਸੀਂ ਉਹਦੇ ਨਾਲ ਠੀਕ ਵੀ ਹੋ ਸਕਦੇ ਆ ਬਿਨਾਂ ਕੋਈ ਦਵਾਈ ਖਾਧੇ ਵੀ ਹੁੰਦਾ। ਇਹ ਪ੍ਰੈਕਟੀਕਲੀ ਕਰਕੇ ਦੇਖਣ, ਬਲੀਵ ਕਰਨ ਕੁਦਰਤ 'ਤੇ ਔਰ ਆਪਣੇ ਆਪ 'ਤੇ ਔਰ ਆਪਣੀ ਜੋ ਇਮਾਨਦਾਰੀ ਹੈ, ਹੋਨੈਸਟੀ ਹੈ, ਉਸ 'ਤੇ। ਡਾਕਟਰ ਦੀ ਲੋੜ ਸਾਨੂੰ ਕਦ ਪੈਂਦੀ ਆ, ਔਰ ਡਾਕਟਰ ਜਦ ਕਹਿੰਦਾ ਸਾਨੂੰ ਜੂਸ ਪੀਣੇ ਨੂੰ, ਅਸੀਂ ਜਦ ਜੂਸ ਪੀਂਦੇ ਆ। ਗੋਲ ਗੱਪੇ ਖਾਣੇ ਨੂੰ ਸਾਨੂੰ ਕੋਈ ਨਹੀਂ ਕਹਿੰਦਾ ਹੈਗਾ। ਰੇਹੜੀਆਂ 'ਤੇ ਖੜ੍ਹ ਕੇ ਅਸੀਂ ਖਾਂਦੇ ਆ ਫਰੂਟ ਚਾਟ, ਗੋਲ ਗੱਪੇ, ਪਤਾ ਨਹੀਂ ਕਿਆ ਕਿਆ ਕਹਿੰਦੇ ਆ, ਮੋਮੋਸ, ਹੈ ਨਾ, ਅੱਲਮ ਗੱਲਮ। ਜਦ ਕਰੋਨਾ ਕਾਲ ਲੱਗਿਆ ਤਾਂ ਉਸ ਟਾਈਮ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ। 3 ਮਹੀਨੇ ਲੋਕ ਘਰਾਂ ਦੇ ਵਿੱਚ ਰਹਿ ਕੇ ਗਰਮ ਪਾਣੀ ਪੀਤਾ, ਨਾਲੇ ਪੀਤੀ ਹਲਦੀ ਦਾ ਪਾਣੀ, ਹਲਦੀ ਵਾਲਾ ਦੁੱਧ ਪੀਤਾ, ਚਾਹ ਪੀਤੀ, ਜੜੀ ਬੂਟੀਆਂ ਪਾ ਕੇ। ਉਸ ਟਾਈਮ ਹੌਸਪੀਟਲ ਉਹੀ ਹੋ ਤੇ ਜਿਹੜੇ ਬੰਦ ਪਏ ਤੇ। ਉਸ ਟਾਈਮ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਆਈ ਨਹੀਂ, ਨਾ ਕੋਈ ਐਮਰਜੈਂਸੀ ਖੁੱਲੀਆਂ ਸੀ, ਨਾ ਕੋਈ ਗਿਆ, ਨਾ ਐਮਰਜੈਂਸੀ ਖੁੱਲੀ, ਨਾ ਕੋਈ ਗਿਆ, ਹੈ ਨਾ। ਕਿੱਡੀ ਬੜੀ ਗੱਲ ਹੈ, ਅਸੀਂ ਭੁੱਲ ਗਏ, ਇੰਨੀ ਛੇਤੀ ਭੁੱਲ ਗਏ ਏਡੀ ਬੜੀ ਮਹਾਮਾਰੀ ਨੂੰ ਅਸੀਂ, ਹੈ। ਮਤਲਬ ਘਰੇ ਲੋਕ ਠੀਕ ਹੋ ਗਏ ਆਪਣੇ, ਬੁਖਾਰ ਬਖੂਰ ਤਾਂ ਖੰਘ ਵੀ ਨਹੀਂ ਹੋਈ ਕਿਸੇ ਨੂੰ, ਕਿਉਂਕਿ ਸਾਨੂੰ ਡਰ ਤਾ ਵੀ ਅਸੀਂ ਕੋਈ ਐਲਰਜੀ ਨਾ ਕਰਦੇ ਜਿਹਦੇ ਕਰਕੇ ਸਾਨੂੰ ਪੈਕ ਹੋਣਾ ਪੈ ਜਾਵੇ ਔਰ ਸਾਡਾ ਸੰਸਕਾਰ ਕਰ ਦੇਣਾ ਉਹਨਾਂ ਨੇ ਬਿਨਾਂ ਦੱਸੇ, ਸਾਨੂੰ ਬਿਨਾਂ ਘਰਦਿਆਂ ਨੂੰ ਮਿਲਾਏ, ਕਿਉਂਕਿ ਸਾਨੂੰ ਡਰ ਤਾ ਨਾ। ਹੁਣ ਉਹ ਡਰ ਕਿੱਥੇ ਚਲ ਗਿਆ? ਉਹ ਡਰ ਕਾਇਮ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ। ਪਰਮਾਤਮਾ ਨੇ ਬੜੀ ਕਹਿੰਦੇ ਨੇ ਵੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ,
84 ਲੱਖ ਜੂਨਾਂ ਤੋਂ ਬਾਅਦ ਇਹ ਸਰੀਰ ਮਿਲਿਆ ਵਾ ਸਾਨੂੰ। ਅਸੀਂ ਗੰਦ ਮੰਦ ਸਭ ਅੰਦਰੇ ਸਿੱਟੀ ਜਾਂਦੇ ਆ, ਕੋਈ ਸਾਨੂੰ ਇਹਦਾ ਪਤਾ ਨਹੀਂ ਹੈਗਾ। ਐਡੇ ਸੈਂਸਰ ਲਾਏ ਵੇ ਪ੍ਰਮਾਤਮਾ ਨੇ ਬੋਡੀ ਦੇ ਵਿੱਚ। ਸਭ ਤੋਂ ਪਹਿਲਾਂ ਸਾਡੇ ਬੁੱਲ ਸੰਕੇਤ ਦਿੰਦੇ ਆ ਸਾਨੂੰ, ਜਦ ਗਰਮੀ ਹੁੰਦੀ ਆ, ਜਿਗਰ ਖਰਾਬ ਹੁੰਦਾ ਸਾਡਾ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਅੰਗ, ਸਭ ਤੋਂ ਨਰਮ ਬੁੱਲ ਫਟਣੇ ਸ਼ੁਰੂ ਹੁੰਦੇ ਸਾਡੇ। ਅਸੀਂ ਕੀ ਕਰਦੇ ਆ, ਲਿਪ ਗਾਰਡ ਲਾ ਲੈਂਦੇ ਆ, ਮਲਾਈ ਲਾ ਲੈਂਦੇ ਆ, ਘੇ ਲਾ ਲੈਂਦੇ ਆ, ਕਰੀਮ ਲਾ ਲੈਂਦੇ ਆ, ਬਸ ਜੀ ਸਹੀ ਹੋ ਗਏ। ਅਗਲਾ ਸਿਗਨਲ ਆਂਦਾ ਵੀ ਛਾਲਾ ਹੋ ਗਿਆ ਮੂੰਹ ਦੇ ਵਿੱਚ, ਮੂੰਹ ਪੱਕਣਾ ਸ਼ੁਰੂ ਹੋ ਗਿਆ। ਅਸੀਂ ਕੀ ਕਰਦੇ ਆ, ਗਲੈਸਰੀਨ ਲਵਾ ਲੈਂਦੇ ਆ, ਹੈ ਮਤਲਬ ਬੀਕਾਸੋਲ ਦੇ ਕੈਪਸੂਲ ਖਾ ਲੈਂਦੇ ਆ, ਚਲੋ ਜੀ ਠੀਕ ਹੋ ਗਿਆ। ਬੁੱਲਾਂ ਨੇ ਦੱਸਿਆ ਵੀ ਗਰਮੀ ਹੋਈ, ਇਗਨੋਰ ਕਰਿਆ, ਮੂੰਹ 'ਚ ਛਾਲੇ ਹੋਏ, ਇਗਨੋਰ ਕਰਿਆ, ਫਿਰ ਐਸਿਡ ਬਣਨ ਲੱਗਿਆ, ਇਗਨੋਰ ਕਰਿਆ, ਫਿਰ ਕਬਜ਼ ਹੋਣ ਲੱਗੀ। ਠੀਕ ਹੈ, ਸ਼ੁਰੂ ਹੋ ਗਿਆ ਨਾ ਕੰਮ। ਵੱਧਦਾ ਕਈਆਂ ਨੂੰ ਕੈਂਸਰ ਹੋ ਜਾਂਦਾ ਹੈ, ਕਈਆਂ ਨੂੰ ਹਾਰਟ ਪ੍ਰੋਬਲਮ ਹੋ ਜਾਂਦੀ ਹੈ, ਕਈਆਂ ਨੂੰ ਸਕਿਨ ਪ੍ਰੋਬਲਮ ਹੋ ਜਾਂਦੀ ਹੈ, ਕਈਆਂ ਨੂੰ ਸ਼ੂਗਰ ਹੋ ਜਾਂਦੀ ਹੈ, ਕਈਆਂ ਨੂੰ ਗੋਡੇ ਗਠੀਆ ਹੋ ਜਾਂਦਾ ਹੈ, ਸਰਵਾਈਕਲ ਹੋ ਜਾਂਦਾ ਹੈ। ਲੇਕਿਨ ਇਨਬੈਲੈਂਸ ਕਿਆ ਹੋਇਆ? ਇਨਬੈਲੈਂਸ ਹੋਏ ਸਾਡੇ 5 ਤੱਤ। ਧੁੰਨੀ ਵਾਲੀ ਦਵਾਈ ਦੀ ਛੱਡੋ ਗੱਲ ਤੁਸੀਂ, ਇਹ ਤਾਂ ਅਸੀਂ ਜਿੰਨੀ ਮਰਜ਼ੀ ਵੇਚਦੀ ਹੈ, ਜਿਹੜੇ ਮਰਜ਼ੀ ਸੈਲੀਬ੍ਰਿਟੀ ਦੇ ਹੱਥ 'ਚ ਫੜਾ ਕੇ, ਕਿਉਂ ਨਹੀਂ ਵਿਕਦੀ? ਸਭ ਵਿਕਦਾ ਮਾਰਕੀਟ ਦੇ ਵਿੱਚ। ਸਵਾਹ ਵੀ ਵਿਕ ਰਹੀ ਆ, ਵਿਕ ਰਹੀ ਨਾ, ਫੱਕ ਵਿਕ ਰਹੀ ਆ, ਫੱਕ। ਸਾਨੂੰ ਪਤਾ ਕਿੱਦਾਂ ਵਿਕ ਰਹੀ ਹੈ, ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿੱਦਾਂ ਵਿਕ ਰਹੀ ਆ। ਬੜੇ ਬੜੇ ਟਰਾਲੇ ਭਰ ਕੇ ਜਾਂਦੇ ਆ ਇੰਡਸਟਰੀ ਏਰੀਆ। ਪਰ ਗੱਲ ਇਹ ਹੈ ਨਾ, ਇਹ ਕਹਿੰਦੇ ਆਯੁਰਵੇਦ ਤਾਂ ਬਹੁਤ ਲੋਕ ਕਹਿੰਦੇ ਬੜਾ ਪੁਰਾਣਾ ਹੈ, ਸਦੀਆਂ ਪੁਰਾਣਾ, ਸਾਲਾਂ, ਕਈ ਸੌ ਸਾਲ ਪੁਰਾਣਾ। 3-4 ਸਾਲਾਂ ਤੋਂ ਕਿੱਥੋਂ ਇੰਟਰੋਡਿਊਸ ਹੋ ਗਈ ਇਹ ਨਾਭੀ ਅੰਮ੍ਰਿਤ ਜਿਹੜਾ ਹੈਗਾ? ਫਿਰ ਆਯੁਰਵੇਦ ਨਾਲ ਸੰਬੰਧ ਹੈਗਾ ਨਾਭੀ ਅੰਮ੍ਰਿਤ ਦਾ? ਦੇਖੋ, ਇਹ ਅਸੀਂ ਅੱਜ ਤੇ ਨਹੀਂ ਕਰ ਰਹੇ, ਸਾਨੂੰ ਕਾਫੀ ਸਾਲ ਹੋ ਗਏ, 12-13 ਤੋਂ ਕਰ ਰਹੇ ਅਸੀਂ। ਉਸ ਟਾਈਮ ਮੈਂ ਪਾਰਟ ਟਾਈਮ 'ਚ ਇਹ ਕਰਦਾ ਹੁੰਦਾ ਤਾਂ। ਸਾਡੇ ਇਲਾਕੇ ਵਾਲੇ ਨੂੰ ਸਭ ਨੂੰ ਪਤਾ ਮੇਰੇ ਬਾਰੇ, ਕੁੰਦਨ ਸਿੰਘ ਚੌਹਾਨ। ਤੁਹਾਨੂੰ ਕਿੱਥੋਂ ਮਿਲਦਾ, ਕਿੱਥੋਂ ਫਾਰਮੂਲਾ ਹੈ? ਫਾਰਮੂਲਾ ਆਉਂਦਾ ਕਿੱਥੋਂ? ਜ਼ਰੂਰਤ ਹੀ ਕਾਢ ਦੀ ਮਾਂ ਹੈ। ਜ਼ਰੂਰਤ ਹੀ ਕਾਢ ਦੀ ਮਾਂ ਹੈ। ਮੈਨੂੰ ਇੰਟਰਸਟ ਥਾ, ਜਿਹੜੇ ਟੀਚਰਸ ਨੇ ਮੈਨੂੰ ਪੜ੍ਹਾਇਆ ਹੋਇਆ ਹੈ ਉਹ ਮੈਨੂੰ ਜਾਣਦੇ ਆ। 2018 'ਚ ਸਾਨੂੰ ਡਰੱਗ ਲਾਇਸੈਂਸ ਮਿਲਿਆ। ਪਹਿਲਾਂ ਮੈਂ ਪਾਰਟ ਟਾਈਮ 'ਚ ਕਰਦਾ ਹੁੰਦਾ ਤਾਂ ਕਿਸੇ ਨੇ ਮਤਲਬ ਅਥੋਰਟੀ ਨਹੀਂ ਤੀ ਹੈਗੀ ਕੋਈ। ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਅੱਛਾ ਰਿਜ਼ਲਟ ਆ ਰਹੇ, ਲੋਕ ਠੀਕ ਹੋ ਰਹੇ, ਵੀ ਤੁਸੀਂ ਇਹਨੂੰ ਮਤਲਬ ਪਬਲਿਕਲੀ ਲੈ ਕੇ ਆਇਓ ਔਰ ਲੀਗਲੀ ਲੈ ਕੇ ਆਓ। ਤੇ ਕਰਦੇ ਕਰਾਂਦੇ 2018 'ਚ ਡਰੱਗ ਲਾਇਸੈਂਸ ਮਿਲਿਆ। ਨਾਭੀ ਅੰਮ੍ਰਿਤ ਪਾਸ ਹੋਣੇ ਨੂੰ ਸਾਲ ਲੱਗ ਗਿਆ। ਦਸੰਬਰ 2019 'ਚ ਪਾਸ ਹੋਈ। ਸਾਰੀਆਂ ਗਵਰਨਮੈਂਟ ਜਿਹੜੀਆਂ ਹੈਗੀਆਂ, ਗਵਰਨਮੈਂਟ ਦੀ ਸ਼ਰਤਾਂ ਪੂਰੀ ਕਰਦਾ ਨਾਭੀ ਅੰਮ੍ਰਿਤ ਜੀ। ਆਹ ਸਾਰੀਆਂ ਗਵਰਨਮੈਂਟ ਦੀਆਂ ਸ਼ਰਤਾਂ, ਆਹ ਲਾਇਸੈਂਸ ਨੰਬਰ ਸਭ ਲਿਖੇ ਹੋਏ ਆ ਇਸ ਦੇ ਉੱਤੇ, ਡੱਬੀ ਦੇ ਉੱਤੇ ਤੁਸੀਂ ਦੇਖ ਸਕਦੇ ਆ। ਮਾਰਕਾ ਹੈ, ਲੋਗੋ ਲੱਗਿਆ ਹੋਇਆ ਸਾਡਾ ਲੋਗੋ ਇਹ ਦਰਸਾ ਰਿਹਾ ਵੀ ਇਹ ਹਰਬਲ ਹੈ, ਇਹ ਆਯੁਰਵੇਦਿਕ ਹੈ। ਕਿਹੜੀ ਪੱਧਤੀ ਦੇ ਨਾਲ ਜੁੜਿਆ ਹੋਇਆ? ਆਯੁਰਵੇਦ ਨਾਲ ਜੁੜਿਆ ਹੋਇਆ, ਐਲੋਪੈਥੀ ਨਾਲ ਜੁੜਿਆ ਹੋਇਆ, ਹੋਮਿਓਪੈਥੀ ਨਾਲ? ਆਯੁਰਵੇਦ ਵਿੱਚ ਹੀ ਜੜ ਖਤਮ ਹੋ ਸਕਦੀ ਆ। ਸਾਨੂੰ ਜੜ ਕੱਢਣੀ ਪੈਣੀ ਹੈ। ਮੈਂ ਤੁਹਾਨੂੰ ਦੱਸਣਾ, ਉਹ ਬੂਟਾ ਜੜ ਤੇ ਕੱਟਤਾ, ਜੜ ਕੱਢਣੀ ਪੈਣੀ ਹੈ। ਜੜ ਕੌਣ ਕੱਢਦਾ ਹੈ? ਆਯੁਰਵੇਦ। ਆਯੁਰਵੇਦ ਨੂੰ ਅਪਣਾਓ, ਭਿਆਨਕ ਬਿਮਾਰੀਆਂ ਤੋਂ ਰਾਹਤ ਪਾਓ। ਗੌਰਮੈਂਟ ਵੀ ਕਹਿ ਰਹੀ ਆ ਹੁਣ। ਇੰਗਲਿਸ਼ ਮੈਡੀਸਿਨ ਦੇਖੋ, ਪਹਿਲਾਂ ਕਿਸੇ ਟਾਈਮ 'ਚ 100 mg ਦੀ ਗੋਲੀ ਨਾਲ ਦਰਦ ਬੰਦ ਹੁੰਦਾ ਤਾ, ਅੱਜ 1000 mg ਦੀ ਗੋਲੀ ਵੀ ਆ ਗਈ, ਪਰ ਸਾਡੀ ਬੋਡੀ ਨੂੰ ਫਿਰ ਵੀ ਰਾਹਤ ਨਹੀਂ ਹੈਗੀ। ਮੈਡੀਸਿਨ ਦਾ ਕੋਈ ਕਸੂਰ ਨਹੀਂ ਹੈਗਾ, ਇੰਗਲਿਸ਼ ਮੈਡੀਸਿਨ ਆਪਣੀ ਜਗ੍ਹਾ ਸਹੀ ਹੈ। ਇਹ ਐਕਸੀਡੈਂਟ ਹੋਇਆ, ਸੱਟ ਲੱਗ ਗਈ, ਤੁਰੰਤ ਲੈ ਜਾਓ, ਤੁਰੰਤ ਟਰੀਟਮੈਂਟ ਹੁੰਦਾ। ਅੰਗ ਐਂ ਜੋੜ ਦਿੱਤੇ ਜਾਂਦੇ ਆ, ਪਤਾ ਵੀ ਨਹੀਂ ਲੱਗਦਾ ਵੀ ਟੁੱਟਿਆ ਜਾਂ ਵੱਢ ਹੋਇਆ ਸੀ। ਟਾਂਕੇ ਜ਼ਰੂਰ ਲੱਗਦੇ ਆ, ਪਰ ਇੰਨੀ ਜ਼ਿਆਦਾ ਟੈਕਨੋਲੋਜੀ ਫਾਸਟ ਹੋ ਗਈ ਵੀ ਇਹ ਵੀ ਬਹੁਤ ਅੱਛਾ। ਇਹ ਅੱਜ ਦੇ ਯੁੱਗ ਦੇ ਵਿੱਚ ਬੜੀਆਂ ਬੜੀਆਂ ਮਸ਼ੀਨਾਂ ਆ ਗਈਆਂ, MRI, CT ਸਕੈਨ, ਬ੍ਰੇਨ ਦੀਆਂ ਸਾਰੀਆਂ ਆ ਜਾਂਦੀਆਂ ਰਿਪੋਰਟਾਂ। ਲੇਕਿਨ ਕੁਛ ਰੋਗ ਐਸੇ ਆ, ਕੁਛ ਬੰਦੇ ਐਸੇ ਆ, ਉਹ ਕਹਿੰਦੇ ਵੀ ਮੈਨੂੰ ਤਾਂ ਮੈਂ CT ਸਕੈਨ ਕਰਾ ਲਿਆ, MRI ਕਰਾ ਲਿਆ, ਪਰ ਰਿਪੋਰਟਾਂ 'ਚ ਕੁਛ ਨਹੀਂ ਆਇਆ ਹੈਗਾ, ਮੈਨੂੰ ਪ੍ਰੋਬਲਮ ਹੈ, ਮੈਨੂੰ ਨੀਂਦ ਨਹੀਂ ਆ ਰਹੀ। 10,000 ਦਾ 50,000 ਦਾ ਗੱਦਾ ਹੈਗਾ ਘਰੇ, ਪਰ ਨੀਂਦ ਨਹੀਂ ਹੈਗੀ। ਰਸੋਈ ਦੇ ਵਿੱਚ ਖਾਣੇ ਵਾਲਾ ਸਮਾਨ ਸਾਰਾ ਭਰਿਆ ਵਾ ਪਿਆ, ਕਾਜੂ ਬਦਾਮ, ਕਿਸ਼ਮਿਸ਼, ਅਲਮ ਗਲਮ, ਦੁਨੀਆ ਭਰ ਦਾ ਸਮਾਨ ਹੈ, ਪਰ ਭੁੱਖ ਨਹੀਂ ਲੱਗ ਰਹੀ। ਜਨਾਬ, ਇਹ ਇਸੇ ਚੀਜ਼ ਨਾਲ ਨਹੀਂ ਹੋਣਾ। ਨੀਂਦ ਵੀ ਮੁੱਲ ਦੀ ਆ, ਭੁੱਖ ਵੀ ਮੁੱਲ ਦੀ ਆ। ਫੱਕੀਆਂ ਖਾ ਕੇ ਤਾਂ ਸਾਨੂੰ ਭੁੱਖ ਲੱਗਦੀ ਆ, ਅਸੀਂ ਕਬਜ਼ ਦੀ ਫੱਕੀ, ਫਲਾਣੀ ਫੱਕੀ, ਇਹ ਉਹ ਖਾਈ ਜਾਂਦੇ ਆ। ਲੇਕਿਨ ਕਿਆ ਸਾਨੂੰ ਕਿਸੇ ਨੇ ਇਹ ਦੱਸਿਆ ਵੀ ਜੇ ਤੁਹਾਡੇ ਢਿੱਡ 'ਚ ਪ੍ਰੋਬਲਮ ਆ ਗਈ ਤਾਂ ਤੁਸੀਂ ਅਜਵਾਇਣ ਪੀਣਾ ਗਰਮ ਪਾਣੀ ਦੇ ਨਾਲ, ਅਜਵਾਇਣ, ਠੀਕ ਹੈ। ਜੇ ਮੰਨ ਲਓ 500 ml ਪਾਣੀ ਆ, 1 ਚਮਚਾ ਅਜਵਾਇਣ ਦਾ ਪਾਤਾ, ਮੈਂ ਐਗਜ਼ਾਮਪਲ ਦੇ ਰਿਹਾ। ਜਦ ਉਹ ਉਬਲ ਕੇ 250 ml ਰਹਿ ਗਿਆ, ਸਣੇ ਅਜਵਾਇਣ ਉਹਨੂੰ ਪੀ ਲਓ। ਜੇ 5 ਮਿੰਟ 'ਚ ਢਿੱਡ ਦਾ ਦਰਦ ਨਾ ਬੰਦ ਹੋਇਆ ਤਾਂ ਕਹਿ ਦਿਓ। ਇਹ ਆ ਆਯੁਰਵੇਦ ਦੀ ਤਾਕਤ। ਅਸੀਂ ਅਜਵਾਇਣ ਲੈਂਦੇ ਨੋਰਮਲ ਪਾਣੀ ਨਾਲ, ਸੌਂਫ ਵੀ ਇੱਦਾਂ ਹੀ ਨੋਰਮਲ ਹੈ, ਉਹ ਕੁਛ ਨਹੀਂ ਕਰਦੀ, ਉਹਨੂੰ ਗਰਮ ਪਾਣੀ ਦੀ ਲੋੜ ਹੈ।
ਔਰ ਅਸੀਂ ਮਤਲਬ ਜਿੱਥੇ ਸਾਨੂੰ ਗਰਮ ਖਾਣਾ ਚਾਹੀਦਾ ਉੱਥੇ ਠੰਡਾ ਕਰਤਾ ਵਾ, ਜਿੱਥੇ ਠੰਡਾ ਖਾਣਾ ਚਾਹੀਦਾ ਉੱਥੇ ਗਰਮ ਕਰਤਾ ਵਾ। ਹੁਣ ਅਸੀਂ ਕਹਿੰਦੇ ਵੀ ਧੁੰਨੀ ਵਿੱਚ ਦਵਾਈ ਪਾਓ, ਸਰੀਰ ਨੂੰ ਤੰਦਰੁਸਤ ਬਣਾਓ। ਕਿਉਂ? ਠੰਡੀਆਂ ਚੀਜ਼ਾਂ 12 ਵਜੇ ਤੋਂ ਪਹਿਲਾਂ ਖਾਓ, ਗਰਮ ਚੀਜ਼ਾਂ 3 ਵਜੇ ਤੋਂ ਬਾਅਦ ਖਾਓ। ਹੁਣ ਠੰਡੀ ਤਸੀਰ ਵਾਲੀ ਚੀਜ਼ਾਂ ਦੱਸੋ ਕਿਹੜੀਆਂ? ਦਹੀਂ, ਲੱਸੀ, ਰਾਇਤਾ, ਪਨੀਰ, ਆਈਸਕ੍ਰੀਮ, ਜੂਸ, ਸ਼ੇਕ, ਫਰੂਟ, ਇਹ 12 ਵਜੇ ਤੋਂ ਪਹਿਲਾਂ ਖਾਣੇ ਵਾਲੀਆਂ ਚੀਜ਼ਾਂ ਹੈ। ਇਹੀ ਸਾਰੀਆਂ ਚੀਜ਼ਾਂ ਅਸੀਂ ਰਾਤ ਨੂੰ ਖਾਂਦੇ ਆ। ਚੌਲ, ਰਾਇਤਾ, ਪਨੀਰ ਖਾਂਦੇ ਨਾ, ਆਈਸਕ੍ਰੀਮ। 3 ਵਜੇ ਤੋਂ ਬਾਅਦ ਖਾਣੇ ਵਾਲੀਆਂ ਚੀਜ਼ਾਂ ਕਿਹੜੀਆਂ? ਮੋਠਾਂ ਦੀ ਦਾਲ, ਬੈਂਗਣ, ਕਰੇਲੇ, ਲਸਣ ਪਿਆਜ਼ ਦੀ ਸਬਜ਼ੀ, ਟਮੈਟੋ ਸੂਪ, ਟਮੈਟੋ ਗਰਮ ਹੁੰਦਾ, ਟਮਾਟਰ। ਅਤੇ ਇਹ ਅਸੀਂ ਕਰਦੇ ਆ। ਇਹ ਸਾਡਾ ਖਾਣਾ ਪੀਣਾ ਸਹੀ ਨਹੀਂ ਹੈਗਾ। ਚੀਜ਼ਾਂ ਸਾਰੀਆਂ ਸਹੀ ਆ, ਪਰ ਕੁਛ ਚੀਜ਼ਾਂ ਗਲਤ ਵੀ ਹੈ ਜਿਹੜੀਆਂ ਟੀਕੇ ਲਾ ਕੇ ਆਉਂਦੀਆਂ। ਪੈਸਟੀਸਾਈਡ ਅਸੀਂ ਖਾਂਦੇ ਆ। ਫਿਰ ਕੁਛ ਅਸੀਂ RO ਦਾ ਪਾਣੀ ਪੀਂਦੇ ਆ, ਫਿਲਟਰ ਦਾ, ਹੈ ਨਾ। ਫਿਲਟਰ ਦਾ ਪਾਣੀ ਉਹਨਾਂ ਵਾਸਤੇ ਹੈ ਜਿੱਦਾਂ ਕੋਈ ਛੋਟਾ ਬੱਚਾ 6 ਮਹੀਨੇ ਦਾ ਜਾਂ 8-10 ਮਹੀਨੇ ਦਾ ਬੱਚਾ ਹੈ, ਉਹਨੂੰ ਦੇ ਸਕਦੇ ਆ, ਕਿਉਂਕਿ ਉਸ ਬੱਚੇ ਨੂੰ ਜੀਵਾਣੂ ਵਿਸ਼ਾਣੂ ਹੋਣ ਦਾ ਜ਼ਿਆਦਾ ਖਤਰਾ ਹੁੰਦਾ, ਹੈ ਨਾ। ਪਰ ਅਸੀਂ ਤਾਂ ਉਹੀ ਪਾਣੀ ਸਿੱਟ ਰਹੇ ਅੰਦਰ। TDS ਲੈਵਲ ਨਹੀਂ ਸਾਡੇ ਪਾਣੀ ਦਾ ਸਹੀ ਹੈਗਾ। 35, 40, 50, 70 ਤੱਕ ਹੁੰਦਾ ਹੈ। ਚੈੱਕ ਕਰਾ ਲਿਓ ਜਿੰਨੇ ਵੀ ਬੰਦੇ ਸੁਣ ਰਹੇ ਆਪਣੇ ਘਰਾਂ ਦਾ। 150 ਤੇ 200, 250 ਦੇ ਵਿੱਚ ਚਾਹੀਦਾ TDS ਲੈਵਲ। ਜਿੱਦਣ ਤੁਸੀਂ ਉਹ ਪਾਣੀ ਪੀਣਾ ਸ਼ੁਰੂ ਕਰਤਾ 1 ਮਹੀਨਾ, ਤਾਂ ਮਹੀਨੇ ਬਾਅਦ ਤੁਸੀਂ ਆਪੇ ਦੇਖ ਲਿਓ ਤੁਹਾਡਾ ਸਰੀਰ ਦਾ ਭਾਰ ਕਿੰਨਾ ਘਟ ਗਿਆ। ਲੋਕ ਕਹਿੰਦੇ ਐਕਸਰਸਾਈਜ਼ ਕਰੋ, ਜਾਂ ਦਵਾਈਆਂ ਪੱਧਤੀਆਂ ਵੈਦ ਵੀ ਦਿੰਦੇ ਸੀ, ਪੂੜੀਆਂ ਦਿੰਦੇ ਸੀ ਖਾਣ ਮੂੰਹ ਨਾਲ। ਕੋਈ ਕਹਿੰਦਾ ਦਵਾਈ ਖਾਣੀ ਆ, ਮੂੰਹ ਰਾਹੀਂ ਦਵਾਈ ਖਾਣੀ ਆ। ਇਹ ਨਵਾਂ ਫਿਰ ਕੰਮ ਧੁੰਨੀ ਨਾਲ ਕਿਉਂ? ਭਾਜੀ ਕੁਛ ਟਾਈਮ ਪਹਿਲਾਂ ਡਾਕਟਰ ਸਾਡੇ ਜਾਂ ਸਾਨੂੰ ਬੁਖਾਰ ਜਾਂ ਵਾਇਰਲ ਹੁੰਦਾ ਸੀਗਾ, ਸਾਨੂੰ 3-4 ਖੁਰਾਕਾਂ ਦਿੰਦੇ ਤੇ ਖਾਣੇ ਨੂੰ। ਅੱਜ ਤੇ 20-25 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ। ਮੇਰੀ ਉਮਰ 37 ਸਾਲ ਹੋ ਗਈ। ਤਾਂ ਇੱਕੋ ਖੁਰਾਕ ਖਾਣੀ ਪੈਂਦੀ ਤੀ ਜਨਾਬ। 3 ਖੁਰਾਕਾਂ ਦੀ ਲੋੜ ਹੀ ਨਹੀਂ ਤੀ ਪੈਂਦੀ, ਬੰਦਾ ਇੱਦਾਂ ਹੀ ਠੀਕ ਹੋ ਜਾਂਦਾ। ਤਾਂ ਹੁਣ 4 ਖੁਰਾਕਾਂ ਖਾ ਕੇ ਵੀ 4 ਡਾਕਟਰ ਬਦਲ ਕੇ ਵੀ ਬੰਦਾ ਨਹੀਂ ਠੀਕ ਹੋ ਰਿਹਾ। ਹੁਣ ਤਾਂ ਲੋਕਾਂ ਨੂੰ ਇੰਨਾ ਗਿਆਨ ਹੋ ਗਿਆ ਵਾ ਨਾ, ਅੱਧੇ ਦੁਨੀਆ ਡਾਕਟਰ ਬਣ ਗਈ ਵੀ ਆ ਦਵਾਈਆਂ ਖਾ ਕੇ। ਦਵਾਈਆਂ ਦਾ ਥੋੜ੍ਹੀ ਕਸੂਰ ਹੈ, ਕਸੂਰ ਸਾਡੇ ਖਾਣੇ ਪੀਣੇ ਦਾ ਏ। ਬੱਚੇ ਵੀ ਸਾਡੇ ਫਰੂਟ ਨਹੀਂ ਖਾਂਦੇ, ਸਭ ਦੂਏ ਸਿੰਥੈਟਿਕ ਪਦਾਰਥ ਖਾਂਦੇ ਆ, ਲਿਫਾਫਿਆਂ 'ਚ ਬੰਦ ਜਿਹੜਾ ਆਉਂਦਾ ਏ। ਜਿੰਨੀ ਪੁਰਾਣੀ ਲਿਫਾਫੇ ਦੇ ਵਿੱਚ ਚੀਜ਼ ਆ, ਜਿੰਨੇ ਘੰਟੇ ਪੁਰਾਣੀ, ਉਹਨੂੰ ਪਚਣੇ ਨੂੰ ਉਨੇ ਘੰਟੇ ਲੱਗਣੇ ਆ। ਇਹ ਗੱਲ ਨੋਟ ਕਰ ਲਿਓ। ਜਿੱਦਾਂ ਬ੍ਰੈਡ, ਡਬਲ ਰੋਟੀ, ਬਰਗਰ, ਫਲਾਣਾ ਧਮਕਾ, ਹੈ ਨਾ, ਜਿੰਨੇ ਘੰਟੇ ਉਹ ਪੁਰਾਣਾ ਬਣਿਆ ਵਾ ਉਹਨੂੰ ਉਨੇ ਘੰਟੇ ਪਚਣੇ ਨੂੰ ਲੱਗਣੇ ਆ। ਹਾਂ, ਅਸੀਂ ਜੇ ਉਹਦੇ ਨਾਲ ਕੋਕ ਪੀ ਲਿਆ ਜਾਂ ਕੋਈ ਸੋਡਾ ਪੀ ਲਿਆ, ਉਹਨੇ ਗਾਲ ਦੇਣਾ। ਭਾਜੀ ਗਾਲਣੇ 'ਚ ਔਰ ਪਚਾਣੇ 'ਚ ਫਰਕ ਹੈ ਨਾ। ਪਚਾਣਾ ਔਰ ਗਾਲਣਾ ਫਰਕ ਹੈ ਨਾ ਇਹਦੇ 'ਚ। ਸੋ ਇਹ ਹੈ ਚੀਜ਼ ਉਹ ਖਾਓ ਜਿਹੜੀ ਆਸਾਨੀ ਨਾਲ ਪਚ ਜਾਵੇ। ਖਾਓ, ਇਹਨਾਂ ਦਾ ਟਾਈਮ ਹੈ 3 ਵਜੇ ਤੱਕ ਖਾ ਲਓ ਜੇ ਖਾਣੇ ਆ, ਲੇਕਿਨ ਉਸ ਤੋਂ ਬਾਅਦ ਨਾ ਖਾਓ। ਪਰ ਅਸੀਂ ਖਾਂਦੇ ਹੀ ਸੰਝਾਂ ਨੂੰ ਆ ਸਾਰੇ ਇਹ ਚੀਜ਼ਾਂ। ਇਹ ਨਾਭੀ ਸ਼ਕਤੀ ਅੰਮ੍ਰਿਤ ਜਿਹੜਾ ਹੈਗਾ, ਇਹ ਕੰਮ ਕਿੱਦਾਂ ਕਰਦਾ? ਤਰੀਕਾ ਕੀ ਕੰਮ ਕਰਨ ਦਾ? ਦੇਖੋ, ਧੁੰਨੀ ਵਿੱਚ 3 ਬੂੰਦਾਂ ਪਾ ਕੇ ਸਿੱਧਾ ਲੇਟਣਾ ਹੁੰਦਾ 45 ਮਿੰਟ। ਠੀਕ ਹੈ। ਅਤੇ 45 ਮਿੰਟ ਬਾਅਦ ਉੱਠ ਕੇ ਪਾਣੀ ਦਾ 1 ਗਲਾਸ ਪੀਣਾ ਹੁੰਦਾ ਹੈ। ਉਸ ਤੋਂ ਬਾਅਦ ਆਪਣਾ ਜੋ ਮਰਜ਼ੀ ਕਰੋ। ਜਿਸ ਬੰਦੇ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਸਵੇਰੇ ਧੁੰਨੀ ਦੇ ਵਿੱਚ ਦੇਸੀ ਘੀ ਲੈਣਾ 4 ਬੂੰਦਾਂ। 4 ਬੂੰਦਾਂ ਪਾ ਕੇ ਜੇ ਤੁਹਾਡੇ ਕੋਲ 20 ਮਿੰਟ ਹੈਗੇ ਪੈਣੇ ਤਾਂ ਸਿੱਧੇ ਪੈ ਸਕਦੇ ਆ ਤੁਸੀਂ। ਬਹੁਤ ਵਧੀਆ ਹੈ। ਉਹਨੂੰ ਆਪਣਾ ਕੰਮ ਕਰ ਲੈਣ ਦਿਓ। ਜੇ ਨਹੀਂ ਹੈਗਾ ਤਾਂ ਆਪਣੀ ਧੁੰਨੀ ਨੂੰ ਲਾ ਕੇ ਆਪਣਾ ਕੰਮ ਕਾਰ 'ਤੇ ਵੀ ਜਾ ਸਕਦੇ ਆ, ਪਰ ਉਹਨੇ ਕੰਮ ਘੱਟ ਕਰਨਾ। ਅਤੇ ਦੂਸਰੀ ਗੱਲ ਇਹ ਹੈ ਵੀ ਬਿਮਾਰੀ, ਅਸੀਂ ਬਿਮਾਰੀਆਂ 'ਤੇ ਕੰਮ ਨਹੀਂ ਕਰਦੇ ਹੈਗੇ। ਹੁਣ 36 ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ, ਹੈ ਨਾ। ਐਸੀਆਂ ਬਿਮਾਰੀਆਂ ਜਿਹੜੀਆਂ ਅਸੀਂ ਨਵੀਆਂ ਵੀ ਸੁਣਦੇ ਆ। ਪਰ ਆਯੁਰਵੇਦ ਵਿੱਚ ਜਿਹੜੇ ਗ੍ਰੰਥ ਹੈ ਉਹਨਾਂ ਦੇ ਵਿੱਚ ਇਹਨਾਂ ਬਿਮਾਰੀਆਂ ਦੇ ਪਹਿਲੇ 9 ਲਿਖੇ ਹੋਏ ਆ। ਪਹਿਲੀ ਲਾਈਨ ਦੇ ਵਿੱਚ ਨਾਮ ਲਿਖਿਆ ਵਾ ਬਿਮਾਰੀ ਦਾ, ਦੂਸਰੀ ਲਾਈਨ ਦੇ ਵਿੱਚ ਉਹਦਾ ਇਲਾਜ ਲਿਖਿਆ ਵਾ। ਜਿੱਦਾਂ ਕਹਿੰਦੇ ਚਿਕਨਗੁਨੀਆ ਬੁਖਾਰ, ਪਹਿਲਾਂ ਹੈਗਾ ਲਿਖਿਆ ਵਾ ਉਹ ਵੀ ਨਵਾਂ ਆਇਆ, ਨਵਾਂ ਕੁਛ ਨਹੀਂ ਹੈਗਾ। ਵਾਤ ਪਿੱਤ ਕਫ 'ਤੇ ਕੰਮ ਕਰਦਾ ਹੈ। ਵਾਤ ਪਿੱਤ ਕਫ ਇੱਕ ਅਲੱਗ ਚੀਜ਼ ਹੋ ਗਈ। ਵਾਤ ਪਿੱਤ ਕਫ ਇੱਕ ਅਲੱਗ ਚੀਜ਼ ਹੋ ਗਈ। ਇਹ ਵਾਤ ਹੈ, ਇਹ ਪਿੱਤ ਹੈ, ਕਫ ਹੈ। ਤੁਹਾਡੀ ਨਬਜ ਨੂੰ ਫੜ ਕੇ ਜਿਹੜੀ ਉਂਗਲੀ ਦੇ ਥੱਲੇ ਧੜਕਣ ਟਸ ਕਰਨ ਲੱਗ ਗਈ, ਤੁਹਾਨੂੰ ਉਹਦੇ ਰਿਲੇਟਡ ਪ੍ਰੋਬਲਮ ਹੈ। ਇਹ ਕੋਈ ਜਾਦੂ ਨਹੀਂ ਹੈਗਾ ਜਨਾਬ। ਨਬਜ ਦੇਖ ਕੇ ਕਰਨਾ ਕੋਈ ਜਾਦੂ ਨਹੀਂ ਹੈਗਾ। ਅਸੀਂ ਸੋਚਦੇ ਹਾਂ ਵੀ ਬੰਦੇ ਨੇ ਨਬਜ ਫੜੀ ਵੀ ਉਹਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਬਵਾਸੀਰ ਹੈ, ਉਹਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਸਾਹ ਚੜ੍ਹਦਾ ਹੈ ਜਾਂ ਮੈਨੂੰ ਨੀਂਦ ਨਹੀਂ ਆਉਂਦੀ। ਵਾਤ ਪਿੱਤ ਕਫ ਸਾਡੀ ਜਿਹੜੀ ਨਾੜੀਆਂ ਹੈ, ਨਾੜੀ ਤੰਤਰ 'ਤੇ ਕੰਮ ਹੁੰਦਾ ਹੈ। ਇਹ ਅੰਤਰਜਾਮੀ ਅੰਗ ਹੈ ਸਾਡੇ ਸਰੀਰ ਦਾ। ਜਿਹੜੀ ਪ੍ਰੋਬਲਮ ਹੈਗੀ ਆ ਵਾਤ ਦੇ ਰਿਲੇਟਡ, ਕਿਹੜੀ ਪ੍ਰੋਬਲਮਸ ਹੈ? ਗੁਪਤ ਰੋਗ ਹੈ, ਪਿਸ਼ਾਬ ਦੀ ਬਦਬੂ, ਪਸੀਨੇ ਦੀ ਬਦਬੂ, ਹੈ ਨਾ। ਗੁਪਤ ਰੋਗ ਬੰਦੇ ਨੂੰ, ਲੇਡੀਜ਼ ਨੂੰ ਹੁੰਦੇ ਆ, ਬੰਦਿਆਂ ਨੂੰ ਹੋ ਜਾਂਦੇ ਆ, ਅੱਜ ਕੱਲ੍ਹ ਜ਼ਿਆਦਾ ਹੋ ਰਹੇ ਆ। ਉਹ ਵਾਤ ਹੈ। ਮਤਲਬ ਕਹਿਣ ਦਾ ਇਹ ਹੈ ਵੀ ਇੱਕ ਪੌਦੇ ਦਾ ਫੁੱਲ
ਔਰ ਉਹਦੀ ਸੁਗੰਧ, ਉਹਦਾ ਫਲ ਜਦੋਂ ਹੈ ਨਹੀਂ, ਉਸ ਪੌਦੇ ਨੂੰ ਲੱਗ ਨਹੀਂ ਰਿਹਾ ਤਾਂ ਉਹਨੂੰ ਵਾਤ ਹੋ ਗਿਆ। ਜੇ ਪਿੱਤ ਕਿਹੜਾ ਹੈ? ਪਿੱਤ 'ਚ ਹੁੰਦਾ ਖੁਸ਼ਕੀ, ਗਰਮੀ, ਝੁਰੜੀਆਂ, ਕਬਜ਼, ਬਵਾਸੀਰ, ਮੂੰਹ ਦੇ ਛਾਲੇ, ਗਲ ਦੇ ਛਾਲੇ, ਹੈ ਨਾ, ਜਿਗਰ 'ਚ ਗਰਮੀ, ਲੀਵਰ ਨੂੰ ਹੈਪੇਟਾਈਟਸ ਬੀ ਸੀ ਹੋ ਗਿਆ, ਇਹ ਗਰਮੀ, ਇਹਨੂੰ ਕਹਿੰਦੇ ਪਿੱਤ। ਤੀਸਰੀ ਹੈਗੀ ਕਫ, ਵਾਤ ਪਿੱਤ ਕਫ। ਕਫ ਹੈਗਾ ਵੀ ਬੋਡੀ ਦੇ ਵਿੱਚ ਪਾਣੀ ਦੀ ਮਾਤਰਾ ਵੱਧ ਗਈ, ਸਾਡੀ ਗੈਸ ਦਰਵਿਤ ਹੋ ਗਈ। ਜਿੱਦਾਂ ਪਾਣੀ ਚਾਹੇ ਗਰਮ ਹੈ ਉਹਦੀ ਵੀ ਭਾਫ਼ ਬਣਨੀ ਹੈ, ਚਾਹੇ ਠੰਡਾ ਹੈ ਉਹਦੀ ਵੀ ਭਾਫ਼ ਬਣਨੀ ਆ। ਪਰ ਜੇ ਉਹ ਭਾਫ਼ ਜੇ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ ਫਿਰ ਕਿਆ ਹੋਣਾ? ਫਿਰ ਪ੍ਰੋਬਲਮ ਹੋਣੀ ਨਾ। ਸੋ ਇਹੀ ਪ੍ਰੋਬਲਮ ਹੁੰਦੀ ਆ, ਇਹਨੂੰ ਕਹਿੰਦੇ ਕਫ। ਕਫ 'ਤੇ ਹੁੰਦਾ ਟੀਬੀ, ਦਮਾ, ਗਠੀਆ, ਚਰਬੀ, ਉਲਟੀਆਂ, ਹੈਜਾ, ਬਿਨਾਂ ਗੱਲ 'ਤੇ ਪਿਸ਼ਾਬ ਆਈ ਜਾਣਾ। ਸੋ ਇਹ ਹੈਗਾ ਕਫ। ਇਹਦੇ ਨਾਲ ਉਹ ਬੰਦਾ, ਜਿਹੜਾ ਬੰਦਾ ਨਬਜ਼ ਦੇਖਦਾ ਹੈ, ਕੋਈ ਡਾਕਟਰ ਜਾਂ ਵੈਦ, ਉਹ ਸਾਡੀ ਜਿਹੜੀ ਉਹਨਾਂ ਦੀ ਉਂਗਲੀ ਦੇ ਪਤਾ ਲੱਗ ਜਾਂਦਾ। ਤੁਸੀਂ ਆਪ ਚੈੱਕ ਕਰ ਸਕਦੇ, 1 ਮਿੰਟ 'ਚ ਨਬਜ਼ ਦੇਖਣੀ ਪਤਾ ਲੱਗ ਜਾਂਦੀ ਹੈ। ਜਿਹੜੀ ਉਂਗਲੀ ਦੇ ਥੱਲੇ ਟਸਟਸ ਹੋਣ ਲੱਗ ਗਈ ਉਹਦੇ ਨਾਲ ਰਿਲੇਟਡ ਪ੍ਰੋਬਲਮ ਹੈ। ਇਹ ਵਾਤ ਵਾਲੀ ਆ, ਇਹ ਪਿੱਤ ਵਾਲੀ ਆ, ਇਹ ਕਫ ਹੈ। ਇਹ ਕਫ, ਪਿੱਤ, ਵਾਤ, ਵਾਤ, ਪਿੱਤ, ਕਫ। ਖਾਲੀ ਪੇਟ ਦੇਖ ਹੁੰਦੀ ਆ ਨਬਜ਼ ਹਮੇਸ਼ਾ ਹੀ। ਕੋਈ ਮਤਲਬ ਖਾਣਾ ਖਾਣ ਤੋਂ ਬਾਅਦ ਜੇ ਕੋਈ ਤੁਹਾਡੀ ਨਬਜ਼ ਦੇਖਦਾ ਤਾਂ ਉਹਨੂੰ ਕਹੋ ਵੀ ਛੱਡ ਦਿਓ ਯਾਰ, ਕੋਈ ਫਾਇਦਾ ਨਹੀਂ ਹੈਗਾ। ਨਬਜ਼ ਦੇਖਣੀ ਤੁਹਾਨੂੰ ਹੁਣ ਦੱਸਤੀ, ਇਹ ਹੈਗਾ ਵਾਤ ਪਿੱਤ ਕਫ। ਇਹ ਗੱਲਾਂ ਬਹੁਤ ਓਲਡ ਹੋ ਗਿਆ ਵਾ ਕੰਮ ਜਨਾਬ, ਅੱਜ ਵੀ ਚੱਲ ਰਿਹਾ ਹੈ। ਠੀਕ ਹੈ, ਜਿਹੜੇ ਲੋਕ ਇਹਨਾਂ 'ਤੇ ਕੰਮ ਕਰਦੇ ਉਹ ਸਹੀ ਆ, ਲੇਕਿਨ ਜਨਾਬ 5 ਤੱਤ ਆ ਸਾਡੀ ਬੋਡੀ ਦੇ ਵਿੱਚ। ਅਗਨੀ, ਇਹਨੂੰ ਅਗਨੀ ਕਹਿੰਦੇ ਆ, ਅੱਗ। ਇਹਨੂੰ ਕਹਿੰਦੇ ਆ ਹਵਾ, ਏਅਰ, ਫਾਇਰ, ਏਅਰ। ਇਹਨੂੰ ਕਹਿੰਦੇ ਆ ਆਕਾਸ਼, ਸਪੇਸ, ਗਗਨ। ਇਹਨੂੰ ਕਹਿੰਦੇ ਆ ਮਿੱਟੀ, ਅਰਥ, ਧਰਤੀ। ਇਹ ਹੈਗਾ ਪਾਣੀ, ਵਾਟਰ, ਜਲ। ਆ ਦੇਖੋ, ਇਹ ਸਮਝਾਉਂਦੇ ਅਸੀਂ ਲੋਕਾਂ ਨੂੰ ਆ ਕੇ। ਆ ਪੰਜਾ ਬਣਿਆ ਬਾਈ, ਫਾਇਰ, ਏਅਰ, ਸਪੇਸ, ਅਰਥ, ਵਾਟਰ। ਇਹ ਕਿਆ ਲਿਖਿਆ ਵਾ ਜੀ? ਆ ਦੇਖੋ ਕਿਆ ਲਿਖਿਆ ਵਾ, ਕੋਡ ਕਰੋ ਕੈਮਰਾ। ਭਗਵਾਨ, ਭਗਵਾਨ ਦੇ ਥੱਲੇ ਲਿਖਿਆ ਵਾ ਭੂਮੀ, ਧਰਤੀ। ਗਾ ਦੇ ਥੱਲੇ ਲਿਖਿਆ ਵਾ ਗਗਨ, ਆਕਾਸ਼। ਕਲੀਅਰ ਦਿਖ ਰਿਹਾ ਨਾ? ਵਾ ਦੇ ਥੱਲੇ ਲਿਖਿਆ ਵਾ ਵਾਯੂ, ਹਵਾ, ਏਅਰ। ਆ ਕੀ ਮਾਤਰਾ? ਅਗਨੀ, ਫਾਇਰ, ਅੱਗ। ਨਾ, ਜਲ, ਨੀਰ, ਪਾਣੀ। 5 ਤੱਤਾਂ ਦਾ ਪੁਤਲਾ ਹੈ ਭਗਵਾਨ। 5 ਤੱਤਾਂ 'ਚ ਹੈ। ਜਦ ਇੱਕ ਤੱਤ ਇਹਨੂੰ ਬੈਲੈਂਸ ਹੋ ਗਿਆ ਤਾਂ ਬੰਦਾ ਸਹੀ ਰਹਿ ਨਹੀਂ ਸਕਦਾ। ਹੁਣ ਪਾਣੀ ਦੀ ਘਾਟ ਨਾਲ ਕਿਆ ਹੋ ਸਕਦਾ ਦੱਸੋ? ਜਿੱਥੇ ਪਾਣੀ ਨਹੀਂ ਲੱਗਿਆ ਜਿਹੜੀ ਜ਼ਮੀਨ ਨੂੰ, ਕਿਆ ਹੋਊਗਾ ਉੱਥੇ? ਸੋਕਾ ਪਊਗਾ ਉੱਥੇ, ਸੋਕਾ, ਜ਼ਮੀਨ ਫਟ ਗਈ, ਤੇੜਾਂ ਪੈ ਗਈਆਂ, ਕੋਈ ਬਨਸਪਤੀ ਨਹੀਂ। ਸੇਮ ਚੀਜ਼ ਬੰਦੇ ਦੇ ਸਰੀਰ ਨਾਲ ਵੀ ਹੁੰਦੀ ਹੈ। ਇਹ ਕਿੱਦਾਂ ਫਿਰ ਉਹਨੂੰ ਠੀਕ ਕਰਦਾ ਹੈ? ਨਾਭੀ ਸ਼ਕਤੀ ਅੰਮ੍ਰਿਤ ਕਿੱਦਾਂ ਠੀਕ ਕਰਦਾ? ਵਾਤ ਪਿੱਤ ਕਫ ਨੂੰ ਤਾਂ ਸਾਡੀ ਧੁੰਨੀ ਕੰਟਰੋਲ ਕਰਦੀ ਆ। ਉਹਦੇ ਵਾਸਤੇ ਜਿਹੜੀ ਇਹ 5 ਤੱਤ ਹੈ ਸਾਡੇ ਉਂਗਲੀਆਂ 'ਚ, ਅਸੀਂ ਇਹਦੇ ਵਾਸਤੇ ਮੁਦਰਾਵਾਂ ਦਿੰਦੇ ਹੁੰਦੇ ਆ। ਹੁਣ ਕਈ ਲੋਕ ਕਰਦੇ ਆ, ਕਈ ਨਹੀਂ ਕਰਦੇ। ਅਸੀਂ ਕਹਿੰਦੇ ਆ ਵੀ ਇਹ ਉਂਗਲੀਆਂ ਇੱਦਾਂ ਹੋਣੀਆਂ ਚਾਹੀਦੀਆਂ। ਹੁਣ ਜਿਹਨੇ ਐਂ ਕਰ ਲਈ, ਸਾਡੇ ਸਾਹਮਣੇ ਐਂ ਕਰਕੇ ਬਹਿ ਜਾਂਦੇ ਆ, ਉਹਨੂੰ ਥੋੜ੍ਹੀ ਇਫੈਕਟ ਪੈਣਾ। ਜੇ ਨਹੀਂ ਪਤਾ ਲੱਗਿਆ, ਇਹ ਕੋਈ ਨਵਾਂ ਨਹੀਂ ਹੈਗਾ, ਪਰ ਅੱਜ ਦੇ ਲੋਕਾਂ ਵਾਸਤੇ ਇਹ ਨਵਾਂ ਹੈ। ਬਹੁਤ ਸਾਰੀਆਂ ਦੇਖੋ ਇਹ ਚੱਲੀਆਂ, ਬਹੁਤ ਸਾਰੇ ਹਰ ਥਾਂ ਦੇ ਉੱਤੇ ਅਲੱਗ-ਅਲੱਗ ਕੰਪਨੀਆਂ ਖੁੱਲ੍ਹ ਗਈਆਂ ਨਾਭੀ ਨੂੰ ਲੈ ਕੇ। ਨਾਭੀ ਕਿਸੇ ਦਾ ਕੋਈ ਅੰਮ੍ਰਿਤ, ਕਿਸੇ ਦਾ ਕੋਈ ਅੰਮ੍ਰਿਤ। ਪਰ ਲੋਕਾਂ ਦੀ ਜਿਹੜੀ ਸਮੱਸਿਆ, ਸ਼ਿਕਾਇਤ ਤਾਂ ਲੋਕਾਂ ਦੀ ਹੈ ਨਾ। ਲੋਕ ਕਹਿੰਦੇ ਵੀ ਸਾਨੂੰ ਠੀਕ ਨਹੀਂ ਹੋ ਪਾ ਰਹੇ ਅਸੀਂ। ਫਿਰ ਜਿਹੜੇ ਠੀਕ ਨਹੀਂ ਹੋਏ ਉਹ ਕਿਉਂ ਨਹੀਂ ਠੀਕ ਹੋਏ? ਕੋਲ ਆਉਣ, ਅਸੀਂ 1.5 ਮਹੀਨੇ ਬਾਅਦ ਬੁਲਾਉਂਦੇ ਹੁੰਦੇ ਆ ਵੀ ਕੋਈ ਵੀ ਹਰਕਤ ਨਹੀਂ ਲੱਗੀ ਤਾਂ ਆਓ। ਪਹਿਲੀ ਗੱਲ ਤਾਂ ਮੈਂ 90 ਦਿਨ ਕਹਿੰਦੇ ਹੁੰਦੇ ਅਸੀਂ ਵੀ 90 ਦਿਨ ਬਾਅਦ ਇਹਨਾਂ ਇਫੈਕਟ ਕਰਨਾ ਸ਼ੁਰੂ ਕਰਨਾ, ਕਿਉਂਕਿ ਫਸਲ ਬੀਜਣੇ ਤੇ ਲੈ ਕੇ ਵੱਢਣੇ ਤੱਕ ਦਾ ਟਾਈਮ 90 ਦਿਨ ਦਾ ਹੈ। ਕਿਸੇ ਵੀ ਮੌਸਮ ਦਾ ਜ਼ੋਰ 90 ਦਿਨ ਦਾ ਹੈ। ਕੋਈ ਵੀ ਗਰਭ ਧਾਰਨ ਕਰਦਾ ਹੈ, ਕੋਈ ਪ੍ਰਾਣੀ, ਲੇਡੀਜ਼ ਹੋਵੇ ਜਾਂ ਕੋਈ ਵੀ ਪ੍ਰਾਣੀ, ਮਤਲਬ ਪਸ਼ੂ ਜਾਨਵਰ ਦੀ ਗੱਲ ਕਰਦੇ ਆ, ਉਹ 90 ਦਿਨ ਦਾ ਹੀ ਪ੍ਰੋਸੈਸ ਹੁੰਦਾ ਹੈ। ਉਹਨੂੰ ਬਚਾਉਣਾ ਹੁੰਦਾ ਹੈ। 90 ਦਿਨ 'ਚ ਪ੍ਰੋਬਲਮ ਆ ਸਕਦੀ ਆ। ਹਰ ਚੀਜ਼ ਦਾ ਪ੍ਰੋਸੈਸ ਹੈ, ਸਰੀਰ ਦਾ ਵੀ ਪ੍ਰੋਸੈਸ ਹੈ। ਇਹਨੇ 90 ਦਿਨ ਲੈਣੇ ਆ ਆਪਣੇ ਸਹੀ ਕਰਵਟ ਵਿੱਚ ਆਉਣ ਨੂੰ। 90 ਦਿਨ ਬਾਅਦ ਇਹਦਾ ਕੰਮ ਸ਼ੁਰੂ ਹੁੰਦਾ ਹੈ। 6 ਤੇ 12 ਮਹੀਨੇ ਦਾ ਕੋਰਸ ਹੈ ਇਹ। ਕੋਈ ਮਤਲਬ ਮੈਂ ਫੇਰ ਕਹਿ ਰਿਹਾ, ਕੋਈ ਜਾਦੂ ਦੀ ਤੁਸੀਂ ਕੋਈ ਉਪੇਖਾ ਨਾ ਕਰੋ। ਮਤਲਬ ਆਸ ਨਾ ਰੱਖੋ ਕਿਸੇ ਜਾਦੂ ਹੋਣਾ, ਤੁਹਾਨੂੰ ਕਿਸੇ ਨੇ ਠੀਕ ਕਰਨਾ। ਤੁਸੀਂ ਠੀਕ ਆਪਣੇ ਆਪ ਨੂੰ ਆਪ ਕਰਨਾ ਹੈ। ਅਸੀਂ ਐਂ ਕਹਿੰਦੇ ਆ ਵੀ ਡਿਪਰੈਸ਼ਨ, ਮਾਈਗ੍ਰੇਨ, ਅੱਧਾ ਸਿਰ ਦਰਦ, ਧੜਕਣ, BP,
ਬੋਲਣਾ ਸੁੰਘਣਾ ਸੁਣਨਾ, ਇਹਦੇ ਨਾਲ ਸਾਡਾ ਜਿਹੜਾ ਤੱਤ ਵੇਸਟ ਹੋਇਆ ਉਹ ਆਕਾਸ਼ ਹੈ। ਆਕਾਸ਼ ਦੀ ਪੂਰਤੀ ਆਕਾਸ਼ ਤੋਂ ਹੀ ਹੋਣੀ ਹੈ। ਅਸੀਂ ਕਹਿੰਦੇ 20 ਮਿੰਟ ਆਕਾਸ਼ ਦੇਖੋ ਸਵੇਰੇ, 20 ਮਿੰਟ ਦੇਖੋ ਰਾਤ ਨੂੰ। ਇਹ ਜਿਹੜਾ ਹੈਗਾ ਆਯੁਰਵੇਦ ਹੈ ਕਿ ਜੋਤਿਸ਼ ਹੈ, ਕੀ ਚੀਜ਼ ਇਹ ਹੈ? ਜੋਤਿਸ਼ ਨਹੀਂ ਹੈਗਾ, 5 ਤੱਤਾਂ ਦੀ ਮੈਂ ਕਮੀ ਪੂਰੀ ਕਰ ਰਿਹਾ ਹੈ। 5 ਤੱਤ, ਆਕਾਸ਼, ਇਹ ਆਕਾਸ਼ ਹੈ, ਇਹ ਉਂਗਲੀ। ਆਕਾਸ਼ ਤਾਂ ਆਕਾਸ਼ ਤੋਂ ਹੀ ਮਿਲਣਾ। ਸਪੇਸ, ਜਿਹੜਾ ਕਹਿੰਦਾ ਵੀ ਮੇਰੀਆਂ ਰਿਪੋਰਟਾਂ 'ਚ ਕੁਝ ਨਹੀਂ ਆਇਆ, ਸਪੇਸ ਕਿੱਥੇ ਆ ਜਾਊਗਾ? ਆ ਜਾਊਗਾ ਸਪੇਸ, ਜਿਹੜਾ ਹੈ ਉਹ ਖਾਲੀ ਆ, ਰਿਪੋਰਟਾਂ ਸਹੀ ਆ। ਜੋ ਤੁਸੀਂ ਗੱਲਾਂ ਕਰਦੇ ਆ, ਮਤਲਬ ਇਹਦਾ ਜਿਹੜਾ ਐਲੋਪੈਥੀ ਨਾਲ ਕੋਈ ਸੰਬੰਧ ਨਹੀਂ, ਫਿਰ ਉਹ ਰਿਪੋਰਟਾਂ 'ਚ ਆ ਨਹੀਂ ਸਕਦੀਆਂ ਇਹ ਚੀਜ਼ਾਂ? ਨਹੀਂ, ਆਕਾਸ਼ ਤਾਂ ਆਣੇ ਨਹੀਂ ਰਿਪੋਰਟਾਂ 'ਚ। ਤੁਸੀਂ ਦੇਖੋ ਕਿੰਨੇ ਬੰਦੇ ਆ, ਕਿੰਨੇ ਪੇਸ਼ੈਂਟ ਸਾਡੇ ਕੋਲ ਆਂਦੇ ਵੀ ਆ, ਤੁਸੀਂ ਮਿਲਦੇ ਵੀ ਆ। ਬੰਦਾ ਕਹਿੰਦਾ ਯਾਰ ਮੇਰੇ ਸਾਰੇ ਸਰੀਰ ਦੇ ਮੈਂ ਟੈਸਟ ਕਰਵਾ ਲਏ, ਸਾਰੇ ਸਹੀ ਆ, ਔਰ ਮੈਂ ਖਾਂਦਾ ਵੀ ਸਹੀ ਠੀਕ ਠਾਕ ਹੈ, ਮੈਂ ਮਤਲਬ ਸਾਰਾ ਕੁਝ ਖਾਂਦਾ, ਮੈਂ ਵਧੀਆ ਖਾਂਦਾ, ਪਰ ਜਾਨ ਕਾਤੇ ਨਹੀਂ ਆ ਰਹੀ ਸਰੀਰ ਦੇ ਵਿੱਚ। ਜਿਹੜੇ ਬੰਦੇ ਹੁਣ ਦਾਵਾ ਇਹ ਚੀਜ਼ ਦਾ ਕਰ ਰਹੇ ਕਿ ਮੈਂ 10 ਸ਼ੀਸ਼ੀਆਂ ਪਾ ਲਈਆਂ, ਮੈਂ 4 ਪਾ ਲਈਆਂ, 5 ਪਾ ਲਈਆਂ, ਇਹ ਠੱਗਾਂ ਦਾ ਟੋਲਾ ਹੈ, ਇਹਨਾਂ ਨੇ ਲੋਕਾਂ ਨੂੰ ਲੁੱਟਣ ਦਾ ਰਾਹ ਬਣਾਇਆ ਹੋਇਆ। ਪੱਤਰਕਾਰ ਵੀ ਜਿਹੜੇ ਹੈਗੇ ਆ ਇਹਨਾਂ ਦੇ ਮੂਹਰੇ ਮੈਕ ਲੈ ਕੇ ਬਹਿ ਜਾਂਦੇ, ਸਾਨੂੰ ਵੀ ਨਾਲ ਗਾਲਾਂ ਕੱਢਦੇ, ਤੇ ਉਹ ਲੋਕਾਂ ਲਈ ਤੁਸੀਂ ਦਾਵਾ ਕਰਦੇ ਹੋ ਜਿਹੜੇ ਦੁਖੀ ਹੋਏ ਹੁਣ ਇਹ ਸਾਰੀ ਚੀਜ਼ਾਂ ਤੋਂ, ਵੀ ਤੁਹਾਡੇ ਕੋਲ ਆਣ, ਤੁਸੀਂ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹੋ। ਪਹਿਲੀ ਗੱਲ ਤਾਂ ਅਸੀਂ ਕਿਸੇ ਰੋਗ ਨੂੰ ਠੀਕ ਕਰਨ ਦਾ ਦਾਵਾ ਨਹੀਂ ਕਰਦੇ। ਅਸੀਂ ਕਹਿੰਦੇ ਅਸੀਂ 5 ਤੱਤਾਂ 'ਤੇ ਕੰਮ ਕਰਦੇ ਆ। 5 ਤੱਤਾਂ ਦੀ ਘਾਟ ਬਾਅਦ ਨਾਲੇ ਤੁਹਾਨੂੰ ਰੋਗ ਲੱਗਿਆ, ਵਾਤ ਪਿੱਤ ਕਫ ਹਿੱਲਿਆ ਏ। ਅਗਰ ਅਸੀਂ ਉਸ ਦੇ ਰਿਗਾਰਡਿੰਗ ਦੀ ਮੁਦਰਾ ਕਰੋਗੇ, ਆਪਣੇ 12 ਵਜੇ ਤੋਂ ਪਹਿਲਾਂ ਠੰਡੀਆਂ ਚੀਜ਼ਾਂ, 3 ਵਜੇ ਤੋਂ ਬਾਅਦ ਗਰਮ ਚੀਜ਼ਾਂ, ਇਹ ਧਿਆਨ ਰੱਖਿਓ। ਪਰਹੇਜ਼ ਕੋਈ ਨਹੀਂ ਹੈਗਾ, ਪਰ ਖਾਣਾ ਪੀਣਾ ਆਪਣਾ ਸਹੀ ਕਰ ਲੂੰਗੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹੈਗਾ ਵੀ ਜਦ ਤੁਹਾਡੇ ਤੱਤ ਬਰਾਬਰ ਹੋ ਗਏ ਤੁਸੀਂ ਠੀਕ ਨਾ ਹੋਵੋ। ਕਿਹੜੀ ਅਸੀਂ 1.5 ਮਹੀਨੇ ਬਾਅਦ ਵੀ ਬੁਲਾਉਂਦੇ ਹੁੰਦੇ ਵੀ ਦਵਾਈ ਤਾਂ ਤੁਹਾਨੂੰ ਚਲੋ 3 ਮਹੀਨੇ ਚੱਲਦੀ ਹੈ ਸ਼ੀਸ਼ੀ, ਪਰ 1.5 ਮਹੀਨੇ ਬਾਅਦ 5 ਮਿੰਟ ਆ ਕੇ ਗੱਲ ਕਰਕੇ ਚੱਲ ਜਿਓ। ਸਾਡੀ ਕੋਈ ਫੀਸ ਨਹੀਂ ਹੈਗੀ ਕੰਸਲਟੈਂਸੀ, ਪਰ ਜਿੱਥੇ ਫੀਸਾਂ ਲੈਂਦੇ ਆ 500 700 1000 ਗੱਲ ਕਰਨੇ ਦਾ, ਉੱਥੇ ਵੀ ਲਾਈਨ ਲੱਗੀ ਵੀ ਆ, ਹੈ ਨਾ। ਉਹ ਇੰਨੇ ਜਿੰਨੇ ਕੁ ਦੀ ਸਾਡੀ ਮੈਡੀਸਿਨ ਹੈ ਉਨੇ ਕੁ ਦੀ ਤਾਂ ਉਹ ਪਹਿਲਾਂ ਹੀ ਝਾੜ ਲੈਂਦੇ ਆ ਕੰਮ, ਹੈ ਨਾ, ਪਹਿਲਾਂ ਹੀ ਲੈ ਲੈਂਦੇ ਆ। ਗੱਲ ਕਰਨੇ ਦਾ ਦੇਖੋ, ਬੰਦੇ ਦਾ ਹਾਲ ਚਾਲ ਪੁੱਛਣੇ ਦਾ ਅਸੀਂ ਮਤਲਬ ਚਾਰਜਸ ਹੈ। ਚਲੋ ਪੜ੍ਹਾਈਆਂ ਮਹਿੰਗੀਆਂ ਹੈ ਨਾ, ਉਹਨਾਂ ਦੀ ਆਪਣੀ ਵੈਲਿਊ ਆ, ਲੇਕਿਨ ਆਪਾਂ ਤਾਂ ਕਿਸੇ ਗੱਲ ਨੂੰ ਕਰਨੇ ਤਾਂ ਕੋਈ ਲੈਂਦੇ ਵੀ ਨਹੀਂ ਹੈਗੇ, ਨਾ ਕਿਸੇ ਦੀਆਂ ਰਿਪੋਰਟਾਂ ਦੇਖਦੇ ਆ, ਨਾ ਕਿਸੇ ਨੂੰ ਅੱਜ ਤੱਕ ਗਈਆਂ ਕਰਵਾਉਣ ਨੂੰ। ਫਿਰ ਵੀ ਟਾਈਮ ਨਹੀਂ ਹੈਗਾ 1.5 ਮਹੀਨੇ ਬਾਅਦ ਆਉਣ ਦਾ। ਕਿਹੜੀਆਂ ਚੀਜ਼ਾਂ ਦੀ ਪਾ ਕੇ ਇਹ ਜਿਹੜੀ ਇੱਕ ਬਣਾਉਂਦਾ ਤੁਸੀਂ ਤੇਲ ਤੁਸੀਂ ਬਣਾਉਂਦੇ ਹੋ, ਕਿਹੜੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਕਿ ਲੋਕ ਘਰ ਤਿਆਰ ਨਹੀਂ ਕਰ ਸਕਦੇ ਇਹਨੂੰ? ਦੇਖੋ ਇਹਦੇ 'ਤੇ ਸਾਰਾ ਕੁਝ ਲਿਖਿਆ ਹੋਇਆ। ਅਸੀਂ ਕਹਿੰਦੇ ਆ ਵੀ ਜੇ ਤੁਹਾਨੂੰ ਮਤਲਬ ਗੁਪਤ ਰੋਗ ਹੈ ਲੇਡੀਜ਼ ਨੂੰ, ਤਾਂ ਉਹ ਲੌਂਗ ਦਾ ਆਇਲ ਧੁੰਨੀ 'ਚ ਪਾ ਸਕਦੇ ਆ, 1-2 ਬੂੰਦਾਂ ਹਫ਼ਤੇ 'ਚ 2-3 ਵਾਰੀ, ਹੈ ਨਾ, ਉਹਦੀ ਇੱਕ ਕੁਆਂਟੀਟੀ ਹੈ। ਅਗਰ ਕਿਸੇ ਨੂੰ ਜੋੜਾਂ ਦੀ ਪ੍ਰੋਬਲਮ ਤਾਂ ਉਹ ਕੈਸਟਰ ਆਇਲ ਜਿੱਦਾਂ ਕਹਿੰਦੇ ਵੀ ਅਰੰਡੀ ਦਾ ਤੇਲ, ਉਹ ਪਾ ਸਕਦੇ ਆ, ਪਰ ਉਹ ਜ਼ਿਆਦਾ ਪਾਣੇ ਨਾਲ ਬੋਡੀ 'ਤੇ ਖਾਰਸ਼ ਹੋਣੀ ਸ਼ੁਰੂ ਹੋ ਜਾਣੀ ਆ। ਹਰ ਚੀਜ਼ ਦੀ ਇੱਕ ਕੰਬੀਨੇਸ਼ਨ ਹੈ। ਆਮਲਾ ਪਾ ਸਕਦੇ, ਮਾਤਰਾ ਹੁੰਦੀ ਆ, ਕੁਛ ਗਰਮ ਹੈ ਕੁਛ ਠੰਡੀਆਂ ਹੈ ਤਸੀਰ ਦੀਆਂ, ਕੁਛ ਜੜ ਹੈ ਕੁਛ ਤਣਾ ਹੈ, ਹੈ ਨਾ। ਉਹ ਕੰਬੀਨੇਸ਼ਨ ਬਣਾ ਕੇ ਸਾਨੂੰ ਕਿਹੜਾ ਇੱਕ ਦਿਨ 'ਚ ਬਣ ਗਈ ਤੀ, ਇਹ ਕਈ 2-3 ਸਾਲ ਲੱਗੇ ਸਾਨੂੰ ਵੀ ਕਰਨੇ ਨੂੰ, ਪ੍ਰੈਕਟੀਕਲੀ ਕਰਨੇ ਨੂੰ। ਮੈਨੂੰ ਖੁਦ ਨੂੰ ਪ੍ਰੋਬਲਮ ਸੀ, ਮੈਂ ਬਣਾ ਕੇ ਮੈਂ ਪਾਈ, ਮੈਂ ਠੀਕ ਹੋ ਗਿਆ। ਇਹ ਮੰਗਾ ਕੇ ਸਿਰਫ ਵਰਤਣਾ ਸ਼ੁਰੂ ਕਰ ਦੇਵੇ ਜਾਂ ਤੁਹਾਡੇ ਕੋਲ ਆਉਣਾ ਜ਼ਰੂਰੀ ਆ? ਪਹਿਲਾਂ ਜਦ ਕੁਛ ਵੀ ਨਹੀਂ ਤਾਂ ਹੈਗਾ ਸਾਡੇ ਕੋਲ, ਜਦ ਵੀ ਦਿੱਤੀ ਅਸੀਂ, ਜਦ ਵੀ ਦਿੰਦੇ ਤੇ। ਮੈਂ ਜਦ ਖੁਦ ਠੀਕ ਹੋਇਆ, ਮੈਨੂੰ ਸਾਇਲੈਂਟ ਬੀਪੀ ਰਹਿੰਦਾ ਤਾਂ 180 150 160 ਇੱਦਾਂ ਚੱਲਦਾ ਤਾਂ, ਮੈਨੂੰ ਪਤਾ ਨਹੀਂ ਤਾਂ ਲੱਗਦਾ ਹੈਗਾ। ਤੇ ਮਤਲਬ ਮੈਂ ਕੁਝ ਵੀ ਖਾਂਦਾ ਤਾਂ ਮੈਨੂੰ ਖੁਰਾਕ ਵੀ ਨਹੀਂ ਤੀ ਲੱਗਦੀ ਹੈਗੀ। ਹੁਣ ਮੈਂ ਮਤਲਬ ਫਿੱਟ ਹੈ, ਔਰ ਮੈਨੂੰ ਬਵਾਸੀਰ ਸੀ ਖੁਦ ਨੂੰ, ਮੈਂ ਮਤਲਬ 2005-6 'ਚ ਹੋ ਗਈ ਵੀ ਤੀ ਪ੍ਰੋਬਲਮ। ਉਹੀ ਖਾਣੇ ਪੀਣੇ ਨਾਲ ਜਿੱਦਾਂ ਅਸੀਂ ਖਾਂਦੇ ਤੇ ਕੁਲਚੇ ਬਰਗਰ ਖਾਈ ਜਾਣੇ, ਜਦ ਪਤਾ ਹੀ ਨਹੀਂ ਤਾਂ ਹੈਗਾ। ਕਿਸੇ ਹੋਰ ਡਾਕਟਰ ਕੋਲ ਗਿਆ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ? ਦੇਖੋ ਇਹ ਤਾਂ ਹੁਣ ਮੈਨੂੰ ਤਾਂ ਨਹੀਂ ਯਾਦ ਹੈਗਾ। ਮੇਰਾ ਗੋਲੀ ਵੀ ਮਤਲਬ ਕਹਿਣ ਦਾ ਵੀ ਬੁਖਾਰ ਵੀ ਘੱਟੇ ਹੁੰਦਾ ਸਾਨੂੰ ਤਾਂ। ਆਪ ਪਾਉਂਦੇ ਹੋ ਤੁਸੀਂ ਇਹ? ਬਿਲਕੁਲ ਪਾਉਂਦੇ ਆ, ਤੁਸੀਂ ਮੇਰੀ ਨਾਭੀ ਵੀ ਦੇਖ ਸਕਦੇ ਆ। ਅੱਛਾ, ਮੈਨੂੰ ਕਿੱਦਾਂ ਪਤਾ ਲੱਗੂਗਾ? ਤਾਰਾ ਨਾਭੀ ਤਾਰਾ ਹੁਣ ਤੁਹਾਡੀ ਮਤਲਬ ਆ ਦੇਖ ਲਓ, ਨਰਮ ਹੈ ਸਾਰਾ ਕੁਝ, ਹੈ ਨਾ ਤਰ। ਇਹ ਹੈ ਜਿਹੜੀ ਚੀਜ਼ ਆਪਾਂ ਨੇ ਨਹੀਂ ਵਰਤੀ, ਆਪਾਂ ਦੂਸਰੇ ਨੂੰ ਵਰਤਣੇ ਵਾਸਤੇ ਕਹਿਤਾ ਤਾਂ ਫੈਕਟ ਉਨਾ ਹੀ ਪੈਣਾ। ਜਿੱਦਾਂ ਕਿਸੇ ਬਾਬੇ ਕੋਲ ਕੋਈ ਲੇਡੀਜ਼ ਗਏ ਤੇ ਪੁਰਾਣੀ ਗੱਲ ਹੈ ਕੋਈ, ਵੀ ਬਾਬਾ ਜੀ ਸਾਡਾ ਮੁੰਡਾ ਮਿੱਠਾ ਬਹੁਤ ਖਾਂਦਾ, ਇਹਨੂੰ ਹਟਾਓ। ਸੁਣੀ ਹੋਣੀ ਤੁਸੀਂ, ਸਾਰੀ ਪਬਲਿਕ ਨੇ ਸੁਣੀ ਵੀ ਹੋਊਗਾ। ਬਾਬਾ ਜੀ ਕਹਿੰਦੇ ਅਗਲੀ ਵਾਰੀ ਆਈ ਫਿਰ ਗੱਲ ਕਰਦੇ ਆ। ਫਿਰ ਉਹ ਮਹੀਨੇ ਕੁ ਬਾਅਦ ਗਈ ਬਾਬਾ ਜੀ ਕੋਲ, ਕਹਿੰਦੀ ਵੀ ਬਾਬਾ ਜੀ ਮੁੰਡਾ ਸਾਡਾ ਮਿੱਠਾ ਬਹੁਤ ਖਾਂਦਾ। ਬਾਬਾ ਜੀ ਨੇ ਫਿਰ ਕਹਿੰਦਾ ਫਿਰ ਗੱਲ ਕਰਾਂਗੇ। ਫਿਰ ਗਈ, ਫਿਰ ਬਾਬਾ ਜੀ ਨੇ ਕਿਹਾ ਵੀ ਫਿਰ ਗੱਲ ਕਰਾਂਗੇ। 3 ਕੁ ਵਾਰੀ ਮੋੜਦੀ, ਚੌਥੀ ਵਾਰੀ ਜਾਂ ਲੈ ਕੇ ਆਈ, ਫਿਰ ਬਾਬਾ ਜੀ ਨੇ ਆਂਦੇ ਨੂੰ ਕਹਿ ਤਾ ਕਾਕਾ ਮਿੱਠਾ ਨਹੀਂ ਖਾਣਾ ਹੈਗਾ।
ਕਹਿੰਦੀ ਬਾਬਾ ਜੀ ਇਹ ਗੱਲ ਤੁਸੀਂ ਪਹਿਲਾਂ ਵੀ ਤਾਂ ਬੋਲ ਸਕਦੇ। ਕਹਿੰਦੇ ਪੁੱਤ ਪਹਿਲਾਂ ਮੈਂ ਆਪ ਖਾਂਦਾ ਤਾ, ਮੈਂ ਤੈਨੂੰ ਕਿੱਦਾਂ ਕਹਿ ਸਕਦਾ ਤਾਂ, ਨਾਲੇ ਮੇਰੀ ਗੱਲ ਦਾ ਫੈਕਟ ਹੀ ਨਹੀਂ ਤਾਂ ਪੈਣਾ। ਹੁਣ ਜੇ ਤਾਂ ਮਾੜੀ ਮੋਟੀ ਵੀ ਕੁਦਰਤ ਵੱਲੋਂ ਜਿਹੜੇ ਤੁਸੀਂ ਬਾਹਰ ਲੋਕਾਂ ਦੇ ਵੀ ਵਿਊ ਲੈਂਦੇ ਆ ਜਾਂ ਲਿੱਤੇ ਆ ਜਾਂ ਮੇਰੇ ਨਾਲ ਗੱਲ ਕਰ ਰਹੇ ਆ, ਮਾੜੀ ਮੋਟੀ ਵੀ ਜੇ ਆਪਣੀ ਗੱਲ 'ਚ ਸੱਚਾਈ ਹੈ ਤਾਂ ਮਤਲਬ ਡੈਫੀਨੇਟਲੀ ਸੁਣਨੇ ਵਾਲਿਆਂ ਪਰ ਅਸਰ ਹੋਊਗਾ। ਦੇਖੋ ਨੈਗੇਟਿਵ ਪੋਜ਼ਿਟਿਵ ਹਮੇਸ਼ਾ ਇਕੱਠੇ ਚੱਲਦੇ ਆ। ਹਰ ਬੰਦਾ ਆਪਣੀ ਨੌਲੇਜ ਦੇ ਹਿਸਾਬ ਨਾਲ ਕਮੈਂਟ ਕਰਦਾ ਹੈ, ਗੱਲ ਕਰਦਾ ਹੈ। ਪਰਮਾਤਮਾ ਸਭ ਦਾ ਭਲਾ ਕਰੇ, ਠੀਕ ਹੈ ਨਾ। ਤੇ ਇਹ ਹੁੰਦਾ ਹੀ ਆਇਆ ਹਮੇਸ਼ਾ। ਹੁਣ ਕਿਸੇ ਨੂੰ ਵੀ ਕਿਸੇ ਸਾਡੀ ਦੁਨੀਆ ਨੇ ਸਹਾਰਿਆ ਹੈ, ਕਿਸੇ ਨੂੰ ਸਹਾਰਾ ਦਿੱਤਾ ਹੈ, ਕਿਸੇ ਜਿੰਦਾ ਬੰਦੇ ਨੂੰ, ਜਾਂ ਕਿਸੇ ਜਦ ਵੈਲਿਊ ਦਿੱਤੀ ਉਹਨੂੰ ਜਦ ਉਹ ਜਿਉਂਦਾ ਸੀ ਜਾਂ ਹੈ ਸੀ, ਦਿੱਤੀ ਆ। ਕਈਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਪੱਥਰ ਮਾਰੇ ਤੇ। ਪਰ ਸੱਚ ਜਿਹੜਾ ਹੁੰਦਾ ਹਮੇਸ਼ਾ ਉਹ ਸੱਚ ਹੁੰਦਾ, ਸੱਚ ਨੂੰ ਕਦੀ ਝੁਠਲਾਇਆ ਨਹੀਂ ਜਾ ਸਕਦਾ। ਇਹ ਗੱਲ ਹੁੰਦੀ, ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਲੋਕਾਂ ਨੂੰ ਠੱਗਣ ਲਈ ਨਹੀਂ, ਲੋਕਾਂ ਦੀ ਸੇਵਾ 'ਚ ਇੱਥੇ ਬੈਠੇ ਹੋ, ਇਸ ਚੀਜ਼ ਦਾ ਦਾਅਵਾ ਤੁਸੀਂ ਕਰਦੇ ਹੋ ਕੈਮਰੇ ਤੇ? ਬਿਲਕੁਲ ਕਰ ਰਹੇ ਆ ਅਸੀਂ ਤਾਂ ਸੇਵਾ ਕਰਦੇ ਆ, ਅਸੀਂ ਤਾਂ ਕੋਈ ਕੰਸਲਟੈਂਸੀ ਫੀਸ ਵੀ ਨਹੀਂ ਲੈਂਦੇ ਹੈਗੇ, ਠੀਕ ਹੈ ਨਾ। ਤੇ ਜੇ ਵੇਚਣੀ ਉਹ ਹੁੰਦੀ ਮੈਡੀਸਿਨ ਤਾਂ ਕਿੰਨੇ ਹੀ ਸੈਲੀਬ੍ਰਿਟੀ ਤੁਰੇ ਫਿਰਦੇ ਆ। ਕੀਮਤ ਕਿੰਨੀ ਹੈ ਇਹਦੀ? ਇਹਦੀ 1300 ਰੁਪਇਆ 3 ਮਹੀਨੇ ਦੀ ਮੈਡੀਸਿਨ ਆ। 3 ਮਹੀਨੇ ਦੀ 1300? 3 ਮਹੀਨੇ ਦੀ 1300 ਰੁਪਏ ਦੀ। ਤੇ ਜਿਹੜੀਆਂ ਮਤਲਬ ਧੁੰਨੀ ਵਾਲੇ ਤੇਲ ਮਾਰਕੀਟ 'ਚ ਵੇਚ ਰਹੇ ਆ ਲੋਕਾਂ ਨੇ, ਇੱਕ ਨਾਲ ਇੱਕ ਫ੍ਰੀ ਕਰੀ ਵੀ ਆ ਹੈ। ਕੋਈ ਮਤਲਬ 1200 ਦੀ ਦੇ ਰਿਹਾ, ਕੋਈ 400 ਦੇ ਰਿਹਾ। ਇਹ ਕੋਈ ਉਹ ਥੋੜ੍ਹੀ ਹੈ ਵੀ ਤੁਸੀਂ ਸੇਲ ਲਾਤੀ, ਕੋਈ ਚੱਪਲਾਂ ਜਾਂ ਜੁੱਤੀਆਂ ਦੀ ਦੁਕਾਨ ਹੈ। ਜਿੱਥੇ ਸੇਲ ਹੈ, ਸਾਡਾ ਵੀ ਤਾਂ ਦਿਮਾਗ ਇੰਨਾ ਕੰਮ ਕਰਦਾ ਜਿਹੜਾ ਇੱਕ ਨਾਲ ਇੱਕ ਹੈ। ਸਾਡਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਪਬਲਿਕ ਦਾ। ਸਾਡੇ 3-4 ਸਾਲ 5 ਸਾਲ ਹੋ ਗਏ ਸਾਨੂੰ, 4 ਸਾਲ ਸਾਡਾ ਰੇਟ ਤਾਂ ਉਹੀ ਆ। ਅਸੀਂ ਕਿਉਂ ਘੱਟ ਵੱਧ ਕਰੀਏ, ਕਿਉਂ ਪਬਲਿਕ ਨੂੰ ਠੱਗੀਏ, ਕਿਉਂ ਲੁੱਟੀਏ ਕਿਸੇ ਨੂੰ, ਕਿਉਂ ਇੱਕ ਨਾਲ ਇੱਕ ਦਈਏ? ਕਿਆ ਇਹ ਮੈਡੀਸਿਨ ਹੈ, ਇਹਦੀ ਕੋਈ ਵੈਲਿਊ ਆ? ਕੋਈ ਇਹਦਾ ਪ੍ਰੋਸੈਸ ਹੈ। 14-15 ਬੰਦੇ ਆ ਜਿਹੜੇ ਸਾਡੇ ਕੋਲ ਕੰਮ ਕਰਦੇ ਆ ਹੈ, ਉਹਨਾਂ ਦੇ ਖਰਚੇ, ਉਹਨਾਂ ਦੇ ਟੱਬਰ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦੇ ਖਰਚੇ, ਉਹ ਕੰਪਨੀ ਦੇ ਖਰਚੇ, ਬਿਜਲੀ ਦੇ ਖਰਚੇ ਕੌਣ ਕਰੂੰਗਾ? ਉਹ ਤਾਂ ਕਰਨੇ ਆ ਨਾ। ਪਰ ਇੱਕ ਵੈਲਿਊ ਆ। ਹਰ ਮਾਰਕੀਟ ਦੇ ਵਿੱਚ 3 ਗ੍ਰੇਡਾਂ 'ਚ ਚੀਜ਼ ਮਿਲਦੀਆਂ ਨਾ, A B C, ਹਰ ਗ੍ਰੇਡ 'ਚ ਮਿਲਦੀ ਆ ਨਾ। ਦਾਲ ਵੀ ਪਾਲਸ਼ ਵਾਲੀ ਦਾਲ ਆ ਜਿਹੜੀ, ਉਹ ਸਸਤੀ ਹੈ। ਜਿਹੜੀ ਓਰੀਜਨਲ ਦਾਲ ਆ ਉਹ ਮਹਿੰਗੀ ਆ, ਹੈ ਨਾ। ਚੀਨੀ ਦੇ ਵੀ ਕਿੰਨੇ ਰੇਟ ਹੈ, ਕਿੰਨੀਆਂ ਕੰਪਨੀਆਂ ਹੈ। ਕੁਆਲਿਟੀ ਹੈ ਤਾਂ ਹੈ। ਹੁਣ ਮਾਰਕੀਟ ਦੇ ਵਿੱਚ 5000 ਦਾ ਵੀ ਤਾਂ ਬੂਟ ਮਿਲਦਾ ਹੈ, ਕਈ 250 ਵਾਲੀ ਜੁੱਤੀ ਪਾ ਕੇ ਖੁਸ਼ ਆ। ਤਾਂ ਕੰਫਰਟ ਜ਼ਰੂਰੀ ਹੈ, ਕੰਫਰਟ ਜ਼ਰੂਰੀ ਆ। ਜਿੱਥੇ ਕਿਸੇ ਦਾ ਮਨ ਟਿਕਿਆ ਵਾ। ਦੇਖੋ ਵਿਊ ਦੇਣਾ, ਕਮੈਂਟ ਕਰਨਾ ਹੈ ਆਜ਼ਾਦੀ ਆ। ਆਜ਼ਾਦ ਹੈ ਸਾਡਾ ਮੁਲਕ। ਸਾਨੂੰ ਠੋਕ ਕੇ ਗੱਲ ਕਰਨੀ ਚਾਹੀਦੀ ਆ। ਪਰ ਜਦੋਂ ਸਾਡੇ ਜਿਹੜੇ ਹੈਗੇ ਆ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਤਾਂ ਉਹਨਾਂ ਦੀ ਸੈਟੀਸਫੈਕਸ਼ਨ ਕਰਾਉਣਾ ਵੀ ਸਾਡੇ ਲਈ ਉਹਨਾਂ ਜ਼ਰੂਰੀ ਹੁੰਦਾ। ਤਾਂ ਅਸੀਂ ਕਿਉਂਕਿ ਕਿਸੇ ਨਾਲ ਧੋਖਾ ਨਹੀਂ ਅਸੀਂ ਚਾਹੁੰਦੇ ਕਿ ਕਦੀ ਕਿਸੇ ਨਾਲ ਫਰਾਡ ਹੋਵੇ, ਧੋਖਾ ਹੋਵੇ। ਜਿਹੜੀ ਚੀਜ਼ ਅਸੀਂ ਦਿਖਾਈਏ, ਅਸੀਂ ਲੋਕਾਂ ਤੱਕ ਸੱਚ ਲੈ ਕੇ ਆਈਏ। ਇਸੇ ਕਰਕੇ ਮੈਂ ਤੁਹਾਡੇ ਮੂੰਹ ਇਹ ਗੱਲ ਕਰਾ ਰਿਹਾ ਕਿ ਕੱਲ੍ਹ ਨੂੰ ਕੋਈ ਤੁਹਾਨੂੰ ਕਲੇਮ ਨਹੀਂ ਕਰ ਸਕਦਾ ਇੱਥੇ ਆ ਕੇ ਕਿ ਤੁਸੀਂ ਫਰਾਡ ਕੀਤਾ ਕਿਸੇ ਨਾਲ। ਇਹ ਤੁਸੀਂ ਗੱਲ ਕਹਿ ਸਕਦੇ ਹੋ ਜਾਂ ਨਹੀਂ? ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਸਾਡੇ ਕੋਲ ਆਉਣ ਤੇ ਪਹਿਲਾਂ ਤੁਸੀਂ ਸੁਣੇ ਹੋਣੇ ਨਾ ਪਬਲਿਕ ਦੇ ਰਿਵਿਊ ਜਿਹੜੇ ਸਾਡੇ ਕੋਲ ਆਉਂਦੇ ਆ। ਮੈਂ ਇਹ ਕਹਿੰਦਾ ਵੀ ਸਾਡੇ ਕੋਲ ਆਉਣ ਤੋਂ ਪਹਿਲਾਂ 1 ਮਹੀਨਾ ਪਹਿਲਾਂ ਸਰੋਂ ਦਾ ਤੇਲ ਔਰ ਦੇਸੀ ਘੀ ਲਾਓ ਆਪਣੀ ਧੁੰਨੀ ਨੂੰ। ਜੇ ਤੁਹਾਨੂੰ ਲੱਗਿਆ ਵੀ ਉਹਦੇ ਨਾਲ ਕੁਝ ਹੋਇਆ, ਫਿਰ ਮੈਡੀਸਿਨ ਲੈ ਜਿਓ। ਫਿਰ ਇਹਦੇ ਵਿੱਚ ਵੀ ਤਾਂ ਉਹੀ ਚੀਜ਼ਾਂ ਹੈ। ਸਰੋਂ ਦਾ ਤੇਲ ਕਿਹਨੇ ਬਣਾਇਆ? ਤਾਰਾ ਮੀਰਾ ਕਿਹਨੇ ਬਣਾਇਆ? ਰੱਬ ਨੇ ਬਣਾਇਆ ਨਾ, ਕੁਦਰਤ ਨੇ ਬਣਾਇਆ। ਉਹਦਾ ਤੇਲ ਕਿਹਨੇ ਕੱਢਿਆ? ਅਸੀਂ ਕੱਢਿਆ। ਉਹ ਕੁਦਰਤੀ ਆ ਨਾ, ਉਹ ਕੰਮ ਕਰਦਾ ਏ। ਜਦ ਸਾਡੇ ਬੁੱਲ ਫਟਦੇ ਧੁੰਨੀ ਨੂੰ ਤੇਲ ਲਾਓ, 35 ਜਾਂ 40 ਮਿੰਟ 'ਚ ਬੁੱਲ ਠੀਕ ਹੋ ਜਾਂਦੇ ਆ। ਦੇਸੀ ਘੀ ਕਿਹਨੇ ਬਣਾਇਆ? ਬੰਦੇ ਦਾ ਬਣਾਇਆ ਵਾ ਦੇਸੀ ਘੀ। ਉਹਨਾਂ ਨੇ ਆਪਣੀ ਡਿਗਰੀ ਲਾਤੀ ਵੀ ਇੰਨੇ ਡਿਗਰੀ ਤੱਕ ਚੱਲਦਾ ਇਹ, 45 ਡਿਗਰੀ C ਤੱਕ ਚੱਲਦਾ ਇਹ। ਜਿਹੜਾ ਸਾਡਾ ਕੁਦਰਤੀ ਦੇਸੀ ਘੀ ਉਹ ਸਾਡੇ ਸਰੀਰ ਦੇ ਟੈਂਪਰੇਚਰ ਨਾਲ ਪਿਘਲਦਾ ਏ। ਉਹਦਾ ਪਿਘਲਾਊ ਦਰਜਾ ਉਹੀ ਆ ਜੋ ਸਾਡੀ ਬੋਡੀ ਦਾ ਏ, ਕਿਉਂਕਿ ਉਹ ਕਿਸੇ ਬੋਡੀ 'ਚ ਤੇ ਹੋ ਗਿਆ ਹੈ ਨਾ ਦੁੱਧ। ਫਿਰ ਉਹਦਾ ਦਹੀਂ ਬਣਾਇਆ, ਫਿਰ ਉਹਨੂੰ ਰਿੜਕ ਕੇ ਮੱਖਣ ਬਣਾ ਕੇ ਫਿਰ ਘੀ ਬਣਾਇਆ ਨਾ, ਉਹ ਵੀ ਕੁਦਰਤੀ ਉਹ ਕੰਮ ਕਰਦਾ ਏ। ਹੁਣ ਜਿਹੜੇ ਇਹਦੇ ਵਿੱਚ ਲਿਖਿਆ ਵਾ ਏ ਅਰੰਡੀ, ਆਮਲਾ, ਬਦਾਮ, ਕਲੌਂਜੀ, ਤਿਲ, ਸਨਫਲਾਵਰ, ਜਾਇਫਲ, ਅਖਰੋਟ, ਅਲਸੀ, ਓਲਿਵ, ਕੋਕੋਨਟ, ਸਰਸੋਂ, ਨਿੰਮ, ਲੈਮਨ, ਤਾਰਾ ਮੀਰਾ, ਕੈਂਫਰ, ਇਹ ਕਿਹਨੇ ਬਣਾਏ ਆ? ਕੁਦਰਤ ਨੇ ਬਣਾਏ ਨਾ। ਫਿਰ ਅਸੀਂ ਤਾਂ ਕੁਛ ਨਵਾਂ ਕਰਿਆ ਹੀ ਨਹੀਂ ਹੈਗਾ। ਉਹੀ ਮਟੀਰੀਅਲ ਹੈ ਮਾਰਕੀਟ 'ਚੋਂ ਲੈ ਕੇ ਜਿਹੜਾ ਬਣਾਇਆ ਹੈ, ਮਤਲਬ ਇੱਕ ਸੁਚੱਜੇ ਢੰਗ ਨਾਲ। 15 ਤੇ 18 ਦਿਨ ਦਾ ਟਾਈਮ ਲੱਗਦਾ ਸਾਡੀ ਮੈਡੀਸਿਨ ਤਿਆਰ ਹੋਣੇ ਨੂੰ। 12 ਦਿਨ ਵੀ ਲੱਗਦੇ ਆ, 25 ਦਿਨ ਵੀ ਲੱਗ ਜਾਂਦੇ ਆ। ਜਿਹੜੇ ਲੋਕ ਤੰਦਰੁਸਤ ਆ, ਹੁਣ ਤੁਹਾਡੇ ਤੱਕ ਆਏ ਆ ਲੋਕ, ਇਹ ਸਾਡੇ ਦਰਸ਼ਕ ਇਸ ਵੀਡੀਓ ਨੂੰ ਦੇਖਣਗੇ, ਜਿਹੜੇ ਤੰਦਰੁਸਤ ਆ, ਕਿੱਦਾਂ ਦੀ ਜ਼ਿੰਦਗੀ ਜਿਉਣ ਕਿ ਉਹਨਾਂ ਨੂੰ ਕਦੇ ਲੋੜ ਹੀ ਨਾ ਪਵੇ? ਅਸੀਂ ਤਾਂ ਇਹ ਕਹਿੰਦੇ, ਦੇਖੋ ਜੇ ਤੁਹਾਡਾ ਹਾਰਡ ਕੰਮ ਹੈ ਤਾਂ ਤੁਸੀਂ ਤਾਜ਼ੀ ਰੋਟੀ ਨਾ ਖਾਓ, ਬਹੀ ਰੋਟੀ ਖਾਓ 3 ਟਾਈਮ। ਜਿਹੜਾ ਬੰਦਾ ਕਹਿੰਦਾ ਮੈਂ ਭਾਰ ਘਟਾਉਣਾ 1 ਮਹੀਨਾ ਖਾ ਕੇ ਤਾਂ ਦੇਖ ਲਓ ਬਾਸੀ ਰੋਟੀ। ਜੇ ਤੁਹਾਡਾ 8-10 ਕਿਲੋ weight ਨਾ ਲੋਸ ਹੋਇਆ ਤਾਂ ਸਾਨੂੰ ਕਹਿ ਦਿਓ। ਵਜ੍ਹਾ ਕੀ? ਵਜ੍ਹਾ ਇਹ ਵੀ ਕੈਲਰੀ ਬਰਨ ਨਹੀਂ ਹੁੰਦੀ ਹੈਗੀ। ਜਿਹੜੀ
ਗਲੂਕੋਸ ਹੈ, ਕਾਰਬੋਹਾਈਡਰੇਟ ਹੈ, ਜਾਂ ਸਰੀਰ ਦੇ ਅੰਦਰ ਜਾਂਦਾ ਹੈ ਉਹ ਗਲੂਕੋਸ ਬਣਦਾ ਹੈ। ਨਤੀਜਾ ਇਹ ਆ, ਬੰਦਾ ਕਹਿੰਦਾ ਵੀ ਮੈਨੂੰ ਦੱਸਿਆ ਵੀ 250 ਆ ਸ਼ੂਗਰ। ਜਨਾਬ ਕੈਲਰੀ ਬਰਨ ਨਹੀਂ ਹੋਈ ਹੈਗੀ। ਸ਼ੂਗਰ ਤਾਂ ਜਿਹੜੀ ਹੁੰਦੀ ਹੈ ਨਾ, ਉਹ ਹੁੰਦੀ ਹੈ ਜਿੱਦਾਂ ਕਿਸੇ ਦਾ ਹੱਥ ਪੈਰ ਕੋਈ ਫੋੜਾ ਹੋ ਗਿਆ, ਜ਼ਖਮ ਹੋ ਗਿਆ, ਸੱਟ ਲੱਗ ਗਈ, ਉਹ ਸੁੱਕਦੀ ਓ ਨਹੀਂ, ਉਹ ਹੈ ਸ਼ੂਗਰ। ਨੀਂਦ ਨਹੀਂ ਆਉਂਦੀ, ਉਹ ਹੈ ਸ਼ੂਗਰ। ਭੁੱਖ ਬਾਰ-ਬਾਰ ਲੱਗਦੀ ਆ ਔਰ ਅੰਤਾਂ ਨਹੀਂ ਲੱਗਦੀ ਆ, ਉਹ ਹੈ ਸ਼ੂਗਰ। ਤੇ ਅੱਖਾਂ ਦੀ ਪ੍ਰੋਬਲਮ ਆ ਗਈ, ਉਹ ਹੈ ਸ਼ੂਗਰ। ਦੰਦਾਂ ਦੀ ਪ੍ਰੋਬਲਮ ਹੋ ਗਈ, ਇਹ ਹੈ ਸ਼ੂਗਰ। ਜਨਾਬ ਜੇ ਆਹ ਚੀਜ਼ਾਂ ਤੁਹਾਨੂੰ ਨਹੀਂ ਹੈਗੀਆਂ ਤਾਂ ਤੁਹਾਨੂੰ ਸ਼ੂਗਰ ਨਹੀਂ ਹੈਗੀ। ਸ਼ੂਗਰ ਦੀ ਰੇਸ਼ੋ ਅੱਜ ਤੇ 1990 ਸੰਨ ਦੀ ਕੱਢ ਕੇ ਦੇਖ ਲਿਓ, ਸਭ ਕੁਝ ਦਿਖਦਾ YouTube ਤੇ ਗੂਗਲ ਤੇ ਵੀ ਕਿੰਨੀ ਹੁੰਦੀ ਸੀ ਪਹਿਲਾਂ, ਅੱਜ ਕਿੰਨੀ ਹੋ ਗਈ। ਅੱਜ ਤੇ 15 ਸਾਲ ਪਹਿਲਾਂ ਕਿਆ ਸੀ ਸ਼ੂਗਰ ਦੀ ਜਿਹੜੀ ਕਿਆ ਕਹਿੰਦੇ ਆ ਕੁਆਂਟੀਟੀ ਜਾਂ ਕੁਝ ਵੀ ਕਹਿ ਲਓ, ਮਾਤਰਾ। ਹਾਂ, ਉਹਦਾ ਮਾਪ ਦਰਜਾ ਕਿਆ ਤਾ, ਅੱਜ ਕਿਆ ਹੈ, ਕਿਉਂ ਹੋ ਰਿਹਾ ਹੈ ਸਭ, ਵੱਧਦਾ ਜਾ ਰਿਹਾ। ਸਾਨੂੰ ਕਾਰਨ ਤੇ ਕੰਮ ਕਰਨਾ ਪੈਣਾ ਹੈ। ਸਾਨੂੰ ਪਾਣੀ ਸਹੀ ਕਰਨਾ ਪੈਣਾ ਹੈ। ਪਾਣੀ ਨਹੀਂ ਖੜ ਕੇ ਪੀਣਾ, ਬਾਕੀ ਜਿਹੜੀ ਮਰਜ਼ੀ ਚੀਜ਼ ਖੜ ਕੇ ਖਾ ਪੀ ਲਓ। ਪਾਣੀ ਸਹੀ ਰੱਖੋ। 70% ਪਾਣੀ ਹੈ ਸਾਡੀ ਬੋਡੀ ਦੇ ਵਿੱਚ, ਔਰ ਅਸੀਂ ਉਹ ਲੈਣਾ ਹੈ। ਅਸੀਂ ਡਾਕਟਰ ਦੇ ਕਹੇ ਤੇ ਨਹੀਂ ਪਾਣੀ ਪੀਣਾ, ਆਪੇ ਪਾਣੀ ਪੀਣਾ ਸ਼ੁਰੂ ਕਰ ਦਿਓ। ਉਹ ਵੀ ਕਿਆ ਕਰਨ, ਉਹ ਵੀ ਲਾਚਾਰ ਹੈ। ਉਹ ਕਹਿੰਦੇ ਵੀ 1000 mg ਦੀ ਗੋਲੀ ਵੀ ਨਹੀਂ ਅਸਰ ਕਰ ਰਹੀ ਪੇਨ ਕਿਲਰ ਤੇ, ਵੀ ਵਟ ਆਈ ਕੈਨ ਡੂ, ਐਂ ਕਹਿੰਦੇ ਆ ਉਹ। ਮਤਲਬ ਕਹਿਣ ਦਾ ਵੀ ਅਸੀਂ ਕੀ ਕਰੀਏ। ਨਤੀਜਾ ਇਹ ਹੈ, ਕੱਚੀਆਂ ਸਬਜ਼ੀਆਂ, ਹਰੀਆਂ, ਸਲਾਦ ਕਹਿੰਦੇ ਜਿਹਨੂੰ, ਫਰੂਟ ਜਾਂ ਫਰੂਟ ਕੱਟ ਕੇ ਅਸੀਂ ਜਿਹੜਾ ਖਾਂਦੇ ਆ, ਉਹ 12 ਵਜੇ ਤੋਂ ਪਹਿਲਾਂ ਖਾਣਾ ਸ਼ੁਰੂ ਕਰੋ। 12 ਵਜੇ ਤੋਂ ਬਾਅਦ ਨਾ ਖਾਓ, 3 ਵਜੇ ਤੋਂ ਬਾਅਦ ਨਾ ਖਾਓ। ਸਲਾਦ ਵੀ ਅਸੀਂ ਰਾਤ ਨੂੰ ਹੀ ਖਾਂਦੇ ਆ। ਰਾਤ ਨੂੰ ਸਲਾਦ ਸਿਰਫ ਪਿਆਜ਼ ਦਾ ਖਾ ਸਕਦੇ ਆ, ਬਾਕੀ ਕੋਈ ਸਲਾਦ ਖਾਣ ਦੀ ਤੁਹਾਨੂੰ ਉਹ ਨਹੀਂ ਹੈਗੀ। ਉਨਾ ਹੈਵੀ ਹੋ ਜਾਂਦਾ, ਸਾਡੀ ਜਿਗਰ ਦਾ ਕੰਮ ਵੱਧ ਜਾਂਦਾ। ਸਾਡੀ ਜਿਹੜੀ ਅੰਦਰ ਦੀ ਅਗਨੀ ਤੱਤਵ ਹੈ ਉਹ ਠੰਡਾ ਹੁੰਦਾ ਉਹਦੇ ਨਾਲ। ਸਾਨੂੰ ਆਪਣੇ ਖੱਬੀ ਸਾਈਡ ਗਰਮ ਰੱਖਣੀ ਆ, ਸੱਜੀ ਸਾਈਡ ਸਾਡਾ ਠੰਡਾ ਹੋਣਾ ਚਾਹੀਦਾ ਹੈ। ਪਰ ਨਤੀਜਾ ਉਲਟਾ ਹੈ, ਇੱਧਰਲੀ ਸਾਈਡ ਠੰਡਾ ਹੋ ਗਿਆ ਵਾ, ਇੱਧਰਲੀ ਸਾਈਡ ਗਰਮ ਹੋ ਗਿਆ ਵਾ। ਲੀਵਰ ਫੈਟੀ ਜਿਹਨੂੰ ਕਹਿੰਦੇ ਆ। ਜਿੰਨੇ ਵੀ ਲੋਕਾਂ ਨੂੰ ਹੱਥਾਂ ਪੈਰਾਂ ਨੂੰ ਸੋਜਾ ਆਉਂਦਾ, ਸਵੇਰੇ ਉੱਠਦੀ ਸਾਰ ਸੋਜਾ ਦੇਖਦੇ ਆ, ਆਪਣਾ ਖਾਣਾ ਪੀਣਾ ਸੁਧਾਰੋ। ਚੰਗੀ ਤਰ੍ਹਾਂ ਭੋਜਨ ਨੂੰ ਪਕਾ ਕੇ ਖਾਓ, ਨੂਣ ਘੱਟ ਖਾਓ। ਨੂਣ ਖਾਓ ਸੈਂਦਾ ਨਮਕ ਜਿਹਨੂੰ ਕਹਿੰਦੇ ਆ, ਡਲੀ ਵਾਲਾ ਨੂਣ ਜਿਹੜਾ ਸਾਡੇ ਸਿਆਣੇ ਖਾਂਦੇ ਹੁੰਦੇ ਤੇ, ਜੋ ਵੀ ਸਾਡੇ ਸਿਆਣੇ ਕਰਦੇ ਤੇ, ਸਾਡੀਆਂ ਦਾਦੀਆਂ ਨਾਨੀਆਂ, ਸਾਨੂੰ ਉਹੀ ਕਰਨਾ ਪੈਣਾ ਹੈ। ਠੀਕ ਹੈ ਨਾ। ਮੈਂ ਵੀ ਇੱਥੇ ਘਨੌਲੀ ਜੰਮਿਆ ਪਲਿਆ, ਮੇਰਾ ਪਿੰਡ ਘਨੌਲਾ ਹੈ। ਤੇ ਮਤਲਬ ਆਪਾਂ ਆਯੁਰਵੇਦ ਦੇ ਨਾਲ ਜੁੜੇ ਰਹੇ ਔਰ ਲੋਕਾਂ ਨੂੰ ਜੋੜ ਰਹੇ ਆ ਔਰ ਲੀਗਲੀ ਕਰ ਰਹੇ ਆ। ਗੌਰਮੈਂਟ ਬੜੀ ਖੁਸ਼ ਆ ਸਾਡੇ ਤੋਂ, ਬੜੇ ਅੱਛਾ ਸਾਰਾ ਕੰਮ ਹੋ ਰਿਹਾ ਹੈ ਠੀਕ ਠਾਕ। ਕਿੱਥੇ ਆ ਕੇ ਮਿਲਣ ਤੁਹਾਨੂੰ ਲੋਕ? ਆਪਣਾ ਐਡਰੈਸ ਦੱਸ ਦਿਓ। ਘਨੌਲੀ ਬੈਰੀਅਰ ਹੈ, ਰੋਪੜ ਤੋਂ 9 ਕਿਲੋਮੀਟਰ ਹੈ, ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਹੈ। ਜਿਹੜਾ ਨਾਲਾਗੜ੍ਹ ਨੂੰ ਰੋਡ ਗਿਆ ਉਹਦੇ ਸਾਹਮਣੇ ਆ ਖੱਬੇ ਹੱਥ। ਮਤਲਬ ਅਸੀਂ ਉਸ ਰੋਡ ਨੂੰ ਨਹੀਂ ਜਾਣਾ, ਅਸੀਂ ਅਨੰਦਪੁਰ ਸਾਹਿਬ ਰੋਡ ਤੇ ਹੀ ਰਹਿਣਾ ਹੈ। ਅਮਰ ਜੋਤੀ ਸਟੋਨ ਕਰੈਸ਼ਰ ਹੁੰਦਾ ਤਾਂ ਉਹ ਪੁੱਛ ਲਿਓ ਉਹਨਾਂ। ਮਤਲਬ ਉਸ ਬਿਲਡਿੰਗ 'ਚ ਹੈ, ਜੀਓ ਦੇ ਨਾਲ ਦਫ਼ਤਰ ਜਿਹੜਾ ਉੱਥੇ ਹੈ ਸਾਡਾ। ਬਾਹਰ ਤਿਰੰਗਾ ਝੰਡਾ ਲੱਗਿਆ ਵਾ, ਪਤਾ ਲੱਗੇ ਜਾਣਾ ਨਾਭੀ ਅੰਮ੍ਰਿਤ ਸ਼ਕਤੀ, ਨਾਭੀ ਸ਼ਕਤੀ ਅੰਮ੍ਰਿਤ ਲਿਖਿਆ ਹੋਇਆ ਹੈ। ਆਪਾਂ ਤਾਂ ਸਿਰਫ ਇਹ ਕਹਿੰਦੇ ਵੀ ਕੁਦਰਤ ਦੇ ਨਾਲ ਆਪਣੇ ਸਰੀਰ ਨੂੰ ਜੋੜੋ, ਧੁੱਪ ਲਵਾਓ ਆਪਣੇ ਸਰੀਰ ਨੂੰ, ਆਕਾਸ਼ ਦੇਖਿਆ ਕਰੋ, ਤਾਂ ਅਸੀਂ ਸਹੀ ਰਵਾਂਗੇ। ਨਹੀਂ ਤਾਂ ਕੈਂਸਰ ਦਾ ਹੌਸਪੀਟਲ ਦਾ ਉਦਘਾਟਨ ਮੋਦੀ ਸਾਹਿਬ ਕਰਕੇ ਗਏ ਆ, ਪ੍ਰਧਾਨ ਮੰਤਰੀ ਆਪਣੇ, ਹੈ ਨਾ। ਉਹ ਸਾਡੇ ਵਾਸਤੇ ਹੀ ਆ, ਤਿਆਰੀ ਆ। ਔਰ ਉਹਨਾਂ ਨੇ ਸ਼ੋਧ ਵੀ ਕਰੀ ਆ, ਮਤਲਬ ਕਹਿਣ ਦਾ ਵੀ WHO ਨੇ, ਦੇਖ ਲਿਓ YouTube ਪੜ੍ਹ ਕੇ, 2030 ਤੱਕ 70% ਭਾਰਤੀਆਂ ਨੂੰ ਕੈਂਸਰ ਔਰ ਡਾਇਬਟੀਜ਼ ਹੋ ਜਾਣੀ ਆ। ਸਹੀ ਕਹਿ ਰਹੇ ਆ ਉਹ। ਸਾਡੀਆਂ ਹਰਕਤਾਂ ਉੱਦਾਂ ਦੀਆਂ ਆਈਆਂ। ਜੇ ਬਾਸਾ ਡਬਲ ਰੋਟੀ ਅਸੀਂ ਖਾਊਂਗੇ ਤਾਂ ਉਨੇ ਘੰਟੇ ਹੀ ਲੈਣੇ ਆ ਪਚਣੇ ਨੂੰ ਜਿੰਨੇ ਘੰਟੇ ਪੁਰਾਣੀ ਹੈਗੀ ਆ। ਰੋਟੀ ਬਾਸੀ ਖਾ ਲਓ ਜੇ ਅਸੀਂ ਤਾਕਤ ਵਾਲਾ ਕੰਮ ਨਹੀਂ ਕਰਦੇ, ਹਾਰਡ ਵਰਕ ਨਹੀਂ ਕਰਦੇ। ਜਿਹੜਾ ਬੰਦਾ ਹਾਰਡ ਵਰਕ ਕਰਦਾ, ਜਿੱਦਾਂ ਹੁਣ ਪਰਦੇਸੀ ਬੰਦੇ ਸਾਡੇ ਪੰਜਾਬ 'ਚ ਆ ਕੇ ਕੰਮ ਕਰਦੇ ਆ, 8-8 10-10 ਫੁਲਕੇ ਖਾ ਲੈਂਦੇ ਆ, ਉਹਨਾਂ ਦੇ ਢਿੱਡ ਨਹੀਂ ਹੈਗੇ ਹੈ, ਉਹਨਾਂ ਦੇ ਵਾਲ ਵੀ ਨਹੀਂ ਚਿੱਟੇ ਹੋਏ ਹੈਗੇ 50-50 ਸਾਲ ਤੋਂ ਇੰਨੀ ਲੇਟ ਹੁੰਦੇ ਆ, ਕਿਉਂਕਿ ਉਹ ਹਾਰਡ ਵਰਕ ਕਰਦੇ ਆ। ਸਾਡਾ ਹਾਰਡ ਵਰਕ ਨਹੀਂ ਹੈਗਾ, ਸਾਨੂੰ ਬਾਹੀ ਰੋਟੀ ਖਾਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਾਡਾ ਭਾਰ ਤਾਂ ਘਟਣਾ ਹੈ। ਭਾਰ ਘਟਾਉਣੇ ਵਾਸਤੇ ਤੁਹਾਨੂੰ ਕੋਈ ਅਲੱਗ ਤੋਂ ਡਾਈਟਿੰਗ ਕਰਨੇ ਦੀ ਲੋੜ ਨਹੀਂ ਹੈਗੀ। ਰੋਟੀ ਖਾਣੀ ਛੱਡਣੀ ਨਹੀਂ ਹੈਗੀ, ਰੋਟੀ ਖਾਣੀ ਆ। ਦੁਪਹਿਰ ਦੀ ਰੋਟੀ ਤਾਂ ਕਦੇ ਵੀ ਗੈਪ ਨਾ ਪਾਇਓ, ਨਹੀਂ ਤੁਹਾਨੂੰ ਸ਼ੂਗਰ ਵੀ ਹੋ ਜਾਣੀ ਹੈ, ਤੁਹਾਨੂੰ ਗੈਸ ਵੀ ਰਹਿਣੀ ਆ। ਦੁਪਹਿਰ ਦੀ ਰੋਟੀ ਦਾ ਟਾਈਮ ਫਿਕਸ ਕਰ ਲਓ 1 ਤੇ 2 ਦੇ ਵਿੱਚ। ਆਹੀ ਗੱਲਾਂ ਅਸੀਂ ਲੋਕਾਂ ਨੂੰ ਦੱਸਦੇ ਆ, ਉਹ ਠੀਕ ਹੁੰਦੇ ਆ। ਜਿਹੜੇ ਫੋਲੋ ਕਰਦੇ, ਜਿਹੜੇ ਨਹੀਂ ਫੋਲੋ ਕਰਦੇ, 15-20 ਦਿਨ ਦਵਾਈ ਪਾਈ, ਨਹੀਂ ਹੋਇਆ, ਐਂ ਹੋਇਆ, ਮੈਂ 3 ਮਹੀਨੇ ਪਾਈ, ਮੈਂ 4 ਮਹੀਨੇ ਪਾਈ। ਦੇਖੋ ਹਰੇਕ ਬੰਦੇ ਦੀ ਬੋਡੀ ਅਲੱਗ ਹੈ, ਹਰੇਕ ਦਾ ਇਮਿਊਨ ਸਿਸਟਮ ਅਲੱਗ ਹੈ। ਜਿਨ੍ਹਾਂ ਦਾ ਇਮਿਊਨ ਸਿਸਟਮ ਸਹੀ ਹੈ ਉਹ ਛੇਤੀ ਠੀਕ ਹੋ ਜਾਂਦੇ ਆ। ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ, ਵੀਕ ਹੈ, ਉਹ ਮਤਲਬ ਕਹਿਣ ਦਾ ਵੀ ਤੋਬਾ ਕਰੋ ਆਪਣੇ ਖਾਣੇ ਪੀਣੇ 'ਤੇ, ਔਰ ਮਿਲੋ ਆ ਕੇ। ਅਗਰ ਨਹੀਂ ਕੋਈ ਇਫੈਕਟ ਪੈਂਦਾ ਹੈ, ਜਿਨ੍ਹਾਂ ਤੋਂ ਵੀ ਤੁਸੀਂ ਦਵਾਈ ਲਿੱਤੀ ਹੈ ਧੁੰਨੀ ਵਾਲੀ, ਕਿਸੇ ਤੋਂ ਵੀ, ਉਹਨਾਂ ਨੂੰ ਦੁਬਾਰਾ ਮਿਲੋ। ਮਿਲਣੇ ਦੀ ਲੋੜ ਹੈ। ਉਹ
ਉਹ ਤੁਹਾਨੂੰ ਦੱਸਣਗੇ ਢੰਗ ਵੀ ਕਿਵੇਂ ਆ, ਠੀਕ ਹੈ ਨਾ। ਤੇ ਤੁਸੀਂ ਮਤਲਬ ਕਹਿਣ ਦਾ ਆਜ਼ਾਦ ਹੋ, ਔਰ ਇਸ ਸਰੀਰ ਦਾ ਖਿਆਲ ਰੱਖੋ। ਪ੍ਰਮਾਤਮਾ ਨੇ ਬਹੁਤ ਕੀਮਤੀ ਇਹ ਸਰੀਰ ਸਾਨੂੰ ਦਿੱਤਾ ਹੈ, ਇਹਦਾ ਧਿਆਨ ਰੱਖੋ। ਜੇ ਸਾਡਾ ਸਰੀਰ ਠੀਕ ਹੈ ਤਾਂ ਸਾਡਾ ਸਮਾਜ ਠੀਕ ਹੈ, ਜੇ ਸਾਡਾ ਸਮਾਜ ਠੀਕ ਹੈ ਤਾਂ ਸਾਡਾ ਪਿੰਡ ਠੀਕ ਹੈ, ਜੇ ਸਾਡਾ ਪਿੰਡ ਠੀਕ ਹੈ ਸਾਡਾ ਸ਼ਹਿਰ ਵੀ ਠੀਕ ਹੈ, ਸਾਡੀ ਸਟੇਟ ਵੀ ਠੀਕ ਹੈ, ਸਾਡਾ ਦੇਸ਼ ਵੀ ਠੀਕ ਹੈ। ਪੰਜਾਬ ਦੇ ਵਿੱਚ ਜਿਹੜਾ ਹੁਣ ਦਰਿਆ ਚੱਲ ਰਿਹਾ ਹੈ, ਨਸ਼ਿਆਂ ਦਾ ਤਾਂ ਚੱਲੇ ਰਿਹਾ, ਹੁਣ ਦਵਾਈਆਂ ਦਾ ਵੀ ਤਾਂ ਚੱਲੇ ਰਿਹਾ। ਖੇਤਾਂ 'ਚ ਵੀ ਦਵਾਈਆਂ, ਘਰਾਂ 'ਚ ਵੀ ਦਵਾਈਆਂ। ਦੇ ਕੋਈ ਘਰ ਐਸਾ ਨਹੀਂ ਜਿਹਦੇ ਘਰਾਂ ਗੋਲੀਆਂ ਨਹੀਂ ਹੈਗੀਆਂ। ਇਹਨੂੰ ਰੋਕਣਾ ਸਾਡੇ ਹੱਥ 'ਚ ਹੈ। ਸਹੀ ਖਾਣਾ ਪੀਣਾ ਕਰੋ ਆਪਣਾ, ਸਹੀ ਚੀਜ਼, ਠੰਡੀਆਂ ਚੀਜ਼ਾਂ 12 ਵਜੇ ਤੋਂ ਪਹਿਲਾਂ, ਗਰਮ ਚੀਜ਼ਾਂ 3 ਵਜੇ ਤੋਂ ਬਾਅਦ। ਠੰਡੀਆਂ ਗਰਮ ਚੀਜ਼ਾਂ ਕਿਹੜੀਆਂ ਤੁਹਾਨੂੰ YouTube ਨੇ ਔਰ Google ਨੇ ਦੱਸ ਦੇਣਾ, ਉੱਥੇ ਦੇਖ ਲਿਓ। YouTube ਤੇ ਬੋਲ ਕੇ ਵੀ ਪਤਾ ਲੱਗ ਜਾਂਦਾ ਵੀ ਗਰਮ ਤਸੀਰ ਵਾਲੀ ਵਸਤੂ ਕਿਆ ਹੈ ਖਾਣੇ ਕੇ लिए, ਉਹ ਦੱਸ ਦਿੰਦੀ ਆ। ਠੰਡੀ ਤਸੀਰ ਵਾਲੀ ਵਸਤੂ ਕਿਆ ਹੈ, ਉਹ ਦੱਸ ਦਿੰਦੀ ਆ। ਫਿਰ ਉਹਦਾ ਟਾਈਮ 12 ਵਜੇ ਤੋਂ ਪਹਿਲਾਂ ਠੰਡੀ ਚੀਜ਼, 3 ਵਜੇ ਤੋਂ ਬਾਅਦ ਗਰਮ ਚੀਜ਼। ਲੋੜ ਹੀ ਨਹੀਂ ਹੈਗੀ ਤੁਹਾਨੂੰ ਕਿਸੇ ਦਵਾਈ ਦੀ। ਸੋ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਸਰੀਰਕ ਤਕਲੀਫਾਂ ਦੇ ਨਾਲ ਜੂਝ ਰਹੇ ਆ, ਤੇ ਜਦੋਂ ਇਨਸਾਨ ਸਰੀਰਕ ਤਕਲੀਫਾਂ ਦੇ ਨਾਲ ਜੂਝ ਰਿਹਾ ਹੁੰਦਾ, ਆਪਣੇ ਸਰੀਰ ਤੋਂ ਦੁਖੀ ਹੁੰਦਾ, ਤਾਂ ਉਹ ਕਿਤੇ ਵੀ ਜਾਂਦਾ। ਸੋ ਇਲਾਜ ਦੇ ਲਈ ਦਰ ਦੇ ਉੱਤੇ ਭਟਕਦਾ, ਪਰ ਜਿਹੜੇ ਥਾਂ ਤੇ ਠੋਕਰਾਂ ਖਾਣੀਆਂ ਪੈਂਦੀਆਂ। ਤੇ ਬਹੁਤ ਸਾਰੀਆਂ ਨਾਭੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਹ ਬੂੰਦਾਪਨ ਵਾਲੀਆਂ ਹੁਣ ਚੱਲ ਵੀ ਰਹੇ ਬਹੁਤ ਪਾਸੇ, ਪਰ ਲੋਕ ਜਿਹੜੇ ਹੈਗੇ ਆ ਉਹ ਹੁਣ ਸਵਾਲ ਖੜੇ ਕਰਦੇ ਆ ਇਸ ਤਰ੍ਹਾਂ ਦੇ ਕਿ ਇਹ ਧੰਦਾ ਬਣਾਇਆ ਹੋਇਆ ਹੈ, ਸਾਨੂੰ ਤਾਂ ਫਰਕ ਨਹੀਂ ਪਿਆ। ਪਰ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਫਰਕ ਨਹੀਂ ਪਿਆ ਸਾਡੇ ਕੋਲੋਂ ਇਹ ਦਵਾਈ ਲੈਣ ਤੋਂ ਬਾਅਦ, ਤਾਂ ਉਹ ਬੇਸ਼ੱਕ ਕਿਸੇ ਕੋਲੋਂ ਵੀ, ਸਾਤੋਂ ਨਹੀਂ, ਕਿਤੇ ਤੋਂ ਵੀ ਲਿੱਤੀ ਹੈ ਧੁੰਨੀ ਵਾਲੀ ਦਵਾਈ, ਨਹੀਂ ਫਰਕ ਪਿਆ ਤਾਂ ਉਹਨਾਂ ਨਾਲ ਜਾ ਕੇ ਗੱਲ ਕਰੋ ਵੀ ਕਾਰਨ ਕਿਆ ਹੈ। ਉਹ ਕਾਰਨ ਤੇ ਕੰਮ ਕਰਨਗੇ। ਜੇ ਤੁਸੀਂ ਕਾਰਨ ਹੀ ਨਹੀਂ ਦੱਸਿਆ, ਦੇਖੋ ਕਿਸੇ ਨੇ ਵੀ ਬਣਾਈ ਹੈ ਮੈਡੀਸਿਨ 2019 ਚ ਹੋਪ ਹਰਬਲ ਲੀਫ ਨੇ ਨਾਭੀ ਅੰਮ੍ਰਿਤ ਬਣਾਇਆ ਸੀ। ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਤਾਂ ਉਹ ਤੋਂ ਬਾਅਦ ਇਹ ਤੁਹਾਨੂੰ ਮਿਲਣਾ ਸ਼ੁਰੂ ਹੋਇਆ ਨਾ ਸਾਰਾ ਕੁਝ। ਕਿਸੇ ਨੇ ਵੀ ਬਣਾਈ ਹੈ, ਚਲੋ ਮਿਹਨਤ ਤਾਂ ਕੀਤੀ ਹੈ ਨਾ ਅਗਲੇ ਨੇ, ਕੁਝ ਵੀ ਕੀਤਾ। ਜਿਸ ਦਿਨ ਸਾਡੀ ਕੁਆਲਿਟੀ ਨੂੰ ਕੋਈ ਬੀਟ ਕਰ ਗਿਆ, ਕੋਈ ਵੀ ਕੰਪਨੀ ਜਿਹੜੀਆਂ ਬਣਾ ਰਹੀਆਂ ਧੁੰਨੀ ਵਾਲੀ ਦਵਾਈ, ਸਭ ਤੋਂ ਵੱਧ ਖੁਸ਼ੀ ਸਾਨੂੰ ਹੋਊਗੀ। ਪਰਮਾਤਮਾ ਕਿਰਪਾ ਕਰੇ ਵੀ ਉਹ ਕਰਨ। ਔਰ ਕਿੰਨੀ ਮਿਹਨਤ ਨਾਲ ਕਿਸੇ ਨੇ ਕੋਈ ਪ੍ਰੋਡਕਟ ਬਣਾਇਆ, ਕੁਝ ਵੀ ਬਣਾਇਆ। ਜਿੱਦਾਂ ਹੁਣ ਅਸੀਂ ਮੰਨ ਲਓ ਕੱਪੜੇ ਦੇ ਸ਼ੋਅਰੂਮ 'ਚ ਚਲੇ ਗਏ ਜਾਂ ਬੂਟਾਂ ਦੇ ਸ਼ੋਅਰੂਮ 'ਚ ਚਲੇ ਗਏ, ਇੱਕ ਵਾਰੀ ਦੇਖ ਕੇ ਐਂ ਕਰ ਦਿੰਦੇ ਯਾਰ ਕਿਆ ਹੈ, ਪਰ ਸਾਨੂੰ ਉਹਦੇ ਪਿੱਛੇ ਉਹਦੀ ਮਿਹਨਤ ਨਹੀਂ ਨਾ ਦਿਖੀ ਹੈਗੀ ਵੀ ਕਿੰਨਾ ਸਟਰਗਲ ਹੈ ਨਾ। ਉਸ ਚੀਜ਼ ਦੀ ਕਦਰ ਕਰੋ। ਕਿਤੇ ਵੀ ਤੁਸੀਂ ਕੋਈ ਕੋਰਸ ਸ਼ੁਰੂ ਕੀਤਾ ਹੈ ਕਿਸੇ ਵੀ ਮੈਡੀਸਿਨ ਦਾ, ਕਿਤੋਂ ਵੀ, ਉਹਨੂੰ ਪੂਰਾ ਜ਼ਰੂਰ ਕਰੋ। ਐਵੇਂ ਨਾਲੇ ਦਾਲੇ ਭਟਕੀ ਜਾਇਆ ਕਰੋ, ਕਿਤੇ ਮਟਕਾ ਲਵਾਉਂਦੇ ਫਿਰਦੇ, ਕਿਤੇ ਚੇਪੀਆਂ ਲਵਾਉਂਦੇ ਫਿਰਦੇ ਆ, ਹੈ ਕਿਤੇ ਮਤਲਬ ਜੋੜਾਂ ਵਿੱਚ ਤੇ ਲਿਕੁਇਡ ਕਢਵਾਉਂਦੇ ਫਿਰਦੇ ਆ, ਟੀਕੇ ਲਵਾਉਂਦੇ ਫਿਰਦੇ ਆ, ਹੈ। ਕੋਈ ਇੱਕ ਕੋਰਸ ਤਾਂ ਕੰਪਲੀਟ ਕਰ ਲਓ, ਬਿਲੀਵ ਕਰਕੇ ਆਪਣੇ ਆਪ ਤੇ ਔਰ ਆਪਣੇ ਰੱਬ ਤੇ, ਹੈ ਨਾ। ਜਿਹੜਾ ਬੰਦਾ ਜਿਸਨੇ ਜੋ ਬੋਇਆ वो उसको ਮੁਬਾਰਕ, ਜੋ ਜਿਹਨੇ ਬੀਜਿਆ ਉਹਨੂੰ ਉਹੀ ਵੱਢਣਾ ਪੈਣਾ ਹੈ। ਜਿਹੜਾ ਬੰਦਾ ਤੁਹਾਨੂੰ ਕੈਮੀਕਲ ਦੇ ਰਿਹਾ ਹੈ ਉਹਦੀ ਜ਼ਿੰਦਗੀ ਕੈਮੀਕਲ ਤੋਂ ਵੀ ਬੱਤਰ ਹੋ ਜਾਣੀ ਆ, ਹੈ ਨਾ। ਅਸੀਂ ਦੇਖਦੇ ਆ ਨਾ ਕਲਯੁਗ ਦੇ ਵਿੱਚ ਤਾਂ ਨਾਲ ਦੀ ਨਾਲ ਮਿਲਦਾ ਸਾਰਾ ਕੁਝ, ਠੀਕ ਹੈ ਨਾ। ਜੋ ਲੋਕਾਂ ਨੂੰ ਵੰਡੋਗੇ ਉਹੀ ਬਰਾਬਰ ਮਿਲਣਾ ਹੈ। ਚਾਹੇ ਚੰਗਾ ਵੰਡ ਲਓ, ਚਾਹੇ ਮਾੜਾ ਵੰਡ ਲਓ, ਚਾਹੇ ਸਹੀ ਕਰ ਲਓ, ਚਾਹੇ ਗਲਤ ਕਰ ਲਓ, ਕਿਉਂਕਿ ਦੁਬਾਰਾ ਤਾਂ ਆਣੀ ਓ ਆ, ਸਾਡੇ ਮੱਥੇ ਪਰ ਆ ਕੇ ਵੱਜਣੀ ਆ। ਉਹ ਜਿਹੜੀ ਲਫ਼ਜ਼ ਅਸੀਂ ਇੱਥੇ ਕੱਢਤੇ ਉਹ ਸਾਡੇ ਹੀ ਮੱਥੇ ਪਰ ਆ ਕੇ ਵੱਜਣੇ। ਚਾਹੇ ਚੱਜ ਦੇ ਲਫ਼ਜ਼ ਕੱਢ ਲਓ ਕਿਸੇ ਵਾਸਤੇ, ਚਾਹੇ ਮਾੜੇ ਕੱਢ ਲਓ, ਜਵਾਬ ਤਾਂ ਸਾਨੂੰ ਮਿਲਣਾ ਹੀ ਆ। ਬਿਲਕੁਲ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਤੁਹਾਨੂੰ ਅਸਰ ਨਹੀਂ ਕੀਤਾ ਇਸ ਪ੍ਰੋਡਕਟ ਨੇ, ਤਾਂ ਤੁਸੀਂ ਬੇਸ਼ੱਕ ਜਿਹੜਾ ਹੈਗਾ ਆ ਕੇ ਗੱਲਬਾਤ ਕਰ ਸਕਦੇ ਹੋ। ਤੁਹਾਡੇ ਲਈ ਇਸ ਥਾਂ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਆ। ਜਿੱਥੋਂ ਵੀ ਤੁਸੀਂ ਪ੍ਰੋਡਕਟ ਲਿਆ ਤਾਂ ਉੱਥੇ ਜਾ ਕੇ ਜ਼ਰੂਰ ਤੁਹਾਨੂੰ ਪੁੱਛਗਿੱਛ ਕਰਨੀ ਚਾਹੀਦੀ ਆ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਰੇ ਤੁਸੀਂ ਤੰਦਰੁਸਤ ਰਹੋ। ਇਸ ਦੇ ਮਕਸਦ ਨਾਲ ਹੀ ਅਸੀਂ ਤੁਹਾਨੂੰ ਇਹ ਸਾਰੀ ਗੱਲਬਾਤ ਦਿਖਾਈ ਆ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ ਤਾਂ ਆਪਣੇ ਕੋਰਸ ਵੀ ਪੂਰੇ ਤੁਸੀਂ ਕਰੋ ਇਹਨਾਂ ਦੇ ਦੱਸਣ ਮੁਤਾਬਕ, ਤੇ ਜ਼ਰੂਰ ਇੱਥੇ ਆ ਕੇ ਤੁਸੀਂ ਆਪਣੀ ਉਹ ਰਹਿੰਦੀ ਗੱਲਬਾਤ ਵੀ ਕਰੋ ਤਾਂ ਕਿ ਤੁਹਾਨੂੰ ਫਾਇਦਾ ਮਿਲ ਸਕੇ। ਹਾਂਜੀ, ਦੇਖੋ ਹੈਲਥ ਦੇ ਰਿਗਾਰਡਿੰਗ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਮਾਰਕੀਟ ਦੇ ਵਿੱਚ, ਪਹਿਲਾਂ ਉਹਦੀ ਹੈਲਥ ਦੇਖ ਲਿਓ ਕਿਵੇਂ ਦੀ ਆ। ਜੇ ਉਹ ਆਪ ਰਿਸ਼ਟ ਪੁਸ਼ਟ ਹੈ, ਫਿੱਟ ਫਾਟ ਹੈ, ਤਾਂ ਤੁਹਾਨੂੰ ਜ਼ਰੂਰ ਠੀਕ ਕਰੂੰਗਾ, ਗੱਲ ਮੰਨ ਲਿਓ। ਜਿਹੜਾ ਆਪ ਹੀ ਨਹੀਂ ਫਿੱਟ ਹੈਗਾ, ਜਿਹਦੇ ਆਪਣੇ ਕਮੀਜ਼ ਦੇ ਢਿੱਡ ਦੇ ਬਟਨ ਟੁੱਟਣੇ ਨੂੰ ਤਿਆਰ ਆ, ਉਹ ਤੁਹਾਨੂੰ ਕਿੱਦਾਂ ਠੀਕ ਕਰ ਦੂੰਗਾ, ਹੈ ਨਾ। ਪਹਿਲਾਂ ਹੈਲਥ ਵਰਕਰ ਦੀ ਹੈਲਥ ਦੇਖੋ, ਫਿਰ ਉਹ 'ਤੇ ਹੀ ਸਲਾਹ ਲਓ। ਸੱਚ ਜਾਣਿਓ, ਜੇ ਹੁਣ ਕਿਤਾਬਾਂ ਤਾਂ ਮਾਰਕੀਟ 'ਚ ਵੀ ਮਿਲਦੀਆਂ ਹੈ, ਅਸੀਂ ਨਿਆਣਿਆਂ ਨੂੰ ਸਕੂਲ 'ਚ ਕਾਹਤੇ ਭੇਜਦੇ ਆ, ਕੋਈ ਤਾਂ ਗੱਲ ਹੈ ਨਾ।
ਘਰੇ ਥੋੜੀ ਪੜ ਹੋਣਾ। ਆਪਣੀ ਸ਼ਿਕਾਇਤ ਆਪਣੇ ਦਿਲ 'ਚ ਨਾ ਰੱਖੋ, ਆਪਣੇ ਦਿਮਾਗ 'ਚ ਨਾ ਰੱਖੋ। ਜੇ ਕੋਈ ਸਿਹਤ ਨੂੰ ਲੈ ਕੇ ਸ਼ਿਕਾਇਤ ਆ ਤਾਂ ਗੱਲ ਕਰੋ ਆ ਕੇ ਜ਼ਰੂਰ। ਕੋਈ ਗੱਲ ਕਰਨੇ ਦਾ ਕੋਈ ਪੈਸਾ ਨਹੀਂ ਹੈਗਾ। ਜੇ ਕੋਈ ਆ ਕੇ ਤੁਹਾਨੂੰ ਕਹੇ ਵੀ ਟੈਸਟ ਕਰਵਾਉਣੇ ਮੈਂ ਤੁਹਾਡੇ ਸਾਰੇ, ਜੇ ਤੁਹਾਡੇ ਟੈਸਟ ਕਰਵਾਉਣ ਦੀ ਗੱਲ ਕਹੇ ਕੋਈ ਆ ਕੇ, ਕਰਵਾ ਲਓ, ਕੋਈ ਵੀ ਕਰਵਾ ਲਓ ਟੈਸਟ, ਤੁਹਾਨੂੰ ਸਾਹਮਣੇ ਕਲੀਅਰ ਹੋ ਜਾਣਾ ਸਾਰਾ ਕੁਝ। ਅੱਛੀ ਭੁੱਖ ਲੱਗਦੀ ਆ, ਅੱਛੀ ਨੀਂਦ ਆਉਂਦੀ ਆ। ਜੇ ਇਹ 2 ਗੱਲਾਂ ਸਹੀ ਆ ਤਾਂ ਬੰਦਾ ਸਹੀ ਆ। ਜੇ ਇਹ 2 ਗੱਲਾਂ ਸਹੀ ਨਹੀਂ ਹੈਗੀਆਂ, ਸੁੱਤੇ ਪਿਆਂ ਦਾ ਤੁਹਾਡਾ ਦਿਮਾਗ ਚੱਲਦਾ ਹੈ, ਅੱਖਾਂ ਬੰਦ ਹੈ, ਤਾਂ ਉਹ ਨੀਂਦ ਨਹੀਂ ਹੈਗੀ। ਸੋ ਬਿਲਕੁਲ ਜਿਹੜੇ ਪੇਸ਼ੈਂਟ ਇੱਥੇ ਆਏ ਹੋਏ ਆ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਂਦੇ ਆ ਕਿ ਕਿਹੜੀਆਂ ਉਹਨਾਂ ਦੀਆਂ ਬਿਮਾਰੀਆਂ, ਕਿਹੜੀਆਂ ਸਮੱਸਿਆਵਾਂ ਉਹ ਇੱਥੇ ਲੈ ਕੇ ਆਏ ਸੀ ਤੇ ਕਿੰਨਿਆਂ ਦੀਆਂ ਬਿਮਾਰੀਆਂ ਠੀਕ ਹੋ ਚੁੱਕੀਆਂ। ਸੋ ਬਾਬਾ ਜੀ, ਤੁਹਾਨੂੰ ਕੀ ਸਮੱਸਿਆ ਸੀ? ਤੁਸੀਂ ਕਿਸ ਸੰਬੰਧ 'ਚ ਆਏ ਸੀ ਦਵਾਈ? ਮੈਂ ਮਕੰਦ ਸਿੰਘ, ਹਾਂਜੀ। ਡਿਸਟ੍ਰਿਕਟ ਸੰਗਰੂਰ ਭਵਾਨੀਗੜ੍ਹ ਤੋਂ ਆਇਆ। ਮੇਰੀ ਮਿਸਿਜ 5 ਫਰਵਰੀ ਨੂੰ ਡਿੱਗ ਪਏ ਸੀ ਅੰਦਰੇ। ਉਹਨਾਂ ਦੇ ਸੱਟ ਲੱਗੀ, ਸੱਟ ਲੱਗਣ ਨਾਲ ਉਹਨਾਂ ਦੇ ਟ੍ਰੀਟਮੈਂਟ ਕਰਾਇਆ ਸੀ ਨੇ। ਉਹਨਾਂ ਦੀਆਂ ਨਾੜਾਂ ਮਤਲਬ ਰੀੜ੍ਹ ਦੀ ਹੱਡੀ ਦੇ ਮਣਕਾ ਦਬਣ ਨਾਲ ਨਾੜਾਂ ਬਲੌਕ ਹੋ ਗਈਆਂ। ਉਹ ਤੁਰ ਨਹੀਂ ਤੇ ਸਕਦੇ, ਉੱਠ ਨਹੀਂ ਤੇ ਸਕਦੇ। ਫਿਰ ਅਸੀਂ ਕਰਾਉਂਦੇ ਰਹੇ, ਇਨਫੈਕਸ਼ਨ ਵੱਧ ਗਈ, ਉਹ ਵੀ ਕਰਾਇਆ, ਹੋਰ ਵੀ ਦਵਾਈਆਂ ਬੂਟੀਆਂ ਲੈਂਦੇ ਰਹੇ, ਫਿਜ਼ੀਓਥੈਰੇਪੀ ਵੀ ਕਰਾਈ। ਫਿਰ ਸਾਨੂੰ ਪਤਾ ਲੱਗਿਆ ਵੀ ਐਂ ਕਰਕੇ ਐਂ ਨਾਭੀ ਅੰਮ੍ਰਿਤ ਮਿਲਦਾ। ਮੈਂ ਆਪ ਫਤਿਆਬਾਦ ਦੇ ਕੋਲੇ ਪਿੰਡ ਹੈ, ਉੱਥੋਂ ਜਾ ਕੇ ਇਹ ਦਵਾਈ ਲੈ ਕੇ ਆਇਆ। ਫਰਕ ਪਿਆ ਕੋਈ? ਹਾਂ, ਫਰਕ ਪੈ ਗਿਆ। ਹੁਣ ਇੰਨਾ ਕਹਿ ਵੀ ਜਦੋਂ ਅੱਗੇ ਉਹਨਾਂ ਨੂੰ ਕਿਤੇ ਵੀ ਹੱਥ ਲਾਉਂਦੇ ਤੇ ਸਾਰੇ ਸਰੀਰ ਦੁਖਦਾ ਸੀ। ਹੁਣ ਉਹ ਉੱਠ ਕੇ ਬੈਠ ਜਾਂਦੇ ਨੇ, ਰੋਟੀ ਰਾਟੀ ਖਾ ਲੈਂਦੇ ਨੇ। ਪਹਿਲਾਂ ਥੋੜ੍ਹੀ ਖਾਂਦੇ ਸੀ, ਹੁਣ ਰੋਟੀ ਰਾਟੀ ਵਧੀਆ ਖਾ ਲੈਂਦੇ ਨੇ ਤੇ ਬੌਕਰ ਨਾਲ ਤੋਰ ਵੀ ਲੈਂਦੇ 2-4 ਕਦਮ। ਇਹ ਤਾਂ ਨਹੀਂ ਕੋਈ ਨਾਲ ਹੋਰ ਦਵਾਈ ਖਾ ਰਹੇ ਆ, ਕਿਤੇ ਅਸਰ ਉਹ ਕਰੀ ਜਾਂਦੀ ਹੋ? ਉਹ ਇੰਨੀ ਦਵਾਈ ਨਹੀਂ ਖਾਂਦੇ ਅਸੀਂ। ਇੱਕ ਤਾਂ ਬੀਪੀ ਦੀ ਗੋਲੀ ਪਹਿਲਾਂ ਚੱਲਦੀ ਸੀ, ਉਹ ਵੀ ਲੈਂਦੇ ਆ। ਤੇ ਇੱਕ ਦਰਦ ਹੁੰਦਾ ਸੀ ਜਦੋਂ ਜ਼ਿਆਦਾ ਕਿਤੇ ਹੋ ਜਾਂਦੀ ਸੀ, ਉਹ ਲੈਂਦੇ। ਉਹ ਹੁਣ ਅਸੀਂ ਘਟਾਤੀ। ਮਤਲਬ ਇੱਕ ਨਾੜਾਂ ਬਲੌਕ ਜਿਹਨੂੰ ਖੋਲ੍ਹਣ ਵਾਸਤੇ ਲੈਂਦੇ ਹੁੰਦੇ ਸੀ। ਮਤਲਬ ਨੋਰਮਲ ਜੀ ਦਵਾਈ ਲੈਂਦੇ, ਕੋਈ ਜ਼ਿਆਦਾ ਦਵਾਈ ਨਹੀਂ ਲੈਂਦੇ। ਇਹ ਜਿਹੜੀਆਂ ਹੈਗੀ ਨਾਭੀ ਅੰਮ੍ਰਿਤ, ਇਹ ਅਸੀਂ 13 ਤਰੀਕ ਨੂੰ ਮੈਂ ਲੈ ਕੇ ਆਇਆ ਸੀ ਫਤਿਆਬਾਦ ਤੋਂ। ਉਹ ਅਸੀਂ ਵਰਤ ਰਹੇ ਹਾਂ। ਉਹਦੇ ਨਾਲ ਹੋ ਗਿਆ ਲਗਭਗ? ਨਹੀਂ, ਮਹੀਨਾ ਨਹੀਂ ਹੋਇਆ। ਅੱਛਾ। 13 ਦੇ ਸਮਝ ਲਓ 18-20 ਦਿਨ ਹੋ ਗਏ। 20 ਦਿਨਾਂ ਦੇ ਵਿੱਚ ਕਾਫੀ ਫਰਕ ਪੈ ਗਿਆ। ਹਾਂ, ਠੀਕ ਹੈ ਜੀ। ਤੇ ਤੁਸੀਂ ਆਪਣੇ ਆਪ ਆਏ ਹੋ ਜਾਂ ਇਹ ਤਾਂ ਨਹੀਂ ਕੋਈ ਕਿਸੇ ਇਹਨਾਂ ਨੇ ਬੁਲਾਇਆ ਤੁਹਾਨੂੰ ਵੀ? ਹਾਂ, ਇਹਨਾਂ ਨੇ ਨਹੀਂ ਬੁਲਾਇਆ। ਅਸੀਂ YouTube ਤੇ ਇਹਨਾਂ ਦੀ ਇੰਟਰਵਿਊ ਸੁਣੀ। ਇੰਟਰਵਿਊ ਸੁਣ ਕੇ ਅਸੀਂ ਤਾਂ ਮੈਂ ਇਹਨਾਂ ਕੋਲੇ ਆਇਆ। ਮਤਲਬ ਦੁਬਾਰਾ ਸਾਨੂੰ ਨਾ ਉੱਥੋਂ ਇੱਕ ਡਾਊਟ ਹੋ ਗਿਆ। ਇਹ ਕਹਿੰਦੇ ਵੀ ਸਾਡੀ ਕਿਤੇ ਹੋਰ ਬ੍ਰਾਂਚ ਨਹੀਂ ਹੈਗੀ। ਉਹ ਜਦੋਂ ਮੈਂ ਕਿਹਾ ਵੀ ਮੈਂ ਤਾਂ ਉੱਥੋਂ ਲੈ ਕੇ ਆਇਆ ਫਤਿਆਬਾਦ ਤੋਂ, ਇਹਨਾਂ ਦੀ ਕੋਈ ਬ੍ਰਾਂਚ ਨਹੀਂ ਹੈ, ਡੁਪਲੀਕੇਟ ਨਾ ਹੋਵੇ। ਮੈਂ ਇਸ ਕਰਕੇ ਮੈਨੂੰ ਦੁਬਾਰਾ ਉਰੇ ਆਉਣਾ ਪਿਆ, ਇਹਨਾਂ ਦੇ ਨਾਲ ਗੱਲਬਾਤ ਕਰਨੀ ਪਈ। ਅੱਛਾ। ਹਾਂ, ਹੁਣ ਇਹਨਾਂ ਨੇ ਮੈਨੂੰ ਦੱਸਿਆ ਵੀ ਉਹ ਵੀ ਸਾਡੇ ਹੀ ਨੇ। ਗੱਲਬਾਤ ਕਰਦੇ ਹਾਂ ਕਿਉਂਕਿ ਜਿੱਥੇ ਪਹਿਲੀ ਵਾਰੀ ਆਏ ਆ ਪੇਸ਼ੈਂਟ ਤਾਂ ਉਸ ਦੇ ਨਾਲ ਹੀ ਪਹਿਲਾਂ ਵੀ ਪੇਸ਼ੈਂਟ ਆਏ ਹੋਏ ਆ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲਾਂ ਵੀ ਲੈ ਕੇ ਗਏ ਦਵਾਈ ਜਾਂ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਮੈਂ ਤਾਂ 5 ਸ਼ੀਸ਼ੀਆਂ ਵਰਤ ਲਈਆਂ ਸੀ। 5 ਵਰਤ ਲੀਆਂ? ਕੀ ਸਮੱਸਿਆ ਸੀ ਤੁਹਾਨੂੰ? ਅੱਜ 6ਵੀਂ ਲੈਣ ਦੇ। ਅੱਛਾ। ਹਾਂ, ਅੱਜ ਮੁੱਕ ਗਈ। ਸਮੱਸਿਆ ਕੀ ਸੀ? ਘਰਦਿਆਂ ਨੂੰ ਗਠੀਆ ਜੀ। ਅੱਛਾ। ਗਠੀਆ ਸੀ, ਕਬਜ਼ ਰਹਿੰਦੀ ਸੀ, ਟਾਈਫਾਈਡ ਰਹਿੰਦੀ ਸੀ। ਅੱਛਾ। ਟਾਈਫਾਈਡ ਤਾਂ ਬਿਲਕੁਲ ਹੁਣ ਉਦੋਂ ਬਾਅਦ ਨਹੀਂ ਹੋਇਆ ਨਹੀਂ। ਹਾਂ। ਤੇ ਬਾਕੀ ਸਮੱਸਿਆਵਾਂ ਜਿਹੜੀਆਂ ਸੀਗੀਆਂ ਗਠੀਆ? ਬਾਕੀ ਪੇਟ ਦੀ ਜਿਵੇਂ ਕਬਜ਼ ਰਹਿੰਦੀ ਸੀ, ਉਹ ਪੇਟ ਨਰਮ ਰਹਿੰਦਾ। ਹੁਣ ਨਹੀਂ, ਕਬਜ਼ ਨਹੀਂ ਹੋਈ ਉਦੋਂ ਬਾਅਦ ਮੁੜ ਕੇ। ਇੱਕ ਸ਼ੀਸ਼ੀ ਤੇ ਸਾਨੂੰ ਪਤਾ ਲੱਗ ਗਿਆ ਸੀ ਬਈ ਕਬਜ਼ ਤੇ ਟਾਈਫਾਈਡ ਦਾ। ਆਪਣੇ ਲਈ ਤੁਸੀਂ ਲੈਣਾ ਹੈ ਕਿ ਆਪਣੇ? ਮੇਰੇ ਘਰ ਦੀ। ਅੱਛਾ, ਉਹਨਾਂ ਲਈ ਲੈ ਕੇ ਜਾਣਾ? ਹਾਂ, PGI ਤੋਂ ਇਲਾਜ ਚੱਲਦਾ ਸੀ ਉਹਨਾਂ ਦਾ 10 ਸਾਲ ਤੋਂ ਲਗਾਤਾਰ। ਅੱਛਾ। ਨਾ 23 ਸਾਲ ਦਾ ਮੁੰਡਾ, 23 ਸਾਲ ਬੱਚਾ ਹੋਇਆ ਸੀ ਘਰ ਵਾਲੇ ਦੇ। ਅੱਛਾ ਜੀ। ਉਦੋਂ ਦਾ ਉਹਨਾਂ ਨੂੰ ਗਠੀਆ ਹੋ ਗਿਆ ਸੀ। ਅੱਛਾ। ਉਦੋਂ ਦਾ ਹੁਣ ਫਰਕ ਆ? ਹਾਂ, ਹੁਣ ਫਰਕ ਆ। ਹੁਣ ਰੋਟੀ ਪਾਣੀ ਆਪ ਬਣਾਉਂਦੇ, ਸਾਰਾ ਘਰ ਦਾ ਕੰਮ ਇਹ ਕਰਦੇ। ਕਦੋਂ ਫਰਕ ਪੈਣਾ ਸ਼ੁਰੂ ਹੁੰਦਾ? ਕਿੰਨੀ ਵੀ ਤੁਸੀਂ ਕਹਿੰਦੇ 5-6 ਸ਼ੀਸ਼ੀਆਂ ਵਰਤ ਚੁੱਕੇ ਆ? ਸਾਡੀ ਤਾਂ ਅੱਜ 6ਵੀਂ ਹੈ। ਮਤਲਬ ਤੀਜੀ ਸ਼ੀਸ਼ੀ ਤੇ ਪਤਾ ਲੱਗ ਜਾਂਦਾ ਵੀ ਹਾਂ ਫਰਕ ਪੈ ਰਿਹਾ ਹੈ। ਤੁਹਾਡੀ ਕੋਈ ਰਿਸ਼ਤੇਦਾਰੀ ਤਾਂ ਨਹੀਂ ਹੈਗੀ ਜੋ ਤੁਸੀਂ ਕਹਿ ਰਹੇ ਹੋ? ਮਤਲਬ ਨਹੀਂ, ਸਾਡੀ ਕੋਈ ਰਿਸ਼ਤੇ। ਇਹ ਤਾਂ ਨਹੀਂ ਕਿ ਰਿਸ਼ਤੇਦਾਰੀ ਹੁੰਦਾ, ਬੁਲਾਏ ਤਾਂ ਨਹੀਂ ਹੋਏ ਸੱਦੇ ਕਿਤੇ? ਸਾਨੂੰ ਤਾਂ ਇਹਨਾਂ ਨੇ ਜਦੋਂ ਪਹਿਲੀ ਵਾਰ ਅਸੀਂ ਦੇਖਿਆ ਹੈ, ਫਿਰ ਪਹਿਲੇ ਦਿਨ ਹੀ ਅਸੀਂ ਆਏ। ਸਾਡੇ ਘਰ ਦੇ ਕਾਫੀ ਤੰਗ ਰਹਿੰਦੇ ਸੀਗੇ। ਬਸ ਹੁਣ ਕਾਫੀ 50% ਫਰਕ ਹੈ। ਬਿਲਕੁਲ ਨਹੀਂ ਹੈਗਾ, ਮਤਲਬ ਗਠੀਆ ਨਹੀਂ ਟੁੱਟਿਆ। 50% ਫਰਕ ਹੈ। 50% ਫਰਕ ਪੈ ਗਿਆ। ਜੇ ਫਰਕ ਪਿਆ ਮਤਲਬ ਅੱਗੇ ਵੀ ਉਮੀਦ ਹੈਗੀ ਤਾਂ? ਹਾਂ, ਟਾਈਫਾਈਡ ਮੈਨੂੰ ਲੱਗਦਾ ਵੀ ਜੇ 4 ਸ਼ੀਸ਼ੀਆਂ ਹੋਰ ਵਰਤੀਏ ਫਿਰ ਫਰਕ ਪੂਰਾ ਕਲੀਅਰ ਹੋ ਸਕਦਾ। ਹਾਂਜੀ ਸਰ, ਤੁਸੀਂ ਵੀ ਇੱਥੇ ਮੈਡੀਸਿਨ ਲੈਂਦੇ ਹੋ? ਜੀ ਸਰ, ਕਿਸ ਚੀਜ਼ ਦੀ ਜੀ? ਮੈਨੂੰ ਕਿਡਨੀ ਦੀ ਪ੍ਰੋਬਲਮ ਹੈ। ਅੱਛਾ। ਕਿਡਨੀ ਦੀ ਪ੍ਰੋਬਲਮ ਕਦੋਂ ਤੋਂ ਲੈ ਰਹੇ ਹੋ ਇਹ ਤੁਸੀਂ? ਸਾਲ ਹੋ ਗਏ ਮੈਨੂੰ ਬਿਮਾਰ ਹੋਏ ਨੂੰ, ਪਰ ਮੈਂ ਇੱਥੇ 1 ਮਹੀਨੇ ਤੋਂ ਲੈ ਰਿਹਾ ਮੈਡੀਸਨ। 1 ਮਹੀਨੇ ਤੋਂ? ਹਾਂਜੀ। ਹੁਣ ਤੁਹਾਨੂੰ ਕੁਝ ਫਰਕ ਲੱਗਿਆ ਉਸ ਵਿੱਚ? ਮੈਨੂੰ ਮਤਲਬ ਇਹ ਦਵਾਈ ਲੈਣ ਦੇ ਨਾਲ ਉਮੀਦ ਜਾਗੀ ਹੈ ਕਿ ਆਈ ਵਿਲ ਗੈਟ ਸਮ ਰਿਲੀਫ। ਅੱਛਾ। ਹਾਂ,
ਪਹਿਲਾਂ ਇਹ ਡਾਇਲਸਿਸ ਕਿਉਂ ਉਮੀਦ ਜਾਗੀ, ਮਤਲਬ ਕੁਝ ਸਰੀਰ 'ਚ ਵਧੀਆ ਬਿਹਤਰ ਮਹਿਸੂਸ ਹੋ ਰਿਹਾ ਹੈ ਇਹਦੇ ਨਾਲ? ਸਾਰੋਂ ਵਧੀਆ ਗੱਲ ਤਾਂ ਇਹ ਹੈ ਕਿ ਬਹੁਤ ਸਸਤਾ ਟ੍ਰੀਟਮੈਂਟ ਹੈ ਔਰ ਈਜ਼ੀ ਹੈ। ਡਾਇਲਸਿਸ ਕਰਾ ਰਿਹਾ ਸੀ ਮੈਂ ਹੁਣ ਡਾਇਲਸਿਸ ਬੰਦ ਕਰਤੇ ਮਹੀਨੇ ਤੋਂ। ਬੰਦ ਹੀ ਕਰਤੇ? ਹਾਂਜੀ ਅੱਛਾ। ਹਾਂਜੀ। ਤੇ ਹੁਣ ਤੁਹਾਨੂੰ ਜਿੱਦਾਂ ਡਾਇਲਸਿਸ ਨਾਲ ਮਹਿਸੂਸ ਹੁੰਦਾ ਸੀ ਉਸ ਤਰ੍ਹਾਂ ਦਾ ਸਰੀਰ 'ਚ ਤਾਕਤ ਲੱਗਦੀ ਹੈ? ਮੈਂ ਫਾਰ ਬੈਟਰ ਹਾਂ ਉਹਦੇ ਨਾਲੋਂ ਵੀ, ਡਾਇਲਸਿਸ ਤੋਂ? ਨਾਲੋਂ ਵੀ ਫਾਰ ਬੈਟਰ। ਅੱਛਾ ਜੀ। ਹਾਂਜੀ। ਪਰ ਵੀਕਨੈਸ ਅਜੇ ਚੱਲ ਰਹੀ ਹੈ ਲੇਕਿਨ ਆ ਫੀਲਿੰਗ ਵੈਰੀ ਗੁੱਡ। ਅੱਛਾ, ਹਾਂ। ਕਿੱਥੋਂ ਇਲਾਜ ਲੈ ਰਹੇ ਸੀ ਤੁਸੀਂ? ਮੇਰਾ ਪੀਜੀ ਦਾ ਟ੍ਰੀਟਮੈਂਟ ਵੀ ਚੱਲ ਰਿਹਾ ਨਾਲੋਂ ਨਾਲ ਚਲਾ ਰਹੇ ਹੋ? ਚਲਾ ਰਹੇ ਹਾਂ। ਤਾਂ ਤੁਹਾਨੂੰ ਕਿਹਾ ਜਾਂਦਾ ਹੈ ਜਦੋਂ ਤੁਸੀਂ ਇੱਥੇ ਆਉਂਦੇ ਵੀ ਜਿਹੜਾ ਟ੍ਰੀਟਮੈਂਟ ਫਾਰ ਦਾ ਬੀਇੰਗ ਤੁਸੀਂ ਚਲਾਈ ਜਾਓ ਲੇਕਿਨ ਬਾਅਦ ਚ ਤੁਸੀਂ ਫਿਰ ਛੱਡ ਦਿਓ ਚਾਹੇ। ਇਹ ਤਾਂ ਨਹੀਂ ਕਿ ਮਤਲਬ ਅਸਰ ਪੀਜੀਆਈ ਦੀ ਦਵਾਈ ਦਾ ਹੋ ਰਿਹਾ ਹੋਵੇ ਜਾਂ ਤੁਸੀਂ ਨੇ ਤਾਂ ਮੈਨੂੰ ਕੰਪਲਸਰੀ ਕਿਹਾ ਹੋਇਆ ਕਿ ਯੂ ਸ਼ੁੱਡ ਗੋ 3 ਡਾਇਲਸਿਸ ਇਨ ਅ ਵੀਕ। ਅੱਛਾ। ਹਾਂ। ਉਹ ਜਿਹੜਾ ਤੁਸੀਂ ਹੁਣ ਛੱਡ ਚੁੱਕੇ ਹੋ ਡਾਇਲਸਿਸ? ਮੈਂ ਛੱਡਤੇ ਜੀ, ਪਰ ਉਹਦੇ ਨਾਲ ਮੈਨੂੰ ਬਹੁਤ ਨੁਕਸਾਨ ਹੁੰਦਾ ਸੀ ਜੀ। ਡਾਇਲਸਿਸ ਦਾ ਨੁਕਸਾਨ ਸੀ? ਮੇਰਾ ਬਹੁਤ ਬਲੱਡ ਲਾਸ ਬਹੁਤ ਜ਼ਿਆਦਾ ਹੁੰਦਾ ਸੀ। 10,000 ਯੂਨਿਟ ਦਾ ਇੰਜੈਕਸ਼ਨ ਲੱਗਦਾ ਸੀ। ਪੈਸੇ ਦੀ ਬਰਬਾਦੀ, ਖੂਨ ਦੀ ਬਰਬਾਦੀ। ਕੋਈ ਟੈਸਟ ਕਰਵਾਏ ਤੁਸੀਂ ਇਸ ਤੋਂ ਬਾਅਦ ਜਦੋਂ ਇਹ ਟ੍ਰੀਟਮੈਂਟ ਲਿਆ ਤੁਸੀਂ? ਮੇਰੇ ਯੂਰਿਕ ਕ੍ਰੀਟਿਨਿਨ ਮੇਨਟੇਨ ਹੋ ਗਿਆ ਹੈ ਅੱਛਾ। ਪਰ ਲੇਕਿਨ ਫਿਰ ਵੀ ਬਹੁਤ ਜ਼ਿਆਦਾ ਨੇ। ਪਹਿਲਾਂ ਮੇਰੇ 12 13 14 ਰਹਿੰਦੇ ਸੀ, ਹੁਣ ਮੇਰੇ 9 9.5। ਇਹ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਹੇ ਹੋ, ਸੱਚ ਬੋਲ ਰਹੇ ਹੋ ਬਿਲਕੁਲ? ਸਰ ਮੈਂ ਝੂਠ ਬੋਲ ਕੇ ਕੀ ਲੈਣਾ ਸਰ, ਮੈਨੂੰ ਫਾਇਦਾ ਹੋ ਰਿਹਾ ਹੈ ਜੀ। ਤੇ ਬਿਲਕੁਲ ਹੋਰ ਵੀ ਪੇਸ਼ੈਂਟ ਇੱਥੇ ਆਏ ਹੋਏ ਆ। ਬੱਬਾ ਜੀ ਤੁਸੀਂ ਕਿੱਥੋਂ ਆਏ ਹੋ? ਖੇੜੀ ਪਿੰਡ ਤੋਂ ਜੀ। ਅੱਛਾ, ਤੁਹਾਨੂੰ ਕੀ ਸਮੱਸਿਆ ਸੀ? ਪਹਿਲੇ ਤਾਂ ਸਮੱਸਿਆ ਮੇਰੇ ਪੈਰਾਂ 'ਤੇ ਸਮੈਲ ਬਹੁਤ ਆਉਂਦੀ ਸੀ ਜਦੋਂ ਜੁੱਤੀ ਖੋਲ੍ਹਦਾ ਸਾਂ। ਅੱਛਾ। ਮੇਰੇ ਲਾਗੇ ਨਹੀਂ ਸੀ ਬੈਠ ਸਕਦਾ ਕੋਈ, ਤੇ ਹੁਣ ਮੇਰੇ ਬਿਲਕੁਲ ਠੀਕ ਹੈ। ਜੁੱਤੀ ਖੋਲਿਓ ਤਾਂ ਮੈਂ ਦੇਖਣਾ ਵੀ ਲਾਗੇ ਬੈਠ ਸਕਦਾ ਮੈਂ ਕਿ ਨਹੀਂ। ਹਾਂ ਦੇਖੋ 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 ਅੱਛਾ। ਇਸ ਤਰ੍ਹਾਂ ਹੁਣ ਗਰਮੀ ਦਾ ਮੌਸਮ ਆ ਤੇ ਜੁੱਤੀ ਵੀ ਤੁਸੀਂ ਬੰਦ ਪਾਈ ਹੋਈ ਆ। ਇਹ ਸਮੱਸਿਆ ਕਾਫੀ ਤੁਹਾਡੇ ਤਾਂ ਜ਼ਖਮ ਜਿਹੇ ਹੋਏ ਹੋਏ ਪੈਰਾਂ ਤੇ। ਕਿਹੜੇ ਜੀ? ਇਹ ਕੀ ਚੀਜ਼ ਸੀਗੀ, ਇਹ ਕੀ ਹੋਇਆ ਹੋਇਆ ਸੀ ਪੈਰ ਤੇ? ਇਹ ਤਾਂ ਵੈਸੇ ਮੈਲ ਹੈ ਜੀ, ਅੱਛਾ ਮੈਲ ਹੈ, ਹੋਰ ਨਹੀਂ ਕੁਝ ਵੀ ਹੈ। ਅੱਛਾ ਅੱਛਾ। ਹਾਂਜੀ ਓਕੇ ਓਕੇ। ਤੇ ਹੁਣ ਫਿਰ ਠੀਕ ਆ ਪੈਰ? ਇਹ ਠੀਕ ਹੈ ਬਿਲਕੁਲ। ਅੱਛਾ। ਔਰ ਦੂਜੀ ਸਮੱਸਿਆ ਮੈਨੂੰ ਸ਼ੂਗਰ ਸੀਗੀ 277। ਅੱਛਾ। ਜਦੋਂ ਮੈਂ ਪਾਣ ਲੱਗਿਆ ਹੋਇਆ ਪਹਿਲੀ ਸ਼ੀਸ਼ੀ ਨੇ ਦੱਸ ਦਿੱਤਾ ਮੈਨੂੰ। ਹੁਣ ਮੇਰੀ ਸ਼ੂਗਰ 138 ਰੋਟੀ ਪਾਣੀ ਖਾ ਕੇ ਆਉਂਦੀ। ਤੇ ਉਸ ਤੋਂ ਬਾਅਦ ਹੁਣ ਮੈਂ ਤਾਂ ਖਾਂਦਾ ਪੀਂਦਾ ਕੁਛ ਨਹੀਂ, ਕੋਈ ਦਵਾਈ ਨਹੀਂ ਖਾਂਦਾ। ਮਿੱਠਾ ਵੀ ਖਾ ਲੈਂਦਾ, ਨਹੀਂ ਪਹਿਲਾਂ ਮੈਂ ਮਿੱਠਾ ਨਹੀਂ ਸੀ ਖਾਂਦਾ, ਹੁਣ ਮੈਂ ਮਿੱਠਾ ਵੀ ਖਾ ਲੈਂਦਾ ਤੇ ਠੀਕ ਹੈ। ਅੱਛਾ ਜੀ, ਤੁਸੀਂ ਕਦੋਂ ਤੋਂ ਇਹ ਸ਼ੁਰੂ ਕੀਤੀ ਸੀ ਦਵਾਈ? ਮੈਂ ਥੋੜ੍ਹੀ ਦੇਰ ਸ਼ੁਰੂ ਕੀਤੀ ਜੀ, 2-3 ਮਹੀਨੇ ਸ਼ੁਰੂ ਕੀਤੀ, ਉਹਦੇ ਨਾਲ ਠੀਕ ਹੋ ਗਿਆ। ਆਸਾਨ ਆ ਇਹ ਮਤਲਬ ਦਵਾਈ ਇਹ ਵਰਤਣੀ ਜਿਹੜਾ ਹੈਗਾ ਪ੍ਰੋਸੈਸ ਜਿਹੜਾ ਹੈਗਾ? ਹਾਂਜੀ। ਮਤਲਬ ਜਿਹੜਾ ਵਰਤਣਾ ਇਹ ਦਵਾਈ ਨੂੰ ਜਿਹੜਾ ਨਾਭੀ ਦੇ ਵਿੱਚ ਪਾਉਂਦੇ ਆ, ਹਾਂਜੀ। ਆਸਾਨ ਆ ਕੰਮ? ਕੋਈ ਇਹ ਤਾਂ ਨਹੀਂ ਹੈਗਾ ਵੀ ਮੁਸ਼ਕਲ ਆਉਂਦੀ ਹੈ ਜਾਂ ਨਹੀਂ ਮੁਸ਼ਕਲ ਕੋਈ ਨਹੀਂ ਆਉਂਦੀ ਇਹਦੇ। ਇਹ ਤਾਂ ਆਸਾਨ ਹੈ। 2 ਟਾਈਮ ਇਹ ਪਾਣੀ, 1 ਟਾਈਮ ਅਸੀਂ ਘੇ ਪਾਣਾ, ਬਸ ਠੀਕ ਹੈ। ਘੰਟਾ ਲੇਟਣਾ ਜ਼ਰੂਰ ਹੈ। ਹੁਣ ਬਿਲਕੁਲ ਠੀਕ ਹੈ। ਫਰਕ ਲੱਗ ਰਿਹਾ ਤੁਹਾਨੂੰ? ਉਮਰ ਕਿੰਨੀ ਤੁਹਾਡੀ? ਉਮਰ 81 ਸਾਲ। 81 ਸਾਲ? ਹਾਂਜੀ। ਅੱਛਾ ਜੀ। ਮਤਲਬ ਹੋਰ ਇਹ ਦਵਾਈ ਪਾਉਣ ਤੋਂ ਬਾਅਦ ਹੋਰ ਵੀ ਕੋਈ ਬਿਹਤਰੀ ਤੁਹਾਨੂੰ ਲੱਗੀ ਆ ਕਿ ਮਾੜੀ ਮੋਟੀ ਸਰੀਰ 'ਚ ਤਾਕਤ ਆਈ ਹੋਵੇ ਜਾਂ ਕੁਝ? ਤਾਕਤ ਤਾਂ ਹੈਗੀ ਹੈ ਜੀ, ਗੋਡਿਆਂ 'ਤੇ ਮੈਂ ਚੱਲ ਨਹੀਂ ਸੀ ਸਕਦਾ, ਕੜਕ ਕੜਕ ਹੁੰਦੀ ਸੀ। ਅੱਛਾ। ਹੁਣ ਗੋਡਿਆਂ 'ਤੇ ਵੀ ਚੱਲਦਾ ਫਿਰਦਾ। ਅੱਛਾ, ਹੋਰ ਵੀ ਬਹੁਤ ਜਿਹੜੇ ਫਾਇਦੇ ਹੋਏ? ਹਾਂਜੀ। ਵੈਸੇ ਇੱਕ ਗੱਲ ਆ ਕਿ ਸਾਡੇ ਬਜ਼ੁਰਗ ਵੀ ਸਾਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਹਾਂਜੀ। ਕਿ ਧੁੰਨੀ 'ਚ ਨੱਕ 'ਚ ਵੀ ਉਹ ਤੇਲ ਲਾਉਂਦੇ ਸੀ, ਹਾਂਜੀ। ਇੱਥੇ ਧੁੰਨੀ 'ਚ ਵੀ ਤੇਲ ਲਾਇਆ ਕਰਦੇ ਸੀ। ਤੁਹਾਨੂੰ ਲੱਗਦਾ ਵੀ ਉਹੀ ਪੱਧਤੀ ਅਸੀਂ ਛੱਡਿਆ ਤਾਂ ਅਸੀਂ ਪਛਤਾ ਰਹੇ ਹਾਂ ਹੁਣ ਚੀਜ਼ਾਂ ਨੂੰ? ਹਾਂਜੀ ਉਹੀ ਚੀਜ਼ ਹੈ ਜੀ, ਛੱਡ ਕੇ ਫਿਰ ਪਛਤਾਨੇ ਆ। ਜੇ ਕਰੀ ਜਾਈਏ ਤਾਂ ਫਾਇਦਾ ਹੀ ਹੈ, ਨੁਕਸਾਨ ਨਹੀਂ ਹੈ। ਸੋ ਬਿਲਕੁਲ ਹੋਰ ਵੀ ਮਰੀਜ਼ ਹੈਗੇ ਆ। ਤੁਸੀਂ ਬਾਈ ਜੀ ਕਦੋਂ ਤੋਂ ਆ ਰਹੇ ਹੋ, ਕੀ ਸਮੱਸਿਆ ਤੁਹਾਡੀ? ਹਾਂਜੀ, ਮੈਂ ਪਹਿਲਾਂ ਵੀ ਕਾਫੀ ਟਾਈਮ ਤੋਂ ਆ ਰਿਹਾ। ਬਾਕੀ ਮੇਰੇ ਲੱਤ ਦੇ ਵਿੱਚ ਨਾ ਜੀ ਸੁੰਨਪਨ ਰਹਿਣ ਲੱਗ ਗਿਆ ਤਾ। ਲੋਕਲ ਆਪਾਂ ਕਿਤੇ ਆਪਣਾ ਇੰਜੈਕਸ਼ਨ ਵਗੈਰਾ ਲਗਾਇਆ ਤਾਂ ਜਿੱਦਾਂ ਬੁਖਾਰ ਵਗੈਰਾ ਜਾਂ ਕੁਝ ਵੀ ਹੋ ਜਾਂਦਾ, ਹਾਂਜੀ। ਉਹ ਇੰਜੈਕਸ਼ਨ ਲੱਗਣ ਤੋਂ ਬਾਅਦ ਨਾ ਦਰਦ ਹੋਣ ਲੱਗ ਪਈ, ਲੱਤ ਇੱਥੇ ਤੋਂ ਲੈ ਕੇ ਇੱਥੇ ਤੱਕ ਸੌਣ ਲੱਗ ਗਈ। ਅੱਛਾ। ਜਦੋਂ ਜਿਨ੍ਹਾਂ ਡਾਕਟਰ ਤੇ ਲਵਾਇਆ ਉਹ ਕਹਿੰਦੇ ਇੰਜੈਕਸ਼ਨ ਦੇ ਉੱਪਰ ਇੰਜੈਕਸ਼ਨ ਲੱਗ ਗਿਆ ਵੀ ਤਾਂ ਕਰਕੇ ਕਰਦੀ ਹੈ। ਮੈਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਵਰਤੀਆਂ, ਉਹਨਾਂ ਦੇ ਕਹਿਣ ਦੇ ਮੁਤਾਬਿਕ ਵੀ ਸਾਰਾ ਕੁਝ ਕੀਤਾ, ਮਾਲਿਸ਼ ਵਗੈਰਾ ਕੀਤੀ, ਕੋਈ ਫਰਕ ਨਹੀਂ ਪਿਆ। ਉਹ ਤੋਂ ਬਾਅਦ ਇੱਦਾਂ ਮੈਂ ਕੁੰਦਨ ਸਰ ਨੂੰ ਮਿਲਿਆ, ਇਹਨਾਂ ਨੂੰ ਪੁੱਛਿਆ ਮੈਂ ਸਰ ਜੀ ਮੇਰੇ ਆਹ ਹਾਲ ਹੈ ਵੀ ਕਿੱਦਾਂ ਹੋਇਆ? ਕਹਿੰਦੇ ਜਿਨ੍ਹਾਂ ਤੋਂ ਦਵਾਈ ਲਈ ਉਹ ਕਿਆ ਦੱਸ ਰਹੇ ਆ? ਮੈਂ ਉਹ ਦੱਸ ਰਹੇ ਵੀ ਤੁਸੀਂ ਇੰਜੈਕਸ਼ਨ ਦੇ ਉੱਪਰ ਇੰਜੈਕਸ਼ਨ ਲੱਗ ਗਿਆ। ਕਹਿੰਦੇ ਕਿ ਸਾਲ 6 ਮਹੀਨੇ ਦੇ ਵਿੱਚ ਕੋਈ ਇੰਜੈਕਸ਼ਨ ਤੁਸੀਂ ਲਵਾਇਆ? ਮੈਂ ਨਹੀਂ ਸਰ।
ਕਹਿੰਦੇ ਪਿਓ ਕਿੱਦਾਂ ਲੱਗ ਗਿਆ? ਮੈਂ ਪਤਾ ਨਹੀਂ ਜੀ। ਕਹਿੰਦੇ ਨਹੀਂ ਸਰ ਇਹ ਨਾੜ ਦੇ ਵਿੱਚ ਨਾੜ ਤੁਹਾਡੀ ਉਹਨਾਂ ਨੇ ਬਹਿੰਤੀ ਨਾੜ ਦੀ ਸਾਈਡ। ਮੈਂ ਸਰ ਫਿਰ ਕਿੱਦਾਂ ਠੀਕ ਹੋਊਗੀ? ਕਹਿੰਦੇ ਨਾਭੀ ਸ਼ਕਤੀ ਅੰਮ੍ਰਿਤ ਲਓ, ਇਸ ਤਰੀਕੇ ਦੇ ਨਾਲ ਇਹਨੂੰ ਵਰਤੋ, ਠੀਕ ਹੋ ਜਾਓਗੇ। ਲਗਭਗ ਸਰ ਫਿਰ ਹੁਣ ਕਿੰਨੇ ਟਾਈਮ ਤੋਂ ਤੁਸੀਂ ਖਾ ਰਹੇ ਹੋ ਦਵਾਈ? ਇਹ ਟਾਈਮ ਤਾਂ ਲਗਭਗ ਮੈਨੂੰ 6 ਮਹੀਨੇ ਸਾਲ ਤੋਂ ਉੱਪਰ ਹੋ ਗਿਆ ਜੀ। ਪਰ ਫਰਕ ਮੈਨੂੰ 10ਵੇਂ ਦਿਨ ਪਤਾ ਲੱਗ ਗਿਆ। ਨਾ ਮੇਰੀ ਲੱਤ 'ਚ ਸੁੰਨਪਨ ਰਿਹਾ, ਨਾ ਗਟੀ ਰਹੀ, ਨਾ ਕੁਛ। ਮੈਂ ਬਿਲਕੁਲ ਠੀਕ ਹੈ। ਹੁਣ ਇਹ ਕੀ ਕਹਿੰਦੇ ਵੀ ਤੁਹਾਨੂੰ ਪਾਣੀ ਪੈਣੀ ਲਗਾਤਾਰ ਇਹ ਅੱਗੇ ਤੱਕ? ਹਾਂਜੀ ਹਜੇ ਕਹਿੰਦੇ ਕੋਰਸ ਕਰੋ। ਅਸੀਂ ਦੁਬਾਰਾ ਵੀ ਦਵਾਈ ਲੈਣ ਆਏ ਔਰ ਹੋਰ ਵੀ ਕਈ ਬੰਦੇ ਮੇਰੇ ਨਾਲ, ਮਤਲਬ ਆਪਾਂ ਜਦ ਦੇਖਿਆ ਵੀ ਮੈਨੂੰ ਫਰਕ ਹੈ ਤਾਂ ਸੇਵਾ ਦਾ ਕੰਮ ਹੈ, ਹੋਰ ਵੀ ਮੈਂ ਦਿੱਤਾ ਤਾਂ ਅੱਗੇ ਵੀ ਇਹਨਾਂ ਨੂੰ ਵੀ ਰਿਜ਼ਲਟ ਤੁਹਾਡਾ ਆਇਆ। ਨਾਂ ਕੀ ਆ? ਮੇਰਾ ਨਾਮ ਜੀ ਸੋਨੂ। ਸੋਨੂ। ਹਾਂਜੀ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਨੂਰਪੁਰ ਵੇਦੀ, ਪਿੰਡ ਖੇੜੀ ਮੇਰਾ ਜੀ। ਅੱਛਾ ਜੀ। ਸੋਨੂ ਜੀ, ਪਤਾ ਕੀ ਕਈ ਵਾਰੀ ਇਦਾਂ ਹੁੰਦਾ ਕਿ ਬਹੁਤ ਸਾਰੀਆਂ ਐਡ ਜਿਹੜੀਆਂ ਕਿ ਟੀਵੀ ਤੇ ਚੱਲਦੀਆਂ ਤੇ ਉਹਨਾਂ ਬੰਦਿਆਂ ਦੇ ਖੜੇ ਕੀਤੇ ਹੋਏ ਬੰਦੇ ਹੁੰਦੇ ਆ ਆਪਣੇ ਹੀ, ਤੇ ਉਹਨਾਂ ਨੂੰ ਬੁਲਾ ਲੈਂਦੇ। ਫਿਰ ਉਹ ਕਹਿੰਦੇ ਕਿ ਪਹਿਲਾਂ ਮੈਂ ਬਹੁਤ ਬਿਮਾਰ ਸੀ, ਹੁਣ ਮੈਂ ਠੀਕ ਹੋ ਗਿਆ। ਅਸੀਂ ਆਪਣੇ ਦਰਸ਼ਕਾਂ ਨੂੰ ਝੂਠ ਨਹੀਂ ਦਿਖਾਣਾ ਚਾਹੁੰਦੇ। ਜੋ ਤੁਸੀਂ ਕਹਿ ਰਹੇ ਹੋ ਇਸ ਗੱਲ ਦੀ ਗਾਰੰਟੀ ਲੈਂਦੇ ਹੋ, ਬਿਲਕੁਲ ਸੱਚ ਆ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਹਾਂਜੀ ਇਹ ਬਿਲਕੁਲ ਸੱਚ ਹੈ ਜੀ। ਕੋਈ ਵੀ ਸੱਚਾਈ ਜਾਣਨ ਚਾਹੁੰਦਾ ਤਾਂ 9883 34731 ਮੇਰਾ ਮੋਬਾਈਲ ਨੰਬਰ ਹੈ। ਜਦ ਮਰਜ਼ੀ ਗੱਲ ਕਰ ਸਕਦਾ। ਤੇ ਆਪਾਂ ਸ਼ੁਕਰਗੁਜ਼ਾਰ ਕਰਦੇ ਆ ਕੁੰਦਨ ਸਰ ਦਾ ਤੇ ਉਸ ਪ੍ਰਮਾਤਮਾ ਦਾ ਜਿਨ੍ਹਾਂ ਮਤਲਬ ਜੋ ਤੁਹਾਡੀ ਜੈਨੂਨ ਸੀ ਸਮੱਸਿਆ ਉਹ ਠੀਕ ਹੋ ਰਹੀ ਆ। ਉਹ ਠੀਕ ਹੋ ਰਹੀ। ਹੁਣ ਬਿਲਕੁਲ। ਬੱਚਾ ਦਾ ਦੇਖ ਲਓ, ਇਹਦਾ ਦੇਖ ਲਓ, ਇਹਨਾਂ ਦੇ ਬਾਂਹ ਦੇ ਉੱਪਰ ਰੋਡ ਪਵਾਈ ਤੇ ਆ ਦੇਖੋ ਤਾਜ਼ਾ ਕੰਮ ਹੋਇਆ। ਹਾਂਜੀ ਹਾਂਜੀ। ਤੇ ਮਤਲਬ ਟੁੱਟ ਗਈ ਦੀ ਰੋਡ ਕਢਵਾਈ ਹੈ, ਆਪਰੇਸ਼ਨ ਕਰਾਇਆ। ਤੇ ਡਾਕਟਰ ਕਹਿ ਰਹੇ ਤੇ 2 ਜਾਂ 3 ਦਿਨ ਦੇ ਵਿੱਚ ਇਹਦਾ ਦਰਦ ਬਹੁਤ ਜ਼ਿਆਦਾ ਰਹਿਣਾ, ਇਹਨੂੰ ਬਰਦਾਸ਼ਤ ਕਰਨਾ ਪੈਣਾ। ਉਹ ਜਿੱਦਾਂ ਹੋਇਆ ਜੋ ਹੋਇਆ ਇਹਦੇ ਬੱਚੇ ਦੇ ਮੂੰਹੋਂ ਤੁਸੀਂ ਪੁੱਛ ਸਕਦੇ ਜੀ। ਹਾਂ ਬੇਟਾ, ਕੀ ਹੋਇਆ ਸੀ? ਮੈਂ ਨਾ ਵੀ ਅਮਰਤ ਪਾਉਂਦਾ ਤਾਂ ਮੇਰੇ ਦਰਦ ਨਹੀਂ ਹੋਈ। ਹੋਇਆ ਨਹੀਂ ਦਰਦ? ਤੁਸੀਂ ਪਹਿਲਾਂ ਤੋਂ ਪਾਉਂਦੇ ਸੀ ਕਿ ਇਹ ਰੋਡ ਪਾਉਣ ਤੋਂ ਬਾਅਦ ਪਾਉਣ ਲੱਗੇ ਸੀ? ਪਹਿਲਾਂ ਤਾਂ ਪਾਉਂਦਾ। ਅੱਛਾ, ਪਹਿਲਾਂ ਹੀ। ਇਹ ਤੁਹਾਡੇ ਨਾਲ ਆਇਆ ਜੀ ਬੱਚਾ? ਹਾਂਜੀ ਮੇਰੇ ਨਾਲ ਆਇਆ, ਮੇਰਾ ਭਤੀਜਾ ਹੈ। ਅੱਛਾ, ਤੁਸੀਂ ਇਹਦੇ ਪਹਿਲਾਂ ਹੀ ਉਦਾਂ ਹੀ ਪਾ ਰਹੇ ਸੀ ਵੈਸੇ ਹੀ? ਹਾਂਜੀ ਉੱਦਾਂ ਹੀ ਪਾ ਰਹੇ ਤੇ। ਫਿਰ ਮੈਂ ਸਰ ਨੂੰ ਪੁੱਛਿਆ, ਮੈਂ ਸਰ ਜੀ ਦਾ ਦਰਦ ਵਗੈਰਾ ਡਾਕਟਰ ਨੇ ਦੱਸੀ, ਕਹਿੰਦੇ ਨਾਭੀ ਅੰਮ੍ਰਿਤ ਦੁਬਾਰਾ ਫਿਰ ਪਾਓ, ਇਹਦਾ ਦਰਦ ਨਹੀਂ ਹੋਏਗੀ। ਅੱਛਾ, ਵੈਸੇ ਵੀ ਪਾ ਸਕਦੇ ਆ? ਮਤਲਬ ਇਹ ਜੇ ਕੋਈ ਸਮੱਸਿਆ ਨਾ ਵੀ ਹੋਵੇ ਤਾਂ ਵੀ ਵਧੀਆ ਹਾਂਜੀ ਰਹਿਣਾ? ਤਾਂ ਵੀ ਪਾ ਸਕਦੇ ਜੀ। ਪਹਿਲਾਂ ਵੀ ਸਾਡੇ ਸਿਆਣੇ ਬਜ਼ੁਰਗ ਜਦੋਂ ਸਾਨੂੰ ਕੋਈ ਪਰੇਸ਼ਾਨੀ ਹੁੰਦੀ ਸੀ, ਸਾਡੇ ਬੁੱਲ ਫਟ ਜਾਣੇ ਜਾਂ ਪੈਰਾਂ ਦੀਆਂ ਆਡੀਆਂ ਫਟ ਜਾਣੀਆਂ, ਤਾਂ ਵੀ ਸਾਨੂੰ ਕਹਿੰਦੇ ਤੇ ਨਾਭੀ ਤੇ ਦੇਸੀ ਘੇ ਲਾ ਲਓ ਜਾਂ ਦੇਸੀ ਤੇਲ ਲਾ ਲਓ। ਤਾਂ ਇਹ ਤਾਂ ਸਾਨੂੰ ਸ਼ੁੱਧਤਾ ਦਾ ਪ੍ਰਤੀਕ ਹੈ। ਜੀ ਬਿਲਕੁਲ ਬਿਲਕੁਲ ਬਿਲਕੁਲ। ਬਾਈ ਜੀ, ਤੁਸੀਂ ਵੀ ਜਿਹੜਾ ਹੈਗਾ ਇੱਥੋਂ ਮੈਡੀਸਿਨ ਲੈ ਰਹੇ ਹੋ? ਹਾਂਜੀ ਭਾਜੀ। ਆਪ ਆਪਣੇ ਲਈ ਜਾਂ ਕਿਸੇ ਲਈ? ਨਹੀਂ, ਮੈਂ ਆਪਣੇ ਵਾਸਤੇ ਵੀ ਲੈ ਰਿਹਾ ਤੇ ਮੇਰੀ ਸਿਸਟਰ ਦਾ ਇੱਕ ਲੜਕਾ ਸੀਗਾ ਜੀ। ਕੀ ਸਮੱਸਿਆ ਸੀ ਤੁਹਾਨੂੰ? ਮੈਨੂੰ ਬੀਪੀ ਦੀ ਸੀਗੀ ਜੀ, ਇੱਕ ਮੈਨੂੰ ਡਿਸਕ ਪ੍ਰੋਬਲਮ ਸੀਗੀ ਜੀ, ਬਹੁਤ ਜ਼ਿਆਦਾ। ਡਿਸਕ ਦੀ ਪ੍ਰੋਬਲਮ? ਹਾਂਜੀ। ਇਹ ਨਾਭੀ ਚ ਪਾਉਣ ਨਾਲੇ ਠੀਕ ਹੋ ਗਈ ਡਿਸਕ ਦੀ? ਹਾਂਜੀ ਹਾਂਜੀ। ਕੀ ਸਮੱਸਿਆ ਕੀ ਰਹਿੰਦੀ ਸੀ? ਮੈਂ ਭਾਜੀ ਐਵੇਂ ਜਿੱਦਾਂ ਹੁਣ ਤੁਹਾਡੇ ਸਾਹਮਣੇ ਬੈਠ ਸਕਦਾ ਨਾ, ਇਦਾਂ ਬੈਠ ਨਹੀਂ ਸਕਦਾ ਸੀਗਾ ਜੀ। ਅੱਛਾ। ਤੇ ਮੈਨੂੰ ਸੋਨੂ ਭਾਜੀ ਹੁਣੀ ਮਿਲੇ, ਉਹਨੇ ਮੈਨੂੰ ਨਾਭੀ ਸ਼ਕਤੀ ਅੰਮ੍ਰਿਤ ਬਾਰੇ ਦੱਸਿਆ ਤੇ ਮੈਂ ਯੂਜ਼ ਕਰਦਾ ਜੀ 2 ਮਹੀਨਿਆਂ ਤੋਂ। ਹੁਣ ਮੈਂ ਬਿਲਕੁਲ ਠੀਕ ਹੈ। ਵੈਸੇ ਸਰ ਕਹਿੰਦੇ ਇਹਦਾ ਕੋਰਸ ਹੈ, ਤੁਸੀਂ 2 ਮਹੀਨੇ ਹੋਰ ਪਾਣਾ ਜੀ। ਹਾਂਜੀ। ਤੇ ਜਿਹੜੀ ਹੈਗੀ ਇਹ ਸਮੱਸਿਆ, ਹੁਣ ਤੁਸੀਂ ਪਿੱਠ ਤੇ ਤੇਲ ਲਾਉਂਦੇ ਹੋ ਜਾਂ ਸਿਰਫ ਨਾਭੀ ਚ ਪਾਉਂਦੇ? ਨਾਭੀ ਸ਼ਕਤੀ ਅੰਮ੍ਰਿਤ ਧੁੰਨੀ 'ਚ ਹੀ ਪਾਉਂਦੇ ਬਸ। ਅੱਛਾ। ਨਾਭੀ 'ਚ ਹੀ ਪਾਉਂਦੇ ਜੀ। ਬੀਪੀ ਦੀ ਵੀ ਸਮੱਸਿਆ ਹੁਣ ਤੁਹਾਡੀ? ਬੀਪੀ ਦੀ ਭਾਜੀ ਮੈਂ ਗਾਰੰਟੀ ਲਿਖ ਕੇ ਦਿੰਦਾ ਜੀ। ਮੈਨੂੰ ਡਾਕਟਰ ਨੇ ਇੱਥੇ ਤੱਕ ਕਹਿ ਦਿੱਤਾ ਸੀਗਾ ਜੀ ਵੀ ਤੈਨੂੰ ਇਹ ਮੈਡੀਸਨ ਲਾਈਫ ਟਾਈਮ ਲਈ ਗੋਲੀ ਯੂਜ਼ ਕਰਨੀ ਪੈਣੀ। ਤੁਹਾਡਾ ਨਾਂ ਕੀ ਭਾਜੀ? ਭਾਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ। ਭਾਜੀ, ਜਿਹੜੀ ਮੈਡੀਸਿਨ ਹੁੰਦੀ ਹੈ, ਜ਼ਿੰਦਗੀ ਤੇ ਮੌਤ ਦਾ ਮਸਲਾ ਹੁੰਦਾ। ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਜੇ ਅਸੀਂ ਸਹੀ ਸਲਾਹ ਕਿਸੇ ਨੂੰ ਦਈਏ। ਜੇ ਮਾੜੀ ਦੇ ਦਈਏ ਤਾਂ ਝੂਠ ਬੋਲਦੀ ਹੈ ਕਿਸੇ ਨੂੰ, ਤਾਂ ਫਿਰ ਉਹਦੀ ਜ਼ਿੰਦਗੀ ਤਬਾਹ ਵੀ ਹੋ ਸਕਦੀ ਆ। ਤੇ ਕੱਲ੍ਹ ਨੂੰ ਇਨਕੁਆਰੀਆਂ ਵੀ ਹੁੰਦੀਆਂ ਫਿਰ ਇਹਨਾਂ ਚੀਜ਼ਾਂ ਦੇ ਉੱਤੇ। ਤੁਹਾਨੂੰ ਲੱਗਦਾ ਵੀ ਵਾਕਿਆ ਹੀ ਜਿਹੜੀ ਤੁਸੀਂ ਗਰੰਟੀ ਲੈ ਰਹੇ ਹੋ ਇੰਨੀ ਮਤਲਬ ਸ਼ੋਰਟੀ ਦੇ ਨਾਲ ਕਹਿ ਰਹੇ ਹੋ ਵੀ ਵਾਕਈ ਲੋਕਾਂ ਨੂੰ ਵਰਤਣੀ ਚਾਹੀਦੀ? ਹਾਂਜੀ ਹਾਂਜੀ 100% ਭਾਜੀ 100% ਹੈ ਜੀ। ਉਹ ਬੀਪੀ ਦੀ ਗੋਲੀ ਭਾਜੀ ਮੇਰੀ ਘਰੇ ਵੀ ਜਾ ਕੇ ਦੇਖ ਲਿਓ, ਹਜੇ ਵੀ ਅੱਧਾ ਪੱਤਾ ਪਿਆ। ਮੈਂ ਸਾਰਿਆਂ ਨੂੰ ਦੱਸਦਾ ਆ ਮੈਂ ਖਾਂਦਾ ਸੀਗਾ ਵੀ ਉਹ ਬਿਲਕੁਲ ਮੇਰੀ ਬੰਦ ਹੋ ਗਈ ਜੀ। ਇਸ ਟਾਈਮ ਮੇਰਾ ਬੀਪੀ ਹੁਣ ਵੀ ਚੈੱਕ ਕਰ ਲਓ ਜੀ, ਨਾਰਮਲ ਆਊਗਾ। ਹਾਂਜੀ ਭੈਣ ਜੀ, ਤੁਸੀਂ ਵੀ ਮੈਡੀਸਿਨ ਲੈ ਰਹੇ ਹੋ? ਹਾਂਜੀ ਹਾਂਜੀ। ਮੈਂ ਪਹਿਲਾਂ ਮਤਲਬ ਸਾਲ ਡੇਢ ਸਾਲ ਪਹਿਲਾਂ ਮੈਂ ਚੈੱਕ ਕਰਵਾਇਆ ਮੈਂ ਅਨੰਦਪੁਰ ਸਾਹਿਬ ਤੋਂ, ਤੇ ਉਹਨਾਂ ਨੇ ਮੈਨੂੰ ਹਾਰਟ ਦੀ ਪ੍ਰੋਬਲਮ ਦੱਸੀ ਸੀਗੀ। ਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਉੱਥੇ ਵੀ 4 ਮਹੀਨੇ ਦਵਾਈ ਖਾਧੀ, ਉਹਦੇ ਬਾਅਦ ਦਵਾਈ ਬੰਦ ਕਰ ਦਿੱਤੀ। ਫਿਰ ਮੈਨੂੰ ਸੋਨੂ ਭਾਜੀ ਨੇ ਦੱਸਿਆ ਵੀ ਇੱਦਾਂ ਕਰਕੇ ਤੁਸੀਂ ਇਹ ਨਾਭੀ ਸ਼ਕਤੀ ਅੰਮ੍ਰਿਤ ਵਰਤੋ। ਮੈਂ ਫਿਰ ਉਹ ਵਰਤੀ, 4 ਮਹੀਨੇ ਪਾਈ। ਮੈਂ 4 ਮਹੀਨੇ ਬਾਅਦ ਹਫ਼ਤੇ ਪਹਿਲਾਂ ਮੈਂ ਟੈਸਟ ਕਰਵਾਏ, ਜਿਹਦੇ ਵਿੱਚ ਮੇਰੀ ਹਾਰਟ ਦੀ ਪ੍ਰੋਬਲਮ ਬਿਲਕੁਲ ਠੀਕ ਹੈ। ਹੁਣ ਡਾਕਟਰ ਨੇ ਮੈਨੂੰ ਇਹ ਕਿਹਾ, ਮੈਂ ਰੋਪੜ ਤੋਂ ਹੀ ਕਰਵਾਇਆ ਟੈਸਟ ਸਾਰੇ। ਟੈਸਟ ਦਿਖਾ ਸਕਦੇ ਹੋ ਤੁਸੀਂ ਉਹ ਪਹਿਲਾਂ ਤੇ ਨਵੇਂ? ਮੈਂ ਟੈਸਟ ਮੈਂ ਲੈ ਕੇ ਨਹੀਂ ਆਈ, ਨਹੀਂ ਤਾਂ ਮੈਂ ਜ਼ਰੂਰ ਤੁਹਾਨੂੰ ਦਿਖਾਉਂਦੀ। ਮੈਂ ਹਫ਼ਤਾ ਹੀ ਹੋਇਆ ਟੈਸਟ ਕਰਵਾਏ ਹੋਣੇ। ਤੇ ਉਹਨਾਂ ਨੇ ਮੈਨੂੰ ਇਹ ਕਿਹਾ, ECG ਵਗੈਰਾ ਉਹਨਾਂ ਨੇ ਮੇਰੀ ਕੀਤੀ, ਕਹਿੰਦੇ ਤੁਹਾਡੀ ਹਾਰਟ ਦੀ ਪ੍ਰੋਬਲਮ ਬਿਲਕੁਲ ਠੀਕ ਹੈ, ਵੀ ਤੁਸੀਂ ਠੀਕ ਹੈ, ਵੀ ਕੋਈ ਪ੍ਰੋਬਲਮ ਨਹੀਂ ਹੈ ਹਾਰਟ ਦੀ ਹੁਣ ਤੁਹਾਨੂੰ। ਅੱਗੇ ਵੀ ਤੁਸੀਂ ਕਿਸੇ ਨੂੰ ਰਿਕਮੈਂਡ ਕਰਦੇ ਹੋ ਹੁਣ ਜਾਂ ਆਪਣੇ ਜਿਹੜੇ? ਹਾਂਜੀ ਹਾਂ ਮੈਂ ਕਹਿਣਾ ਚਾਹਾਂਗੀ ਹਾਂ ਵੀ ਠੀਕ ਹੈ, ਵੀ ਐਡੀ ਵੱਡੀ ਪ੍ਰੋਬਲਮ ਜੋ ਮੈਨੂੰ ਹੈਗੀ ਸੀਗੀ ਵੀ ਹੁਣ ਠੀਕ ਹੈ। ਜਿਹੜੇ ਦਰਸ਼ਕਾਂ ਨੂੰ ਅਸੀਂ ਦਿਖਾ ਰਹੇ ਹਾਂ ਉਹ ਤੁਹਾਡੇ ਤੇ
ਯਕੀਨ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ, ਉਹਨਾਂ ਦਾ ਯਕੀਨ ਤੁਹਾਡੇ ਕਰਕੇ ਹੋਣਾ ਹੈ ਕਿ ਬਿਲਕੁਲ ਸਹੀ ਦੱਸ ਰਹੇ ਹੋ ਨਾ ਤੁਸੀਂ ਉਹਨਾਂ ਨੂੰ। ਬਿਲਕੁਲ ਸਹੀ, ਬਿਲਕੁਲ ਸਹੀ। ਉਸ ਟਾਈਮ ਮੈਨੂੰ ਪ੍ਰੋਬਲਮ ਹੈਗੀ ਸੀ, ਹੁਣ ਨਹੀਂ ਹੈ, ਹੁਣ ਬਿਲਕੁਲ ਨਹੀਂ ਹੈ। ਡਾਕਟਰ ਨੇ ਮੈਨੂੰ ਇਸ ਸਮੇਂ ਤੇ ਇਹ ਕਿਹਾ, ਸਰਕਾਰੀ ਡਾਕਟਰ ਹੈ ਇੱਥੇ ਰੋਪੜ ਦੇ, ਉਹਨਾਂ ਨੇ ਕਿਹਾ ਵੀ ਤੁਹਾਨੂੰ ਪ੍ਰੋਬਲਮ ਹੈ ਨਹੀਂ। ਹੁਣ ਮੈਂ ਟੈਸਟ ਕਰਵਾਇਆ, ਹਫਤਾ ਹੋਇਆ ਇੱਕ। ਹਾਂਜੀ। ਤੁਸੀਂ ਭੈਣ ਜੀ, ਤੁਸੀਂ ਵੀ? ਮੈਨੂੰ ਵਜਨ ਪੈਂਦਾ ਸੀ ਵੀ, ਕੋਲੀਏ ਦੀ ਬਿਮਾਰੀ ਸੀ, ਡਿਸਕ ਦੀ ਸਾਰੀ ਠੀਕ ਹੋ ਗਈ ਇਹਦੇ ਨਾਲ ਹੀ। ਨਾਭੀ ਅਮਰਤ ਕਦੋਂ ਤੋਂ ਲੈ ਰਹੇ ਹੋ ਤੁਸੀਂ ਦਵਾਈ? 3-4 ਮਹੀਨੇ ਹੋ ਗਏ ਤੇ। 3-4 ਮਹੀਨੇ? ਹਾਂਜੀ। ਕਦੋਂ ਫਰਕ ਪੈਣਾ ਸ਼ੁਰੂ ਹੁੰਦਾ ਫਿਰ ਤੁਹਾਨੂੰ ਜਦੋਂ? 20-22 ਦਿਨ ਬਾਅਦ ਪੈਣਾ ਸ਼ੁਰੂ ਹੋ ਗਿਆ। 20-22 ਦਿਨ? ਹਾਂਜੀ। ਅੱਛਾ, ਇੱਕ ਇਹ ਵੀ ਗੱਲ ਹੈਗੀ ਆ ਵੀ ਇੱਕ ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਅੰਦਰ, ਵੈਦ ਸਾਹਿਬ ਨੇ, ਕਿ ਰੋਜ਼ ਪਾਣੀ ਆ, ਫਿਰ ਇਦਾਂ ਹੁੰਦਾ ਵੀ ਇੱਕ ਪੇਸ਼ੈਂਸ ਵਾਲਾ ਕੰਮ ਹੈ ਇਹ, ਰੋਜ਼ ਰੂਟੀਨ 'ਚ ਪਾਉਣਾ ਵੀ ਇੱਕ ਆਪਣੇ ਆਪ ਦੇ ਵਿੱਚ ਤਪੱਸਿਆ। ਹਾਂਜੀ ਹਾਂਜੀ, ਮਤਲਬ ਸਹੀ ਤਰ੍ਹਾਂ ਪਾਵਾਂ ਬਿਲਕੁਲ ਠੀਕ ਹੋ ਜਾਂਦੇ ਹਨ, ਚੰਗੀ ਤਰ੍ਹਾਂ ਠੀਕ ਹੈ। ਸੋ ਸਹੀ ਤਰ੍ਹਾਂ ਵਰਤਣਾ ਪਊ। ਹਾਂਜੀ ਹਾਂਜੀ। ਸੋ ਬਿਲਕੁਲ ਕੁਝ ਪੇਸ਼ੈਂਟ ਨਵੇਂ ਤੇ ਕੁਝ ਪੁਰਾਣੇ ਪੇਸ਼ੈਂਟ ਆਏ ਹੋਏ ਆ, ਗੱਲਬਾਤ ਕਰਵਾਈ ਆ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਮੇਸ਼ਾ ਤੁਹਾਡੇ ਤੱਕ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਈਏ। ਤਾਂ ਇਸ ਕਰਕੇ ਮੈਂ ਸਾਰਿਆਂ ਨੂੰ ਪੁੱਛਣ ਦਾ ਯਤਨ ਵੀ ਕੀਤਾ ਕਿ ਜਿਹੜੇ ਠੀਕ ਹੋਏ ਆ ਬਿਲਕੁਲ ਉਹ ਸੱਚ ਦਰੁਸਤ ਦੱਸ ਰਹੇ, ਤੇ ਇਹਨਾਂ ਦੇ ਦੱਸਣ ਮੁਤਾਬਕ ਕਿ ਬਿਲਕੁਲ ਦਰੁਸਤ ਅਸੀਂ ਦੱਸ ਰਹੇ ਹਾਂ। ਗੱਲਬਾਤ ਜਿਹੜੀ ਹੈਗੀ ਹੈ ਬਿਲਕੁਲ ਸਹੀ ਗੱਲਬਾਤ ਆ, ਇਹ ਕੋਈ ਨਕਲੀ ਬਣਾਏ ਹੋਏ ਨਹੀਂ ਹੈ। ਤੇ ਇਹਨਾਂ ਦੇ ਕਹਿਣ ਮੁਤਾਬਕ ਤੇ ਅਸੀਂ ਵੀ ਯਕੀਨ ਕਰਦੇ ਹਾਂ ਕਿ ਵਾਕਈ ਇਹਨਾਂ ਨੂੰ ਫਾਇਦਾ ਹੋਇਆ ਹੋਵੇਗਾ। ਤੇ ਤੁਹਾਨੂੰ ਵੀ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਹੈ, ਕਿਸੇ ਨੂੰ ਲੱਗਦਾ ਹੈ ਕਿ ਇਹ ਪੱਧਤੀ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ, ਵੈਦ ਸਾਹਿਬ ਦੀਆਂ ਗੱਲਾਂ ਬਾਤਾਂ ਤੋਂ ਜਾਂ ਮਰੀਜ਼ਾਂ ਦੀ ਗੱਲਾਂ ਬਾਤਾਂ ਤੋਂ ਲੱਗਦਾ ਹੈ ਕਿ ਕਿਸੇ ਨੂੰ ਕੋਈ ਲਾਹਾ ਹੋ ਸਕਦਾ ਹੈ, ਤਾਂ ਜ਼ਰੂਰ ਤੁਸੀਂ ਵੀ ਇਹ ਜਿਹੜੀ ਨਾਭੀ ਸ਼ਕਤੀ ਅੰਮ੍ਰਿਤ ਹੈਗਾ ਇਹ ਅਪਣਾ ਸਕਦੇ ਆ ਤੇ ਆਪਣੇ ਜਿਹੜੇ ਹੈਗੇ ਆ ਸਰੀਰਕ ਸਮੱਸਿਆਵਾਂ ਉਹਨਾਂ ਦਾ ਹੱਲ ਕਰ ਸਕਦੇ ਆ। ਤਾਂ ਇਸ ਗੱਲਬਾਤ ਦੇ ਵਿੱਚੋਂ ਤੁਹਾਨੂੰ ਜੇ ਲੱਗਦਾ ਹੈ ਕਿ ਤੁਹਾਨੂੰ ਇੱਥੇ ਆਉਣਾ ਚਾਹੀਦਾ, ਤਾਂ ਜ਼ਰੂਰ ਤੁਸੀਂ ਇਸ ਥਾਂ ਦੇ ਉੱਤੇ ਆ ਕੇ ਆਪਣਾ ਇਲਾਜ ਲੈ ਸਕਦੇ ਹੋ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।